Very good morning. Okay. So let's start today's session. आज ਦਾ session शुरू करते हैं. एक बार दस दो मेरी आवाज आ रही है सब नु? I'm audible to all or not? आर्टिकल दी पीडीएफ कल मिलेगी ਤੁਹਾਨੂੰ आराम ਨਾਲ मैं कल संडे फ्री होऊंगा घर मैं बैठ के पा दूंगा. Don't worry. Morning जी morning. हाँ जी आवाज आ रही है नहीं आ रही मैंने दस दो एक बार ऊपर वेरीफाई करवा लो. ठीक 2 मिनट रोक के भेज दे. ओके जी चलो. ਸੋ ਅੱਜ ਦਾ ਸੈਸ਼ਨ ਸ਼ੁਰੂ ਕਰਦੇ ਹਾਂ. ਲਾਸਟ ਸੈਸ਼ਨ ਦੇ ਵਿੱਚ ਆਪਾਂ ਟੈਕਸੇਸ਼ਨ ਸਟਾਰਟ ਕਰਿਆ ਸੀ. ਸੋ ਟੈਕਸੇਸ਼ਨ ਵਾਲਾ ਪੋਰਸ਼ਨ ਜਿਹੜਾ ਆਪਣੇ ਕੋਲ ਸੀ ਉਹ ਟੈਕਸੇਸ਼ਨ ਦਾ ਮਤਲਬ ਕੀ ਸੀ, ਮਤਲਬ ਆਪਾਂ ਇਨਡਾਇਰੈਕਟ ਟੈਕਸਸ ਕਰ ਰਹੇ ਸੀ ਜਿਹਦੇ ਵਿੱਚ ਆਪਾਂ ਜੀਐਸਟੀ ਵਾਲਾ ਪੋਰਸ਼ਨ ਕਰ ਲਿਆ ਸੀ. ਸੋ ਜਿਹੜਾ ਟੈਕਸੇਸ਼ਨ ਵਾਲਾ ਪੋਰਸ਼ਨ ਸੀ ਉਮੀਦ ਹੈ ਜੀਐਸਟੀ ਪੋਰਸ਼ਨ ਤੁਹਾਨੂੰ ਸਭ ਨੂੰ ਸਮਝ ਜ਼ਰੂਰ ਆ ਗਿਆ ਹੋਵੇਗਾ. ਸੋ ਜੀਐਸਟੀ ਤੋਂ ਬਾਅਦ ਅੱਗੇ ਆਪਾਂ ਚੱਲਣਾ ਜਿਹੜਾ ਪੁਆਇੰਟ ਤੇ ਉਹ ਆਪਣੇ ਕੋਲ ਸਮਝਣਾ ਹੁਣ. ਸੋ ਜੀਐਸਟੀ ਆਪਣੇ ਕੋਲ ਇੱਕ ਤਰ੍ਹਾਂ ਦਾ ਡਾਇਰੈਕਟ ਟੈਕਸ ਸੀ. ਹੁਣ ਤੁਹਾਡੇ ਕੋਲ ਜਿਹੜੇ ਟੈਕਸ ਆਣਗੇ ਉਹ ਆਣਗੇ ਇਨਡਾਇਰੈਕਟ. ਅੱਛਾ ਅੱਜ ਦਾ ਸੈਸ਼ਨ ਜਿਹੜਾ ਰਹੇਗਾ ਨਾ ਇਹ ਤੁਸੀਂ ਸਿਰਫ ਤੇ ਸਿਰਫ ਸੁਣਨਾ ਹੈ. ਇਹ ਤੁਸੀਂ ਸਿਰਫ ਸੁਣਨਾ ਹੈ. ਦ ਰੀਜ਼ਨ ਬਿਹਾਈਂਡ ਉਹਦੇ ਪਿੱਛੇ ਕਾਰਨ ਕੀ ਹੈ ਸੁਣਨ ਦਾ, ਸੁਣਨਾ ਤੁਸੀਂ ਤਾਂ ਕਰਕੇ ਹੈ ਕਿਉਂਕਿ ਇਹ ਤੁਸੀਂ ਘਰ ਜਾ ਕੇ ਨੋਟ ਕਰੋਗੇ ਕਿਉਂਕਿ ਇਹ ਪਹਿਲੀ ਵਾਰੀ ਸੁਣ ਕੇ ਤੁਹਾਨੂੰ ਪੱਲੇ ਪੈਣਾ ਹੀ ਨਹੀਂ ਜ਼ਿਆਦਾ. ਇਹ ਤਾਂ ਜਿਹੜਾ ਹੁਣ ਕਰਵਾ ਰਿਹਾ ਤਾਂ ਵੈਸੇ ਰੱਟੇ ਵਾਲਾ ਕੰਮ ਹੈ. ਜਿਹੜਾ ਇਹਦੇ ਤੋਂ ਬਾਅਦ ਕਰਾਉਂਗਾ ਟੌਪਿਕ ਅੱਜ ਕਰਾਉਂਗਾ ਨੈਸ਼ਨਲ ਇਨਕਮ ਜੀਡੀਪੀ, ਉਹ ਪਹਿਲੀ ਵਾਰੀ ਤਾਂ 100% ਤੁਹਾਡੇ ਪੱਲੇ ਬਹੁਤ ਔਖਾ ਪਊਗਾ. ਫਿਰ ਵੀ ਮੇਰੀ ਟਰਾਈ ਰਹੇਗੀ ਵੀ ਹਾਂਜੀ ਤੁਹਾਨੂੰ ਸਾਰੇ ਦਾ ਸਾਰਾ ਪੁਆਇੰਟ ਸਮਝ ਆ ਜੇ. ਇੱਕ ਵਾਰ ਤੁਹਾਨੂੰ ਸਟਾਰਟਿੰਗ ਤੋਂ ਦਿੱਕਤ ਆਏਗੀ ਬਈ ਸਾਨੂੰ ਸਮਝ ਨਹੀਂ ਆਇਆ ਜਾਂ ਕੁਝ ਵੀ ਹੈ, ਪਹਿਲਾਂ ਆਹ ਵਾਲਾ ਡਾਇਰੈਕਟ ਟੈਕਸਸ ਇਹਦੀ ਤੁਹਾਨੂੰ ਐਜ਼ ਇਟ ਇਜ਼ ਪੀਡੀਐਫ ਮਿਲ ਜੇਗੀ ਤਾਂ ਉਹਦੇ ਤੋਂ ਤੁਸੀਂ ਆਪਣੇ ਨੋਟਸ ਬਣਾ ਲੈਣਾ. ਤੁਸੀਂ ਕਾਪੀ ਪੈਨ ਚਾਹੇ ਛੱਡ ਦਿਓ ਇੱਕ ਵਾਰ ਤੁਸੀਂ ਬਾਅਦ ਵਿੱਚ ਨੋਟ ਕਰ ਲਿਆ ਜੀ ਘਰ ਜਾ ਕੇ. ਅਸੀਂ ਜਿਹੜੇ ਆਫਲਾਈਨ ਵਾਲੇ ਬੈਠੇ ਹੋ ਘਰ ਜਾ ਕੇ ਕਰ ਲੈਣਾ, ਆਨਲਾਈਨ ਵੱਲੋਂ ਤੁਸੀਂ ਵੀ ਛੱਡ ਦਿਓ. ਪੀਡੀਐਫ ਵੀ ਦੇ ਦਿਆਂਗਾ ਜੀ, ਬਿਲਕੁਲ ਦੇ ਦਿਆਂਗਾ. ਇਹਦੀ 100% ਪੀਡੀਐਫ ਤੁਹਾਨੂੰ ਨਾਲ ਦੀ ਨਾਲ ਹੀ ਅਪਲੋਡ ਹੋ ਜਾਏਗੀ. ਚਲੋ ਹੁਣ ਆਪਾਂ ਕਰਨੇ ਕੱਲ ਕੀਤਾ ਸੀ ਇਨਡਾਇਰੈਕਟ ਟੈਕਸ, ਆਪਾਂ ਅੱਜ ਦੇਖ ਰਹੇ ਹਾਂ ਡਾਇਰੈਕਟ ਟੈਕਸ. ਡਾਇਰੈਕਟ ਟੈਕਸ ਕਿਹੜੇ ਹੁੰਦੇ ਸੀ ਜਿਨ੍ਹਾਂ ਦਾ ਬਰਡਨ ਆਪਾਂ ਕਿਸੇ ਹੋਰ ਤੇ ਟ੍ਰਾਂਸਫਰ ਨਹੀਂ ਕਰ ਸਕਦੇ, ਆਪਾਂ ਨੂੰ ਹੀ ਭਰਨਾ ਪੈਂਦਾ ਸੀ. ਸੋ ਸਰਕਾਰ ਨੇ ਆਪਣੇ ਉੱਪਰ ਟੈਕਸ ਲਗਾਇਆ ਹੈ, ਆਪਾਂ ਹੀ ਪੇ ਕਰਾਂਗੇ. ਦੈਟ ਮੀਨਸ ਉਹ ਹੋ ਗਏ ਡਾਇਰੈਕਟ ਟੈਕਸ. ਕਹਿੰਦਾ ਪਹਿਲਾਂ ਹੀ ਡਰਾਤਾ ਸੁਨੀਤਾ, ਡਰਾਉਣ ਵਾਲੀ ਗੱਲ ਨਹੀਂ ਹੈ. ਪਹਿਲਾਂ ਕਹਿਣ ਦਾ ਇਹ ਅਲਰਟ ਕਰਨ ਦਾ ਮਤਲਬ ਹੁੰਦਾ ਤੁਸੀਂ ਇੱਕ ਬੜੀਆ ਵਧੀਆ ਕੰਸਨਟ੍ਰੇਸ਼ਨ ਨਾਲ ਟੌਪਿਕ ਨੂੰ ਸੁਣੋਗੇ. ਜੇ ਮੈਂ ਪਹਿਲਾਂ ਹੀ ਕਹਿ ਦਾਂਗਾ ਸੌਖਾ ਟੌਪਿਕ ਤੁਸੀਂ ਉਹ ਲੈ ਆਪਾਂ ਹੁਣੇ ਪੜ੍ਹ ਦੇਣਾ, ਫਿਰ ਉਹ ਉੱਤੋਂ ਜਾਏਗਾ, ਫਿਰ ਉਹ ਸਿੱਧੂ ਮੂਸੇ ਵਾਲਾ ਗਾਣਾ ਹੋ ਜਾਏਗਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਹਨਾ. ਚਲੋ डायरेक्ट बोले तो प्रत्यक्ष कर सब तो पहला टैक्स ਜਿਹੜਾ ਆਉਂਦਾ. ਅੱਛਾ ਇੱਕ ਚੀਜ਼ ਧਿਆਨ ਰੱਖਣਾ, ਜਿਹੜੀ ਆ ਚੀਜ਼ਾਂ ਨੇ ਨੋਟ ਡਾਊਨ ਨਹੀਂ ਕਰਨੀਆਂ, ਬੜੀਆਂ ਹੀ ਸਿੰਪਲ ਚੀਜ਼ਾਂ ਨੇ ਤੇ ਸਿੱਧਾ ਯਾਦ ਕਰਨ ਵਾਲੀ ਚੀਜ਼ਾਂ ਨੇ, ਇਹਨਾਂ ਨੂੰ ਤੁਸੀਂ ਨੋਟ ਡਾਊਨ ਨਹੀਂ ਕਰਨਾ. ਸਰ ਇੱਕ ਵਾਰ ਉੱਥੇ ਉਹ ਚੈੱਕ ਕਰ ਲੈਣਾ ਆਪਣੀ ਐਪਲੀਕੇਸ਼ਨ ਦੇ ਵਿੱਚ ਇਹ ਵਿਜ਼ੀਬਲ ਹੈ ਕਿ ਨਹੀਂ ਵਿਜ਼ੀਬਲ. ਕਈ ਵਾਰ ਵਿਜ਼ੀਬਲ ਨਹੀਂ ਹੁੰਦਾ. ਆ ਜਿਹੜੀ ਐਪ ਚੱਲ ਰਹੀ ਹੈ ਨਾ ਇੱਥੇ ਵਾ ਐਪ ਦੇ ਵਿੱਚ ਇੱਥੇ ਤੁਹਾਨੂੰ ਇੱਥੇ ਸ਼ੋ ਹੋ ਰਹੀ ਹੈ ਕਿ ਨਹੀਂ, ਇਧਰੋਂ ਐਪ ਸਾਹਮਣੇ ਕਰ ਦਿਓ ਬਸ. ਥੈਂਕ ਯੂ ਦੀਪਕ. ਲੈ ਮੈਂ ਦੇ ਦੋ. ਚਲੋ ਓਕੇ ਰਿਪੋਰਟ ਹੈ, ਆਈ ਥਿੰਕ ਸੋ ਵਿਜ਼ੀਬਲ ਹੈ ਸਭ ਨੂੰ. ਫਿਰ ਵੀ ਥੋੜਾ ਜਿਹਾ ਇਹਨੂੰ ਹੋਰ ਕਲੈਰਿਟੀ ਚ ਲੈ ਰਹੇ ਆਪਾਂ. ਚਲੋ ਜਿਹੜਾ ਆਪਣੇ ਕੋਲ ਇਹ ਵਾਲਾ ਸਾਰਾ ਹੈਗਾ ਡਾਇਰੈਕਟ ਟੈਕਸ, ਇਹਦੇ ਚ ਅਦਰ ਟੈਕਸਿਸ ਹੈਗੇ ਨੇ. ਉਹ ਜਿਹੜੇ ਟੈਕਸਿਸ ਰਹਿਣਗੇ ਤੁਹਾਡੇ ਸਾਹਮਣੇ ਉਹ ਤੁਹਾਨੂੰ ਮੈਂ ਦੱਸਦਾ ਰਹੂੰਗਾ ਕਿਹੜੇ ਕਿਹੜੇ ਟੈਕਸ ਨੇ ਕਿਵੇਂ ਕਿਵੇਂ ਹੈਗੇ. ਇੱਕ ਸੈਕਿੰਡ ਦਾ ਵੇਟ ਕਰਨਾ, ਸਿਰਫ ਇੱਕ ਸੈਕਿੰਡ ਦਾ ਵੇਟ ਕਰਨਾ. सिर्फ 1 मिनट का टाइम देना मैनू, मैं कमेंट सामने ले आवा. हाँ जी ओके विजिबल है पर्सनल इनकम टैक्स. हुण मान लो तुसी एक आप इनकम खुद कमा रहे हो तो तुहाडे उपर टैक्स लगेगा वो इनकम टैक्स लगेगा ते ओनू आपां पर्सनल इनकम टैक्स कहने आ. पर्सनल इनकम टैक्स उतों ही आ रहा फोन. पर्सनल इनकम टैक्स मतलब सिंगल एक बंदे दा जिहड़ा होएगा इनकम टैक्स. अच्छा ये चलदा किवें, इनकम टैक्स एक्ट पास होया सी 1961 ਦੇ ਵਿੱਚ. डबल वॉइस आ रही है. ऊपर होर कौन है?
ऐदा करो यार क्लास उत्ते चलवाओ, मैं चलदा उत्ते स्विच कर दिए होर कर दो हैं स्टूडेंट बैठे ने किधर बैठे ने ऑनलाइन वाले उन्होंने मैं कह देना 2 मिनट रोके चल जी क्लास बोलो कर दो मैं उत्ते पहुंच जा ऑनलाइन वालों ਇਹਨਾਂ ਨੂੰ ਡਬਲ ਥੋੜੀ ਆ ਰਹੀ ਸੀ ਉਹਦਾ ਕਿਹਨਾਂ ਨੂੰ ਆ ਰਹੀ ਸੀ ਡਬਲ ਹੈਲੋ 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 ਸਹੀ ਆ ਰਹੀ ਹੈ ਹੈਲੋ ਬੋਲੇ ਤਾਂ हेलो 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 बोल तो रहा ओके चलो फिर ठीक है ओके था ओके तो सुन लोगे पर्सनल इनकम टैक्स केड़ा हो गया ਜਦੋਂ ਤੁਸੀਂ ਤੁਹਾਡੇ ਉੱਪਰ ਆਪਦੇ ਉੱਪਰ ਇੱਕ ਟੈਕਸ ਲੱਗੇਗਾ ਬੰਦੇ ਉੱਪਰ ਜਦੋਂ ਤੁਸੀਂ ਇਨਕਮ ਕਮਾ ਰਹੇ ਹੋ ਆਪਦੀ ਖੁਦ ਦੀ ਇਨਕਮ ਤਾਂ ਉਹਨੂੰ ਬੋਲਾਂਗੇ ਆਪਾਂ ਪਰਸਨਲ ਇਨਕਮ ਟੈਕਸ ਇਹ ਕਿੰਦੇ ਦੁਆਰਾ ਰੈਗੂਲੇਟ ਕੀਤਾ ਜਾਂਦਾ ਹੈ ਇਹ ਰੈਗੂਲੇਟ ਕੀਤਾ ਜਾਂਦਾ ਆਪਣਾ ਇਨਕਮ ਟੈਕਸ ਐਕਟ ਆਇਆ ਸੀ 1961 ਦੇ ਵਿੱਚ ਕਿਹੜੇ ਸਾਲ ਦੇ ਵਿੱਚ ਆਇਆ ਸੀ 1961 ਦੇ ਵਿੱਚ 1961 ਦੇ ਵਿੱਚ ਆਪਣੇ ਕੋਲੇ ਟੈਕਸ ਆਇਆ ਸੀ 1961 ਦੇ ਵਿੱਚ ਇਹਦੇ ਦੁਆਰਾ ਹੀ ਸਾਰੇ ਕਾਨੂੰਨ ਅੱਜ ਦੇ ਟਾਈਮ ਤੇ ਚੱਲ ਰਹੇ ਜਿਵੇਂ ਆਪਾਂ ਕਹਿੰਦੇ ਆਪਣੇ ਇੰਡੀਆ ਸਰਕਾਰ ਚੱਲ ਰਹੀ ਹੈ ਸੰਵਿਧਾਨ ਦੇ ਅਕੋਰਡਿੰਗ ਸੋ ਉਹ ਕਿਹੜੇ ਸਾਲ ਦੇ ਵਿੱਚ ਬਣਿਆ ਸੀ 1950 ਦੇ ਵਿੱਚ ਤੇ ਆਪਣੇ ਕੋਲ ਇਨਕਮ ਟੈਕਸ ਐਕਟ ਜਿਹੜਾ ਆਇਆ ਸੀ 1961 ਵਿੱਚ ਆਇਆ ਸੀ ਚੱਕ ਦਿਓ ਸਰ नहीं सर 11 बजे तक चलो आगे अपने को देखो एक किंदे ऊपर लगता है एक चीज समझना आराम ना मान लो हुण तुसी एट प्रेजेंट अपनी एक सैलरी कमा रहे हो तुसी एक सैलरी कमा रहे हो सैलरी तुहाडी जिहड़ी आ रही है वो आ रही है अपने कोल चलो ज्यादा नहीं देंदे तुहानू सैलरी आपां 70,000 दे दिंदे बस ज्यादा नहीं देंदे कहंदे इन्नी बहुत है सर 70,000 दे दो एक महीने दी 70,000 ਅਸੀਂ सैलरी कमा रहे हैं देन कर दिता होया रेंट ते सानू उथों रेंट आ रहा है की आ रहा है हाउस रेंट आ रहा है हाउस रेंट सर आ रहा है सानू 10,000 रुपए पर मंथ बस इन्ना को असी रेंट लेने ज्यादा असी लेंदे नहीं रेंट देन सर अदर सोर्सेस तो असी इधर उधरों पैसे कमा लेने असी सट्टे सुट्टे ला लेने लॉटरियां पा लेने सट्टा खेल लेने जिहड़ा लीगल हुंदा ओ वाला प्लस उहदे तो असी ज्यादा नहीं 2,20,000 रुपया असी उत्थों कमा लेने बस असी घरे बैठ के ट्यूशनां पढ़ा लेने शाम नूं असी जूस की रेहड़ी लगा लेने रात नूं असी आदा घूम फिर लेने पैसे उड़ा देने इन्ने पैसे तुहानूं इकट्ठे हो रहे 2,20,000 ते अपने कोल 10,000 ते 70,000 3 लाख रुपया तुहाडे कोल पर मंथ दा खत आ रहा है हुण होया की हुण होया तुसी एक अकाउंटेंट कोल गए हो कहंदा मैं तुसी ओनू कहा वीरे मैं 3 लाख महीने दा कमा रहा वो भी बोल गया कहंदा भाजी इत्थे ए जे किहड़ा काम तुसी करदे हो है ना हाँ कहंदे बहुत है कट कटा के ठीक है तो हुण की है अपने कोल 3 लाख रुपया तुहाडे कोल आ गया 3 लाख रुपए पर मंथ आ रहा है सो 3 लाख पर मंथ जिहड़ा तुहाडे कोल आ रहा है कि तुसी 3 लाख दे ऊपर टैक्स दोगे पहली गल तां टैक्स दा मतलब समझो इनकम टैक्स जिहड़ा हुंदा है वो अपने कोल कदों लगदा है ये अपने कोल ईयर एंडिंग ते लगदा है इनकम टैक्स अपने कोल ईयर एंडिंग ते लगदा है एंड ऑफ द ईयर एंड ऑफ ईयर एंड ईयर ते लगदा एक सेकंड वेट करना मैं देखा इहदे विच तुहानूं मैं वो चीज़ां ऐड कीतियां कि नहीं कीतियां चलो कोई गल नहीं तुहानूं समझा दूंगा मैं सारे दा सारा पहला समझ लेना तुसीं आराम नाल तुहानूं आ वाली पीडीएफ दे दांगा जिहड़ी मैं मार्क कीती होई है लिखिया होएगा ना आ वाली पीडीएफ मिल जाएगी हुण ईयर एंड दा मतलब हुंदा की है मान लो 2021 तो 22 हुण खत्म होया पिछे 2022 तो 23 हुण 2022 तो 23 खत्म होया की होया खत्म होया 2022 तो 23 सेम ही 2023 तो 24 स्टार्ट हो गया इहदा मतलब की 2022 तो 23 23 तो 24 एक फाइनैंशियल ईयर हुंदा अपने इंडिया दे विच एक फाइनैंशियल ईयर अपने पूरे फाइनैंशियल ईयर दे ऊपर टैक्स लगेगा ना तो अपने इंडिया दे विच एक फाइनैंशियल ईयर कदों तो स्टार्ट हुंदा है वो 1 अप्रैल तो स्टार्ट हुंदा है ते वो खत्म कदों हुंदा है 31 मार्च से खत्म हुंदा है दैट मींस ठेके तां ही टुटदे ने टुटदा मतलब लास्ट दिन है जिन्नी कमाई हुंदी है कर लो सस्ते रेटां ते बेच लो ठीक है 1 अप्रैल तो 31 मार्च तक चलदा है अच्छा हुण इहदा मतलब 2022 दी 1 अप्रैल तो तुसी पैसे कमाने स्टार्ट किते सी 2023 दी 31 मार्च तक दैट मींस 12 महीने तुसी पैसे कमांदे रहे 12 महीने पैसे कमांदे रहे एक महीने दा तुसी 3 लाख कमाया तो 12 महीने दा किन्ने लाख कमाया 36 लाख रुपया कमा लिया बस ऐदा करदे 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 तुसी 36 लाख पर मंथ छाप रहे हो जिंदे विचों तुसी खुला उड़ा रहे हो 6 लाख एक महीने दा 20,000 रोज दा है ना तो 6 लाख उड़ा रहे हो 30 लाख तुसी सेव कर रहे हो हर महीने तुसी नवी गड्डी ले रहे हो सो इस हिसाब नाल तुहाडा फ्यूचर जिहड़ा है सिक्योर है ना इन्ने पैसे तुसी कमा रहे हो पर की तुसी जिहड़ा आज 36 लाख कमाया ए 36 दे 36 लाख ऊपर टैक्स लगेगा नहीं जरूरी नहीं है तुसी भी सियाने हो तुसी कहोगे सरकार नूं मैं सारे ऊपर टैक्स क्यों देवां
ਤੁਸੀਂ ਨਹੀਂ ਦਿਓਗੇ, ਤੁਸੀਂ ਟੈਕਸ ਪੇ ਨਹੀਂ ਕਰੋਗੇ ਸਾਰੇ ਦੇ ਉੱਪਰ। ਕਈ ਤਾਂ ਕਹਿੰਦੇ ਸਰ ਸਾਨੂੰ ਕੈਸ਼ ਮਿਲ ਜਾਂਦਾ, ਅਸੀਂ ਤਾਂ 2 ਨੰਬਰ 'ਚ ਘਰੇ ਗੱਡੀਆਂ ਲਾ ਰੱਖੀਆਂ ਨੇ ਤਾਂ ਅਸੀਂ ਘਰ ਦੇ ਵਿੱਚ ਉਹਨੂੰ ਸੇਵ ਕਰਕੇ ਰੱਖ ਰਹੇ ਹਾਂ, ਅਲਮਾਰੀਆਂ ਭਰ ਰੱਖੀਆਂ, ਬਸ ਥੋੜੇ ਦਿਨ ਬਾਅਦ ਛਾਪਾ ਵੱਜੇਗਾ, ਮੇਰੇ ਵਰਗਾ ਬੰਦਾ ਆਏਗਾ ਉਹ ਤੋਂ ਪੈਸੇ ਕੱਢੇਗਾ, ਥੋੜੇ ਜਿਹੇ ਮੈਂ ਖੁਦ ਲਵਾਂਗਾ, ਥੋੜੇ ਜਿਹੇ ਮੈਂ ਸਰਕਾਰ ਨੂੰ ਦੇ ਦਾਂਗਾ, ਹੈ। ਸੋ 36 ਲੱਖ ਰੁਪਏ ਆਪਣੇ ਕੋਲ ਆਏਗਾ। 36 ਲੱਖ ਦੇ ਉੱਪਰ ਟੈਕਸ ਨਹੀਂ ਹੋਣਾ। ਕੀ ਹੁੰਦਾ ਹੈ, ਕਈ ਵਾਰੀ ਇਹ ਹੁੰਦਾ, ਮੰਨ ਲਓ ਤੁਸੀਂ ਜਿਹੜੇ ਇੱਥੋਂ ਪੈਸੇ ਕਮਾਏ ਨੇ, ਆਹ ਵਾਲੇ ਸਾਰੇ ਪੈਸੇ ਕਮਾਏ, ਜਿਵੇਂ ਹਾਊਸ ਰੈਂਟ ਹੈ, ਇਹ 10,000 ਪਰ ਮੰਥ ਕਮਾ ਰਹੇ ਹੋ, ਟੋਟਲ 1,20,000 ਰੁਪਇਆ ਸਾਲ ਦਾ ਤੁਸੀਂ ਇੱਥੋਂ ਲੈ ਰਹੇ ਹੋ। ਕਈ ਵਾਰੀ ਕੀ ਹੁੰਦਾ ਹੈ, ਹਾਊਸ ਰੈਂਟ ਦੇ ਉੱਤੇ ਛੂਟ ਹੈ। ਮੈਂ ਇੱਕ ਐਗਜ਼ਾਮਪਲ ਲੈ ਰਿਹਾ ਵੀ ਜਿੰਨੇ ਵੀ ਪੈਸੇ ਤੁਹਾਨੂੰ ਹਾਊਸ ਰੈਂਟ ਤੋਂ ਮਿਲਣਗੇ ਤੁਹਾਨੂੰ ਉਹਦੇ ਉੱਪਰ ਛੂਟ ਮਿਲ ਜਾਏਗੀ। ਕਈ ਵਾਰੀ ਏਦਾਂ ਹੁੰਦਾ। ਕਈ ਵਾਰੀ ਲਾਈਕ ਐਗਰੀਕਲਚਰ ਇਨਕਮ ਹੈ, ਐਗਰੀਕਲਚਰ ਇਨਕਮ ਤੁਸੀਂ ਜਿੰਨੀ ਮਰਜ਼ੀ ਕਮਾ ਲਓ, ਤੁਸੀਂ ਟੈਕਸ ਪੇ ਨਹੀਂ ਹੋ, ਟੈਕਸ ਪੇਅਰ ਨਹੀਂ ਹੋ ਤੁਸੀਂ। ਦੈਟ ਮੀਨਸ ਤੁਸੀਂ ਟੈਕਸ ਪੇ ਕਰਨ ਤੁਹਾਨੂੰ ਲੋੜ ਨਹੀਂ ਹੈ। ਤੁਸੀਂ ਇਹ ਸ਼ੋ ਕਰਤਾ ਜਿਹੜੀ ਅਦਰ ਸੋਰਸ 2,20,000 ਰੁਪਇਆ ਆ ਰਿਹਾ ਸੀ, ਉਹ 2,20,000 ਦੇ ਵਿੱਚੋਂ 2 ਲੱਖ ਰੁਪਇਆ ਜਿਹੜਾ ਸੀ ਨਾ, 2 ਲੱਖ ਰੁਪਇਆ ਉਹ ਤਾਂ ਮੇਰੀ ਪੰਜਾਬ ਦੇ ਵਿੱਚ ਰਹਿਣਾ ਐਗਰੀਕਲਚਰ ਇਨਕਮ ਹੈ। ਸਰਕਾਰ ਕਹੇਗੀ ਅੱਛਾ ਤੂੰ ਐਗਰੀਕਲਚਰ ਇਨਕਮ ਤਾਂ 2 ਲੱਖ ਪਰ ਮਹੀਨਾ ਕਮਾਈ ਨਾ, ਤਾਂ ਐਗਰੀਕਲਚਰ ਤਾਂ ਅਸੀਂ ਪ੍ਰਮੋਟ ਕਰਨੀ, ਸਰਕਾਰ ਕਹਿੰਦੇ। ਸੋ ਐਗਰੀਕਲਚਰ ਦੀ ਇਨਕਮ ਦੇ ਉੱਪਰ ਤੈਨੂੰ ਟੈਕਸ ਨਹੀਂ ਪਏਗਾ। ਕੀ ਨਹੀਂ ਪਏਗਾ? ਟੈਕਸ ਨਹੀਂ ਪਏਗਾ। 2 ਲੱਖ ਪਰ ਮੰਥ ਦਾ ਮਤਲਬ ਹੋ ਗਿਆ 12 ਮਹੀਨਿਆਂ ਦਾ 24 ਲੱਖ, ਤਾਂ 24 ਲੱਖ ਰੁਪਇਆ ਤੁਹਾਨੂੰ ਟੈਕਸ ਨਹੀਂ ਦੇਣਾ ਪਏਗਾ। 24 ਲੱਖ ਰੁਪਇਆ ਇਹ ਕੀ ਹੋ ਗਿਆ? ਇਹ ਐਗਜ਼ਮਟ ਹੋ ਗਿਆ। ਕੀ ਹੋ ਗਿਆ? ਐਗਜ਼ਮਟ ਹੋ ਗਿਆ। ਇੱਕ ਵਰਡ ਐਗਜ਼ੰਪਸ਼ਨ ਕਰਾਂਗੇ, ਇੱਕ ਵਰਡ ਡਿਡਕਸ਼ਨ ਕਰਾਂਗੇ। ਧਿਆਨ ਨਾਲ ਸੁਣ ਲੈਣਾ, ਆਪਣੇ ਕੋਲ ਐਗਜ਼ੰਪਸ਼ਨ ਤੇ ਡਿਡਕਸ਼ਨਸ ਦੋ ਚੀਜ਼ਾਂ ਹੁੰਦੀਆਂ ਨੇ। ਐਗਜ਼ੰਪਸ਼ਨ ਤੇ ਡਿਡਕਸ਼ਨ ਦੋ ਚੀਜ਼ਾਂ ਨੇ, ਕਿਹੜੀਆਂ ਕਿਹੜੀਆਂ? ਇੱਕ ਤਾਂ ਹੁੰਦਾ ਵੀ ਆਪਾਂ ਪੈਸੇ ਕਮਾਏ ਲੇਕਿਨ ਉਹਦੇ ਉੱਪਰ ਟੈਕਸ ਲੱਗਣਾ ਹੀ ਨਹੀਂ। ਇੱਕ ਹੁੰਦਾ ਆਪਾਂ ਕਿੱਧਰ ਇਨਵੈਸਟਮੈਂਟ ਕੀਤੀ, ਲਾਈਕ LIC। LIC ਤੁਸੀਂ ਪਤਾ ਕੀ ਕਹਿ ਰਹੇ ਹੋ? ਕਹਿੰਦੇ ਜਿਹੜਾ 2,20,000 ਮੈਂ ਕਮਾ ਰਿਹਾ ਸੀ ਨਾ, ਮੈਂ 20,000 ਪਰ ਮੰਥ 20,000 ਪਰ ਮੰਥ ਕੀ ਕਰ ਰਿਹਾ? LIC ਦੇ ਵਿੱਚ ਇਨਵੈਸਟਮੈਂਟ ਕਰ ਰਿਹਾ 20,000। ਜਗਦੀਸ਼ ਸਿੱਧੂ ਜੀ ਮਿਲੀ ਹੋਈ ਹੈ ਉਹਦੇ, ਚੈੱਕ ਕਰੋ। 20,000 ਪਰ ਮੰਥ ਕੀ ਕਰ ਰਿਹਾ ਮੈਂ? LIC ਇਨਵੈਸਟਮੈਂਟ ਕਰ ਰਿਹਾ। ਤਾਂ ਤੁਸੀਂ ਜਦੋਂ ਆਪਣੇ ਕੋਲ ਆਪਣੀ ਇਨਕਮ ਟੈਕਸ ਭਰਨ ਜਾਓਗੇ ਨਾ, ਸੋ ਇਨਕਮ ਟੈਕਸ ਜਦੋਂ ਭਰਨ ਜਾਓਗੇ ਤੁਹਾਨੂੰ ਐਸ ਦੀ ਡਿਡਕਸ਼ਨ ਮਿਲ ਜਾਏਗੀ ਵੀ ਹਾਂਜੀ ਤੁਸੀਂ ਯਾਰ ਉਧਰ ਪੈਸੇ ਲਾਏ ਆ, LIC ਵਾਲੇ ਜੋ ਬਾਅਦ ਚ ਟੈਕਸ ਕੱਟਣਗੇ, ਹੁਣ ਦੁਬਾਰਾ ਟੈਕਸ ਕਿਉਂ ਕਟਾਵਾਂਗੇ? ਪਹਿਲਾਂ ਹੁਣ ਵੀ ਕਟਾਈਏ ਟੈਕਸ, LIC ਨੂੰ ਕਟਾਈਏ, ਇੱਕ ਵਾਰੀ ਹੋਏਗਾ। ਤਾਂ ਕੁਝ ਚੀਜ਼ਾਂ ਤੁਹਾਨੂੰ ਡਿਡਕਸ਼ਨਸ ਦੇ ਵਿੱਚ ਮਾਈਨਸ ਹੋ ਜਾਣਗੀਆਂ, ਲਾਈਕ 20,000 ਪਰ ਮੰਥ ਦਾ ਮਤਲਬ 2,40,000 ਆਪਣੇ ਕੋਲ ਹੋ ਗਿਆ। 2,40,000 ਤੇ 24 ਲੱਖ, ਦੈਟ ਮੀਨਸ 26,40,000 ਤੁਹਾਨੂੰ ਟੈਕਸ ਦੇਣ ਦੀ ਲੋੜ ਨਹੀਂ ਹੈ। 26,40,000 ਟੈਕਸ ਦੇਣ ਦੀ ਲੋੜ ਨਹੀਂ ਹੈ। ਦੈਟ ਮੀਨਸ ਆਹ ਵਾਲਾ ਸਾਰਾ ਤਾਂ ਹੋ ਗਿਆ ਸੇਵ। ਬਾਕੀ ਰਹਿ ਗਿਆ 70,000 ਤੇ 10,000, 80,000 ਪਰ ਮੰਥ, ਬਸ ਇੰਨਾ ਕਿ ਰਹਿ ਗਿਆ। ਤਾਂ ਇਹਦਾ ਮਤਲਬ ਆਪਣੇ ਕੋਲ ਹੁਣ 12 8 96 9,60,000 ਰਹਿ ਗਿਆ। ਤੁਹਾਨੂੰ ਟੈਕਸ ਜਿਹੜਾ ਭਰਨਾ ਪਏਗਾ 9,60,000 ਤੇ ਭਰਨਾ ਪਏਗਾ। ਸਿੰਪਲ ਭਾਸ਼ਾ ਦੇ ਵਿੱਚ ਤੁਹਾਨੂੰ ਮੈਂ ਇਹ ਕਹਾਂ, ਜਿੰਨੀ ਤੁਸੀਂ ਟੋਟਲ ਇਨਕਮ ਕਮਾਈ ਸੀ, ਕੀ ਕਹਿ ਰਿਹਾ? ਜਿੰਨੀ ਤੁਸੀਂ ਟੋਟਲ ਇਨਕਮ ਕਮਾਈ ਸੀ ਉਹਨੂੰ ਬੋਲਾਂਗੇ ਗ੍ਰੋਸ ਟੋਟਲ ਇਨਕਮ। ਕੀ ਬੋਲਾਂਗੇ? ਗ੍ਰੋਸ ਟੋਟਲ ਇਨਕਮ। ਜਿੰਨੀ ਤੁਸੀਂ ਗ੍ਰੋਸ ਟੋਟਲ ਇਨਕਮ ਕਮਾਈ ਸੀ ਉਹਦੇ ਵਿੱਚੋਂ ਆਪਾਂ ਮਾਈਨਸ ਕਰ ਦਾਂਗੇ ਇਹ ਜਿਹੀਆਂ ਚੀਜ਼ਾਂ ਜਿੰਦੇ ਤੋਂ ਆਪਾਂ ਨੂੰ ਟੈਕਸ ਬਚੇਗਾ ਜਾਂ ਟੈਕਸ ਭਰਨਾ ਨਹੀਂ ਪਏਗਾ। ਜਿਹਨੂੰ ਆਪਾਂ ਬੋਲ ਕੀ ਦਿੰਦੇ ਆ? ਇੱਕ ਬੋਲ ਦਿੰਦੇ ਆ ਐਗਜ਼ੰਪਸ਼ਨਸ। ਕੁਝ ਚੀਜ਼ਾਂ ਐਗਜ਼ੰਪਟ ਹੁੰਦੀਆਂ ਜਿਨ੍ਹਾਂ ਉੱਪਰ ਟੈਕਸ ਲੱਗਦਾ ਹੀ ਨਹੀਂ ਹੈ, ਕੁਝ ਇਨਕਮਸ, ਤੇ ਕੁਝ ਆਪਾਂ ਬੋਲ ਦਿੰਦੇ ਆ ਡਿਡਕਸ਼ਨਸ। ਕੀ ਬੋਲ ਦਿੰਦੇ ਆ? ਡਿਡਕਸ਼ਨਸ। ਸੋ ਐਗਜ਼ੰਪਸ਼ਨਸ ਤੇ ਡਿਡਕਸ਼ਨਸ ਨੂੰ ਜਦੋਂ ਮਾਈਨਸ ਕਰੋਗੇ ਤਾਂ ਜਿਹੜੀ ਤੁਹਾਡੇ ਕੋਲ ਇਨਕਮ ਆਏਗੀ ਉਹ ਟੈਕਸ ਉਹ ਵਾਲੀ ਇਨਕਮ ਦੇ ਉੱਪਰ ਲੱਗੇਗਾ, ਦੈਟ ਇਜ਼ ਅ ਟੈਕਸੇਬਲ ਇਨਕਮ। ਉਹਨੂੰ ਬੋਲਾਂਗੇ ਟੈਕਸੇਬਲ ਇਨਕਮ। ਪਹਿਲਾਂ ਮੈਨੂੰ ਜਲਦੀ ਤੋਂ ਜਲਦੀ ਦੱਸੋ ਕਿ ਇਹ ਪੁਆਇੰਟ ਸਭ ਨੂੰ ਸਮਝ ਆਇਆ ਕਿ ਨਹੀਂ ਆਇਆ? ਸੇ ਯੈਸ ਔਰ ਨੋ। ਇਹ ਪੁਆਇੰਟ ਸਭ ਨੂੰ ਸਮਝ ਆ ਗਿਆ ਕਿ ਨਹੀਂ ਆਇਆ? ਮੈਨੂੰ ਜਲਦੀ ਤੋਂ ਜਲਦੀ ਕਮੈਂਟ ਕਰਕੇ ਦੱਸੋਗੇ ਤੁਸੀਂ ਕਿ ਹਾਂਜੀ ਸਰ ਸਮਝ ਆਇਆ ਜਾਂ ਨਹੀਂ ਆਇਆ। ਮੈਂ ਤੁਹਾਨੂੰ ਇਨਕਮ ਟੈਕਸ ਚੰਗੀ ਤਰ੍ਹਾਂ ਪੜ੍ਹਾਦਾ ਪਹਿਲਾਂ ਤਾਂ। ਅੱਜ ਦਾ ਪਹਿਲਾ ਆਹ ਵਾਲਾ ਟੌਪਿਕ ਨਾ ਮੈਂ ਇਨਕਮ ਟੈਕਸ ਦੇ ਉੱਪਰ ਹੀ ਰੱਖਦਾ ਪਹਿਲਾਂ ਪੂਰਾ ਡਿਟੇਲ ਦੇ ਵਿੱਚ, ਫਿਰ ਤੁਹਾਨੂੰ ਤੁਸੀਂ ਕਹੋਗੇ ਸਰ ਇਨਕਮ ਟੈਕਸ ਅੱਧਾ ਪੜਾਇਆ, ਹਜੇ ਪੂਰਾ ਨਹੀਂ ਹੋਇਆ ਆਪਣਾ। ਇਨਕਮ ਟੈਕਸ ਸਮਝ ਆਇਆ ਦਾ ਮੀਨਿੰਗ ਕਿ ਨਹੀਂ ਆਇਆ? ਮੈਨੂੰ ਕਮੈਂਟ ਕਰਕੇ ਸਾਰੇ ਜਣੇ ਦੱਸੋਗੇ ਹੁਣੇ ਦੀ ਹੁਣੇ। ਓਕੇ ਜੀ, ਆ ਗਿਆ ਜੀ, ਪ੍ਰੋਪਰ ਆ ਗਿਆ। ਜਗਦੀਸ਼ ਸਿੱਧੂ ਤੁਹਾਡੇ ਉਹ ਟੌਪਿਕ ਅਪਲੋਡ ਹੋ ਚੁੱਕੇ ਨੇ ਆਈ ਥਿੰਕ ਸੋ। ਇੱਕ ਅੱਧਾ ਪੁਆਇੰਟ ਵਿੱਚ ਡੈਮਸ ਡੂਮਸ ਰਹਿੰਦੇ ਸੀ ਤੇ ਉਹ ਮੈਂ ਫਿਰ ਵੀ ਕਰਵਾ ਦਿੰਦਾ, ਵੈਸੇ ਉਹ ਅਪਲੋਡ ਹੋ ਚੁੱਕੇ ਆ। ਸੋ ਇਨਕਮ ਟੈਕਸ ਦਾ ਪੁਆਇੰਟ ਉਮੀਦ ਹੈ ਸਭ ਨੂੰ ਸਮਝ ਆ ਗਿਆ। ਵਟ ਇਜ਼ ਦ ਮੀਨਿੰਗ ਆਫ ਇਨਕਮ ਟੈਕਸ ਜਾਂ ਕੁਝ ਵੀ ਹੈ। ਆ ਦੇਖਿਓ ਜਸ ਇਨਕਮ ਟੈਕਸ ਸਮਝ ਆ ਗਿਆ ਹੋਏਗਾ। ਹੁਣ ਇਨਕਮ ਟੈਕਸ ਨੂੰ ਥੋੜਾ ਜਿਹਾ ਮੈਂ ਡੈਪਥ ਵਿੱਚ ਹੋਰ ਲੈ ਕੇ ਜਾ ਰਿਹਾ, ਠੀਕ ਹੈ? ਥੋੜਾ ਜਿਹਾ ਡੈਪਥ ਵਿੱਚ ਹੋਰ ਲੈ ਕੇ ਜਾਣਾ ਇਨਕਮ ਟੈਕਸ। ਇਹ ਸਾਰਾ ਓਕੇ। ਸੋ ਜਿਨ੍ਹਾਂ ਨੇ ਵੀ ਪੁੱਛਿਆ ਮੈਂ ਉਹਨਾਂ ਨੂੰ ਦੱਸ ਦਿੰਦਾ,
ਵੇ GST ਦਾ GST कह रहा ग्रोस टोटल इनकम की हुंदी है पहला तो यही सुनना हुण चलो पूरा डेप्थ विच दस देना तुहानूं मैं आराम नाल सुनदे रहना आराम नाल हौसला रखो जिन्हां ने भी पूछे हाँ लो तुसी एक पर्सन हो तुसी की कीता तुसी एक साल जिन्हों की कहांगे एक फाइनैशियल ईयर उम्मीद है समझ आई होनी अपना जिहड़ा वित्ती साल हुंदा है फाइनैशियल ईयर हुंदा है वो किहड़ा हुंदा है फाइनैशियल ईयर का मतलब अपने कोल की हैगा 1 अप्रैल तो लाके 1 अप्रैल मान लो हुण 2023 चल रहा है 2023 चल रहा है अगे 2024 आएगा तो 1 अप्रैल 2023 तो लाके 31 मार्च 2024 तक ये पूरे साल नूं फाइनैशियल ईयर कहने तुसी की किधरों दी पैसे कमा रहे सी किसी भी तरीके नाल पैसे कमा रहे सी किसी भी तरीके नाल एक सेकंड वेट करो यार किसी भी तरीके नाल पैसे कमा रहे सी मान लो तुसी हुण किसी पासे एक जॉब कर रहे हो तुसी सैलरी कमा रहे हो सैलरी अर्न कर रहे हो दैट मीनस वो भी तुहाडी इनकम है दूजी एग्जांपल तुहानूं मैं रही दूजी एग्जांपल अपने कोल की लई जे मान लो तुहाडा घर पिया सी या प्रॉपर्टी पई सी ਉਹ प्रॉपर्टी ਜਿਹੜੀ ਹੈਗੀ ਹੈ ਉਥੋਂ ਤੁਸੀਂ ਦੇੜੀ ਰੈਂਟ ਤੇ ਉਹ ਤੁਸੀਂ ਦੇਤੀ ਰੈਂਟ ਤੇ ਹੁਣ ਜਿਹੜੀ ਰੈਂਟ ਤੇ ਦੇਤੀ ਪ੍ਰੋਪਰਟੀ ਉਹ ਪ੍ਰੋਪਰਟੀ ਜਿਹੜੀ ਰੈਂਟ ਤੇ ਦਿੱਤੀ ਆਪਾਂ ਉਹਦੇ ਤੋਂ ਵੀ ਆਪਾਂ ਨੂੰ ਰੈਂਟ ਮਿਲ ਰਿਹਾ ਦੈਟ ਮੀਨਸ ਉਹ ਤੁਹਾਡੀ ਇਨਕਮ ਹੀ ਹੈਗੀ ਹੈ ਜਾਂ ਤਾਂ ਤੁਸੀਂ ਸੈਲਰੀ ਕਮਾ ਰਹੇ ਹੋ ਜਾਂ ਤੁਸੀਂ ਪ੍ਰੋਪਰਟੀ ਰੈਂਟ ਤੇ ਦੇਤੀ ਆਪਣੇ ਬਿਜ਼ਨਸ ਚਲਾ ਰਹੇ ਹੋ ਨਾਲ ਆਪਦਾ ਬਿਜ਼ਨਸ ਵੀ ਖੋਲਿਆ ਹੋਇਆ ਹੈ ਮੈਂ ਕਹਿ ਰਿਹਾ ਤੁਸੀਂ ਸਵੇਰ ਤੋਂ ਲਾ ਕੇ 9 ਤੋਂ 5 ਲੱਗ ਕੇ 9 ਤੋਂ 5 ਆਪਣੀ ਤੁਸੀਂ ਇੱਕ ਜੌਬ ਕਰ ਰਹੇ ਹੋ ਉਹ ਜੌਬ ਤੋਂ ਤੁਸੀਂ ਸੈਲਰੀ ਕਮਾ ਰਹੇ ਹੋ ਪਲੱਸ ਨਾਲ ਆਪਣੇ ਕੋਲ ਇੱਕ ਹਾਊਸ ਰੈਂਟ ਆ ਰਿਹਾ ਹੈ ਇਹਦੇ ਤੁਹਾਨੂੰ ਇੱਕ ਮਿਹਨਤ ਕਰਨ ਦੀ ਲੋੜ ਨਹੀਂ ਹੈ ਤੁਸੀਂ ਘਰ ਲੈ ਕੇ ਛੱਡਿਆ ਹੋਇਆ ਹੈ ਬਹੁਤ ਅਮੀਰ ਹੋ 5 ਤੋਂ ਲੱਗ ਕੇ ਆਪਣੇ ਕੋਲ 7 ਤੱਕ 2 ਘੰਟੇ ਤੁਸੀਂ ਆਪਦਾ ਬਿਜ਼ਨਸ ਚਲਾਉਂਦੇ ਹੋ ਸਿਰਫ 2 ਘੰਟੇ ਚਲਾਉਂਦੇ ਹੋ ਜ਼ਿਆਦਾ ਟਾਈਮ ਨਹੀਂ ਚਲਾਉਂਦੇ ਸ਼ਾਮ ਨੂੰ ਤੁਸੀਂ ਕੀ ਕਰਦੇ ਹੋ 5 ਤੋਂ 7 ਤੁਹਾਨੂੰ ਪਤਾ ਹੈ ਜਿਹੜੇ ਜੋਬ ਵਾਲੇ ਪਰਸਨ ਨੇ ਉਹ ਫ੍ਰੀ ਹੋ ਕੇ ਜਾਂਦੇ ਤੁਸੀਂ ਉਹਨਾਂ ਵਾਸਤੇ ਇੱਕ ਸਪੈਸ਼ਲ ਗੰਨੇ ਦੇ ਜੂਸ ਰੇੜੀ ਲਗਾ ਲੈਂਦੇ ਹੋ ਬਾਹਰ ਨਿਕਲਦੇ ਆ ਨਾਲ ਹੀ ਆਪਣੀ ਜਿੱਥੇ ਜੋਬ ਕਰਦੇ ਹੋ ਉੱਥੇ ਸੋ ਸਾਰੇ EMPLOYEES ਤੁਹਾਡੇ ਕੋਲ ਜੂਸ ਪੀਣ ਰੋਜ਼ ਆਉਂਦੇ ਨਾਲ ਸੁੱਟਾ ਲਾ ਲੈਂਦੇ ਥੋੜਾ ਨਾ ਸੋ 5 ਤੋਂ 7 ਤੁਸੀਂ ਉਹ ਕੰਮ ਕਰ ਰਹੇ ਹੋ ਦੈਟ ਮੀਨਸ ਤੁਹਾਨੂੰ ਬਿਜ਼ਨਸ ਤੋਂ ਵੀ ਇਨਕਮ ਹੋ ਰਹੀ ਹੈ ਬਹੁਤ ਸਮਾਰਟ ਹੋ ਤੁਸੀਂ ਪ੍ਰੋਪਰਟੀ ਰੈਂਟ ਦਾ ਚੱਲ ਰਹੀ ਹੈ ਨਾਲ ਦੀ ਨਾਲ ਅੱਛਾ ਲੌਂਗ ਟਰਮ ਐਂਡ ਸ਼ਾਰਟ ਟਰਮ ਕੈਪੀਟਲ ਗੇਨ ਹੁਣ ਹੁੰਦਾ ਕੀ ਹੈ ਤੁਸੀਂ ਕੀ ਕੀਤਾ ਜਿਵੇਂ ਮੰਨ ਲਓ ਪ੍ਰੋਪਰਟੀ ਲੈ ਕੇ ਰੱਖੀ ਹੋਈ ਸੀ ਤੁਸੀਂ ਐਦਾਂ ਹੀ ਇੱਕ ਛੋਟੀ ਜੀ ਪ੍ਰੋਪਰਟੀ 5-7 ਜਗ੍ਹਾ ਤੇ ਛੋਟੀ ਪ੍ਰੋਪਰਟੀ ਲੈ ਕੇ ਰੱਖੀ ਤੁਸੀਂ ਅਮੀਰ ਹੀ ਬਹੁਤ ਹੋ ਯਾਰ ਐਨੀ ਕਮਾਈ ਤੁਸੀਂ ਕਰ ਲਈ ਹੁਣ ਤੁਸੀਂ ਕੀ ਕੀਤਾ ਇੱਕ ਪ੍ਰੋਪਰਟੀ ਹੈ ਜੀ ਹੋਈ ਲਈ ਨਾਲ ਦੀ ਨਾਲ 2 ਮਹੀਨੇ ਬਾਅਦ 3 ਮਹੀਨੇ ਬਾਅਦ ਜਾਂ 1 ਮਹੀਨੇ ਬਾਅਦ ਵੇਚਤੀ ਜਾਂ ਇੱਕ ਪ੍ਰੋਪਰਟੀ ਹੈ ਜੋ ਜਿੱਥੇ ਤੁਸੀਂ ਇਨਵੈਸਟਮੈਂਟ ਕੀਤੀ ਹੋਈ ਹੈ ਲਾਈਕ ਤੁਸੀਂ ਸ਼ੇਅਰ ਖਰੀਦੇ ਹੋਏ ਸਾਲ ਵਾਸਤੇ 3 ਸਾਲ ਵਾਸਤੇ 5 ਸਾਲ ਵਾਸਤੇ 5 ਸਾਲ ਬਾਅਦ ਤੁਹਾਨੂੰ ਜਿਹੜਾ ਪ੍ਰੋਫਿਟ ਹੋਇਆ ਤਾਂ ਉਹ ਵੀ ਤੁਹਾਡੀ ਇੱਕ ਤਰ੍ਹਾਂ ਦੀ ਇਨਕਮ ਹੀ ਹੈ ਤਾਂ ਇਹਦਾ ਮਤਲਬ ਲੌਂਗ ਟਰਮ ਤੇ ਸ਼ਾਰਟ ਟਰਮ ਲੌਂਗ ਟਰਮ ਤੇ ਸ਼ਾਰਟ ਟਰਮ ਲੰਬੇ ਸਮਾਂ ਲਈ ਤੇ ਛੋਟੇ ਸਮਾਂ ਲਈ ਕੁਝ ਵੀ ਕੈਪੀਟਲ ਗੇਨ ਹੋ ਸਕਦਾ ਹੈ ਕੈਪੀਟਲ ਗੇਨ ਦਾ ਮਤਲਬ ਹੁੰਦਾ ਪੂੰਜੀ ਵਿੱਚ ਵਾਧਾ ਹੋਣਾ ਤੁਹਾਡੀ ਜਿਹੜੀ ਪੂੰਜੀ ਹੈ ਇਨਵੈਸਟਮੈਂਟ ਹੈਗੀ ਹੈ ਤੁਹਾਡੀ ਉਹਦੇ ਵਿੱਚ ਵਾਧਾ ਹੋਣਾ ਲਾਈਕ ਅਗਰ ਮੈਂ ਤੁਹਾਨੂੰ ਇਹ ਕਹਾਂ ਤੁਸੀਂ ਜ਼ਮੀਨ ਖਰੀਦੀ ਹੋਈ ਸੀ ਤੁਹਾਡੀ ਪੂੰਜੀ ਹੈ ਨਾ ਉਹਦੇ ਵਿੱਚ ਵਾਧਾ ਹੋਣਾ ਉਹ ਵੀ ਤਾਂ ਇੱਕ ਇਨਕਮ ਹੈ ਨਾ ਮੰਨ ਲਓ ਤੁਸੀਂ 1 ਅਪ੍ਰੈਲ ਨੂੰ ਆਦਾ ਜੋਬ ਸਟਾਰਟ ਕੀਤੀ 1 ਅਪ੍ਰੈਲ ਨੂੰ ਤੁਹਾਡਾ ਬਿਜ਼ਨਸ ਵੀ ਚੱਲ ਰਿਹਾ 1 ਅਪ੍ਰੈਲ ਨੂੰ ਤੁਹਾਡੇ ਕੋਲ ਪ੍ਰੋਪਰਟੀ ਰੈਂਟ ਵੀ ਆ ਰਿਹਾ ਹੈ 1 ਅਪ੍ਰੈਲ ਤੋਂ ਬਾਅਦ ਤੁਸੀਂ ਆ ਪੂਰੇ ਸਾਲ ਦੇ ਵਿੱਚ ਸ਼ਾਰਟ ਟਰਮ ਜਾਂ ਲੌਂਗ ਟਰਮ ਪੈਸੇ ਵੀ ਕਮਾ ਰਹੇ ਹੋ ਇਨਵੈਸਟਮੈਂਟ ਕਰਕੇ ਚੌਥੀ ਪੰਜਵੀਂ ਚੀਜ਼ ਤੁਸੀਂ ਨਾਲ ਕੀ ਕਰ ਰਹੇ ਹੋ ਤੁਸੀਂ ਨਾਲ ਜਿਹੜੀਆਂ ਹੋਰਸ ਰੇਸਿਸ ਹੁੰਦੀਆਂ ਨੇ ਹੋਰਸ ਰੇਸਿਸ ਘੋੜਿਆਂ ਦੀ ਰੇਸ ਦੇ ਉੱਪਰ ਪੈਸੇ ਵੀ ਲਗਾ ਰਹੇ ਹੋ ਮਤਲਬ ਸੱਟਾ ਖੇਲ ਰਹੇ ਹੋ ਜਾਂ ਤੁਸੀਂ ਕੀ ਕਰ ਰਹੇ ਹੋ ਨਾਲ ਆਪਣੇ 7 ਵਜੇ ਵਿਹਲੇ ਹੋ ਜਾਂਦੇ ਹੋ 7 ਨੂੰ ਰੋਟੀ ਖਾ ਕੇ 9 ਤੋਂ 11 ਜਿਹੜੀਆਂ ਹੈਗੀਆਂ ਤੁਸੀਂ ਟਿਊਸ਼ਨਸ ਪੜ੍ਹਾਉਂਦੇ ਹੋ ਆਨਲਾਈਨ ਕਲਾਸਿਸ ਲਗਾਉਂਦੇ ਹੋ ਇੱਥੋਂ ਵੀ ਤੁਹਾਡੇ ਕੋਲ ਪੈਸੇ ਆ ਰਹੇ ਨੇ ਜਾਂ ਫਿਰ ਉਹਦੇ ਤੋਂ ਬਾਅਦ ਵੀ ਤੁਸੀਂ ਕੀ ਇੱਕ ਤਰ੍ਹਾਂ ਦੀ ਲੋਟਰੀ ਪਾ ਲਈ ਤਾਂ ਬਾਬੇ ਨੇ ਮਿਹਰ ਕਰਤੀ ਤੁਹਾਡੀ 100 ਰੁਪਏ ਦੀ ਲੋਟਰੀ ਨਿਕਲ ਗਈ ਹਨਾ ਜ਼ਿਆਦਾ ਨਹੀਂ ਕੱਢਦੇ ਆਪਾਂ 100 ਰੁਪਏ ਦੀ ਲੋਟਰੀ ਨਿਕਲ ਗਈ ਦੈਟ ਮੀਨਸ ਇੱਥੇ ਕੀ ਹੈ ਇਹ ਸਾਰੇ ਦਾ ਸਾਰਾ ਆਪਣੀ ਇਨਕਮ ਨੂੰ ਬੋਲਦੇ ਆ ਇਹਨੂੰ ਕੀ ਬੋਲਦੇ ਆਪਾਂ ਸਾਰੀ ਇਨਕਮ ਅੱਡ ਜਗ੍ਹਾ ਤੋਂ ਪੈਸੇ ਕਮਾਏ ਤੁਸੀਂ ਉਹ ਤੁਹਾਡੀ ਇਨਕਮ ਹੋਗੀ ਕਿਹੜੇ ਸਾਲ ਦੇ ਵਿੱਚ ਕਮਾਏ ਪੂਰੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਮਾਏ ਤਾਂ ਆਹ ਵਾਲੀ ਸਾਰੀ ਇਨਕਮ ਨੂੰ ਆਪਾਂ ਕੀ ਕਹਿ ਦਾਂਗੇ ਟੋਟਲ ਇਨਕਮ ਕੀ ਕਹਿ ਦਾਂਗੇ ਗ੍ਰੋਸ ਟੋਟਲ ਇਨਕਮ ਕੀ ਬੋਲ ਦਾਂਗੇ ਜੀ ਗ੍ਰੋਸ ਟੋਟਲ ਇਨਕਮ ਬੋਲ ਦਾਂਗੇ ਗ੍ਰੋਸ ਟੋਟਲ ਇਨਕਮ ਬੋਲ ਦਾਂਗੇ ਹੁਣ ਗ੍ਰੋਸ ਟੋਟਲ ਇਨਕਮ ਆਪਾਂ ਨੂੰ ਕੀ ਸਮਝਾ ਰਿਹਾ ਹੈ ਗ੍ਰੋਸ ਟੋਟਲ ਇਨਕਮ ਆਪਾਂ ਨੇ ਸਮਝਾ ਰਿਹਾ ਅੱਡ ਜਗ੍ਹਾ ਤੋਂ ਜਿੰਨੇ ਵੀ ਤੁਸੀਂ ਪੈਸੇ ਕਮਾਣੇ ਸੀ ਜਿੰਨੇ ਵੀ ਤੁਸੀਂ ਹਾਂ ਕਹਿੰਦੇ ਗੋਲਗੱਪੇ ਰੇਹੜੀ ਲਗਾਉਂਦੇ ਨੇ ਅਵਤਾਰ ਤਾਂ ਕਹਿ ਰਹੇ ਕਹਿੰਦੇ ਮੈਨੂੰ ਪਤਾ ਵੀ ਗੋਲਗੱਪੇ ਰੇਹੜੀ ਲਗਾਵਾਂ ਤੇ ਕੁੜੀਆਂ ਆਣਗੀਆਂ ਤੇ ਫਿਰ ਮੈਂ ਉਹਨਾਂ ਨੂੰ ਛੇੜੂੰਗਾ ਤੇ ਫਿਰ ਮੇਰੇ ਪੈਣਗੀਆਂ ਹਨਾ ਅਵਤਾਰ ਸੋ ਹੁਣ ਆਪਣੇ ਕੋਲ ਇਸ ਤਰੀਕੇ ਨਾਲ ਤੁਸੀਂ ਪੈਸੇ ਕਮਾ ਸਕਦੇ ਹੋ ਇਹ ਸਾਰੇ ਰਸਤੇ ਨੇ ਹੁਣ ਤੁਸੀਂ ਜਦੋਂ ਇੱਕ ਐਂਡ ਦੇ ਗਏ ਅਕਾਊਂਟੈਂਟ ਕੋਲ ਕੀ ਕਰਨ ਜਾਵਾਂਗੇ ਅਕਾਊਂਟੈਂਟ ਕੋਲ ਜਾਵਾਂਗੇ ITR ਭਰਨ ਵਾਸਤੇ ਕੀ ਭਰਨ ਵਾਸਤੇ ITR ਸਰ ਸਾਨੂੰ ਪਤਾ ਹੀ ਨਹੀਂ ITR ਕੀ ਹੁੰਦੀ ਹੈ ITR ਹੁੰਦੀ ਹੈ ਇਨਕਮ ਟੈਕਸ ਰਿਟਰਨ ਕੀ ਹੁੰਦੀ ਹੈ ਇਨਕਮ ਟੈਕਸ ਰਿਟਰਨ ਹੁਣ ਜਦੋਂ ਤੁਸੀਂ ਇਨਕਮ ਟੈਕਸ ਰਿਟਰਨ ਭਰਨ ਜਾਓਗੇ ਉਸ ਮੁੱਦੇ ਤੇ ਉਸ ਪੁਆਇੰਟ ਤੇ ਤੁਹਾਨੂੰ ਦੱਸਣਾ ਪਏਗਾ
ਇਨਕਮ ਟੈਕਸ ਰਿਟਰਨ ਦਾ ਮਤਲਬ ਕੀ ਹੁੰਦਾ, ਤੁਹਾਨੂੰ ਸ਼ੋ ਕਰਨਾ ਪਏਗਾ ਸਰਕਾਰ ਨੂੰ ਇੱਕ ਪੇਪਰ ਦੇ ਉੱਤੇ ਮੈਂ ਇੰਨੇ ਪੈਸੇ ਕਮਾਏ ਸੀ ਆਹ ਵਾਲੀ ਜਗ੍ਹਾ ਤੋਂ। ਸੋ ਇਹਨੂੰ ਬੋਲਦੇ ਆ ITR, ਇਨਕਮ ਟੈਕਸ ਰਿਟਰਨ। ਹੁਣ ਇਨਕਮ ਟੈਕਸ ਰਿਟਰਨ ਹੈ, ਤੁਸੀਂ ਦੱਸੋਗੇ ਕਿ ਸਰਕਾਰ ਨੂੰ ਮੈਂ ਆਹ ਸਾਰੀ ਜਗ੍ਹਾ ਤੋਂ ਮਿਲ ਕੇ ਮੈਂ ਪੂਰੇ ਮਹੀਨੇ ਦੇ ਵਿੱਚ 3 ਲੱਖ ਰੁਪਇਆ ਛਾਪ ਲਿਆ। ਮੈਂ ਕਹਿੰਦਾ ਮੈਂ ਪੂਰੀ ਮਿਹਨਤ ਕਰ ਰਿਹਾ, ਸੋ ਪੂਰੇ ਸਾਲ ਦੇ ਵਿੱਚ ਮੈਂ ਕੀ ਕੀਤਾ ਹੈ 3 ਲੱਖ ਚਲਾ ਲਿਆ। ਸਰ ਇਹ ਪੈਨ ਵਾਰ-ਵਾਰ ਰੁਕ ਰਿਹਾ, ਕੋ ਹੈਂਗ ਹੋ ਰਿਹਾ ਹੈ, 10 ਵਾਰੀ ਹੈਂਗ ਹੋ ਗਿਆ ਹੈ। 3 ਲੱਖ ਰੁਪਇਆ ਛਾਪ ਲਿਆ ਆਪਾਂ ਪੂਰੇ ਸਾਲ ਦੇ ਵਿੱਚ, ਕਹਿੰਦੇ ਪੂਰੇ ਸਾਲ 3 ਲੱਖ ਰੁਪਇਆ ਛਾਪ ਲਿਆ। ਕੀ ਸਰਕਾਰ ਮੈਨੂੰ 3 ਲੱਖ ਮਹੀਨੇ ਦੇ ਉੱਤੇ, ਉਹ ਸਾਲ ਕਹਿ ਰਿਹਾ ਪੂਰੇ ਮਹੀਨੇ 'ਚ, ਤਾਂ ਕੀ ਸਰਕਾਰ ਮੈਨੂੰ ਪੂਰੇ ਦੇ ਪੂਰੇ ਸਾਲ 36 ਲੱਖ ਰੁਪਇਆ ਜਿਹੜਾ ਮੈਂ ਛਾਪਿਆ ਉਹਦੇ ਉੱਪਰ ਟੈਕਸ ਦੇਣਾ ਪਏਗਾ? ਜ਼ਰੂਰੀ ਨਹੀਂ ਹੁੰਦਾ, ਜ਼ਰੂਰੀ ਨਹੀਂ ਹੁੰਦਾ। ਤਾਂ ਆਹ ਚੀਜ਼ਾਂ ਜਿੱਥੋਂ ਤੁਸੀਂ ਪੈਸਾ ਕਮਾਇਆ ਉਹਦੇ ਦਾ ਪੈਸਾ ਕਿੱਥੇ ਲਗਾ ਰਹੇ ਹੋ, ਕਿੱਥੇ ਲਗਾ ਰਹੇ ਹੋ, ਉਹ ਵੀ ਮੈਟਰ ਕਰਦਾ ਵੀ ਉਹ ਤੁਹਾਨੂੰ ਟੈਕਸ ਪੇ ਤੋਂ ਬਚਾਉਣਗੀਆਂ ਕਿ ਨਹੀਂ ਬਚਾਉਣਗੀਆਂ। ਤੁਹਾਨੂੰ ਦੇਖਿਆ ਹੋਵੇਗਾ ਕਿ ਜਗ੍ਹਾ ਤੁਸੀਂ ਬੈਂਕ ਦੇ ਵਿੱਚ ਕੰਮ ਕਰਦੇ ਹੋ ਜਾਂ ਤੁਹਾਨੂੰ ਬੈਂਕ ਵਾਲੇ ਦਾ ਫੋਨ ਆਇਆ ਹੋਇਆ ਵੀ ਹਾਂਜੀ ਤੁਸੀਂ ਆਹ ਵਾਲੀ ਜਗ੍ਹਾ ਤੇ ਇਨਵੈਸਟਮੈਂਟ ਕਰੋ। HDFC ਲਾਈਫ ਦੇ ਜਿਵੇਂ ਮੈਨੂੰ ਉਸ ਦਿਨ ਫੋਨ ਆ ਰਿਹਾ ਸੀ, HDFC ਲਾਈਫ ਵਾਲੇ ਕਹਿੰਦੇ ਸਰ ਤੁਹਾਡੇ ਕੋਲ ਆਪਣੇ ਤੁਸੀਂ ਲਾਸਟ ਟਾਈਮ ਜਿਹੜੀ ਇਨਵੈਸਟਮੈਂਟ ਕਰੀ ਸੀ ਉਹ ਇਨਵੈਸਟਮੈਂਟ ਤੋਂ ਅੱਛਾ ਪਲਾਨ ਹੈਗਾ, ਤਾਂ ਤੁਸੀਂ ਇਨਵੈਸਟਮੈਂਟ ਕਰੋ, ਤੁਹਾਨੂੰ ਟੈਕਸ ਪੇ ਤੋਂ ਤੁਸੀਂ ਬਚ ਸਕਦੇ ਹੋ, ਕਿਉਂਕਿ 31 ਮਾਰਚ ਵਿੱਚ ਹੈਗਾ ਸੀ। ਸੋ ਤੁਸੀਂ ਟੈਕਸ ਪੇ ਤੋਂ ਬਚ ਸਕਦੇ ਹੋ, ਟੈਕਸ ਨੂੰ ਵੀ ਨਹੀਂ ਪੇ ਕਰਨਾ ਪਏਗਾ ਉਸ ਚੀਜ਼ ਉੱਤੇ। ਮੈਂ ਕੋਈ ਗੱਲ ਨਹੀਂ ਕਰ ਦਿੰਦੇ। ਸੋ ਟੈਕਸ ਪੇਅਰ ਜਿਹੜਾ ਹੈਗਾ ਟੈਕਸ ਪੇ ਤੋਂ ਬਚਾਉਣ ਵਾਸਤੇ ਲਿਖਦੇ ਪੈਨ ਰੁਕ ਜਾਂਦਾ ਬਹੁਤ ਜ਼ਿਆਦਾ। ਇਹਦਾ ਮਤਲਬ ਕੀ ਹੋਏਗਾ, ਤੁਸੀਂ ਕੁਝ ਇਨਵੈਸਟਮੈਂਟ ਇਸ ਜਗ੍ਹਾ ਤੇ ਕਰੋਗੇ ਤੁਹਾਨੂੰ ਟੈਕਸ 36 ਦੇ 36 ਲੱਖ ਉੱਤੇ ਪੇ ਨਾ ਕਰਨਾ ਪਵੇ, ਹਨਾ। ATC ਬਿਲਕੁਲ ਅਵਤਾਰ, ਤੁਸੀਂ BCom ਵਾਲੇ ਹੋਗੇ। ਆਹ ਦੇਖੋ ਨਾ ਅੱਧਾ ਚੱਲਦਾ ਅੱਧਾ ਰੁਕਦਾ ਡਨ ਹੈ। ਹੁਣ ਇੱਥੇ ਪਹਿਲਾਂ ਤਾਂ ਮੈਂ ਤੁਹਾਨੂੰ ਹਜੇ ਕੀ ਦੱਸਿਆ, ਗ੍ਰੋਸ ਟੋਟਲ ਇਨਕਮ। ਧਿਆਨ ਨਾਲ ਸੁਣਦੇ ਰਹਿਣਾ, ਮੈਂ ਸਾਰੀ ਚੀਜ਼ਾਂ ਦੱਸੂਗਾ, ਸਾਰੀਆਂ ਚੀਜ਼ਾਂ ਇੱਕ ਵਾਰ ਪਹਿਲਾਂ ਸੁਣ ਲਓ, ਸਾਰੇ ਜਣੇ ਸੁਣ ਲਓ। ਚਲੋ ਹੁਣ ਆ ਤੁਸੀਂ ਸੀ, ਆ ਤੁਸੀਂ ਹੋ, ਤੁਸੀਂ ਕੀ ਕਰ ਰਹੇ ਹੋ, ਤੁਸੀਂ ਪੈਸੇ ਕਮਾ ਰਹੇ ਹੋ, ਪੈਸੇ ਕਮਾ ਰਹੇ ਹੋ। ਆ ਦੇਖੋ ਤੁਸੀਂ ਪੈਸੇ ਕਮਾ ਰਹੇ ਹੋ, ਹਨਾ। ਤੁਸੀਂ ਆਪਣੀ ਕੋਲ ਇਨਕਮ ਜਨਰੇਟ ਕਰ ਰਹੇ ਹੋ, ਤੁਹਾਡੇ ਕੋਲ ਇਨਕਮ ਜਨਰੇਟ ਹੋ ਰਹੀ ਹੈ। ਸੋ ਆਹ ਵਾਲੀ ਇਨਕਮ ਜਨਰੇਟ ਹੋ ਰਹੀ ਹੈ, ਐਸੇ ਕਰਕੇ ਤੁਹਾਨੂੰ ਕੀ ਕਿਹਾ ਜਾਏਗਾ, ਤੁਹਾਨੂੰ ਕਿਹਾ ਜਾਏਗਾ ਅਸੈਸੀ। ਤੁਸੀਂ ਕੌਣ ਹੋ? ਅਸੈਸੀ। ਹੁਣ ਪੇਪਰ ਦੇ ਵਿੱਚ ਕੁਐਸਚਨ ਆਏਗਾ, ਇਕਨੋਮਿਕ ਇਸ਼ੂ ਦਿੱਤੇ ਹੋਏ ਨੇ, ਇਕਨੋਮਿਕਸ ਦੇ ਬੇਸਿਕ ਕੁਐਸਚਨ ਆ ਸਕਦੇ ਨੇ। ਸੋ ਤੁਸੀਂ ਕੌਣ ਹੋ? ਅਸੈਸੀ। ਅਸੈਸੀ ਕੌਣ ਹੁੰਦਾ? ਜਿਹੜਾ ਬੰਦਾ ਪੈਸੇ ਕਮਾਉਂਦਾ ਤੇ ਜਿੰਦੀ ਸੈਲਰੀ ਨੂੰ ਅਸੈਸ ਕੀਤਾ ਜਾਂਦਾ ਹੈ, ਜਿੰਦੀ ਸੈਲਰੀ ਨੂੰ ਅਸੈਸ ਕੀਤਾ ਜਾਂਦਾ ਉਹਨੂੰ ਬੋਲਦੇ ਆ ਅਸੈਸੀ, ਠੀਕ ਹੈ। ਰਿਬੇਟ ਟੈਕਸ ਕਰਾਂਗੇ। ਸੋ ਆਪਣੇ ਕੋਲ ਅਸੈਸੀ। ਹੁਣ ਤੁਸੀਂ ਪੈਸੇ ਕਮਾ ਰਹੇ ਸੀ, ਤੁਸੀਂ 1 ਅਪ੍ਰੈਲ ਤੋਂ ਲਾ ਕੇ 1 ਅਪ੍ਰੈਲ 2022 ਤੋਂ ਲਾ ਕੇ 1 ਅਪ੍ਰੈਲ 2022 ਤੋਂ ਲਾ ਕੇ 31 ਮਾਰਚ 2023 ਤੱਕ ਪੈਸੇ ਕਮਾਏ। ਅੱਛਾ 31 ਮਾਰਚ ਤੱਕ ਪੈਸੇ ਕਮਾਏ, ਤਾਂ ਐਵੇਂ ਤਾਂ ਨਹੀਂ ਹੈ ਆਪਾਂ 31 ਮਾਰਚ ਨੂੰ ਹੀ ਫਾਈਨਲ ਕਰਕੇ ਰੱਖ ਲਾਂਗੇ ਵੀ ਅਸੀਂ ਇੰਨੇ ਪੈਸੇ ਕਮਾਏ। ਸ਼ਾਇਦ ਉਹ 31 ਮਾਰਚ ਵਾਲਾ ਆਪਾਂ 1 ਅਪ੍ਰੈਲ ਨੂੰ, 2 ਅਪ੍ਰੈਲ ਨੂੰ, 4 ਅਪ੍ਰੈਲ ਨੂੰ, 5 ਅਪ੍ਰੈਲ ਨੂੰ, 20 ਅਪ੍ਰੈਲ ਨੂੰ ਜਾਂ ਮਈ ਜੂਨ ਦੇ ਵਿੱਚ ਜਾ ਕੇ ਆਪਾਂ ਪੂਰਾ ਇਕੱਠਾ ਕਰ ਪਾਈਏ, ਇਕੱਠਾ ਚਿੱਠਾ ਵੀ ਹਾਂ ਯਾਰ ਪੂਰੇ ਸਾਲ ਦੇ ਵਿੱਚ ਮੈਂ ਇੰਨਾ ਕੁਛ ਕਰਾਂ, ਇੰਨੇ ਪੈਸੇ ਕਮਾ ਲਏ। ਬਾਅਦ ਚ ਹੋਏਗਾ, ਹਨਾ। ਸੋ ਹੁਣ ਬਾਅਦ ਚ ਹੋਏਗਾ ਵੀ ਹਾਂ ਯਾਰ ਇੰਨੇ ਪੈਸੇ ਕਮਾ ਲਏ, ਮੈਂ ਗਏ ਕਿਤੇ ਉਡਾ ਬੋ ਦਿੱਤੇ। ਪੂਰੇ ਸਾਲ ਦੇ ਵਿੱਚ ਤੁਸੀਂ ਜਿੰਨੇ ਪੈਸੇ ਕਮਾਏ ਤੇ ਇਹਨੂੰ ਆਪਾਂ ਅਗਲੇ ਸਾਲ ਕੀ ਕਰਾਂਗੇ, ਗਿਣਾਂਗੇ। ਕੀ ਕਰਾਂਗੇ? ਗਿਣਾਂਗੇ। ਦੈਟ ਮੀਨਸ ਇਹਦੀ ਜਿਹੜੀ ਅਸੈਸਮੈਂਟ ਹੋਏਗੀ, ਅਸੈਸਮੈਂਟ ਦਾ ਮਤਲਬ ਕੀ ਹੁੰਦਾ ਹੈ? ਅਸੈਸਮੈਂਟ ਹੁੰਦਾ ਆਪਾਂ ਉਹਨੂੰ ਕਾਊਂਟ ਕਰਨਾ ਇੱਕ ਤਰ੍ਹਾਂ ਦਾ। ਅਸੈਸਮੈਂਟ ਕਰਾਂਗੇ ਉਹ ਕਿਹੜੇ ਸਾਲ ਵਿੱਚ ਕਰਾਂਗੇ? 2023 ਤੋਂ 24 ਵਾਲਾ ਸਾਲ ਆਪਣੇ ਕੋਲ ਸਟਾਰਟ ਹੋ ਚੁੱਕਿਆ ਹੋਏਗਾ ਜਦੋਂ ਆਪਾਂ ਇਹਨਾਂ ਨੂੰ ਗਿਣਾਂਗੇ। ਐਵੇਂ ਹੋਏਗਾ ਨਾ। ਸੋ ਜਿਹੜੇ ਸਾਲ ਪੈਸੇ ਕਮਾਏ, ਜਿਹੜੇ ਸਾਲ ਪੈਸੇ ਕਮਾਏ ਇਹਨੂੰ ਆਪਾਂ ਬੋਲਦੇ ਆ ਪ੍ਰੀਵੀਅਸ ਈਅਰ। ਕੀ ਬੋਲਦੇ ਆ? ਪ੍ਰੀਵੀਅਸ ਈਅਰ। ਕਿਉਂਕਿ ਅੱਜ ਦੇ ਟਾਈਮ ਤੇ ਤੁਸੀਂ 2000 ਕਿੱਥੇ ਖੜੇ ਹੋ? 2024 ਵਿੱਚ ਖੜੇ ਹੋ, ਮੰਨ ਲੈਂਦੇ ਆ 2024 ਵਿੱਚ ਖੜੇ ਹੋ, ਮੰਨ ਲਓ। ਹੁਣ 23 ਤੋਂ 24 ਵਾਲਾ ਸੈਸ਼ਨ ਸਟਾਰਟ ਹੋ ਗਿਆ ਨਾ, ਆਹ ਵਾਲਾ। ਹੁਣ ਤੁਸੀਂ 2023 ਤੋਂ 24 ਵਾਲੇ ਏਰੀਆ 'ਚ ਖੜੇ ਹੋ, ਆਹ ਵਾਲੇ ਸੈਸ਼ਨ 'ਚ ਖੜੇ ਹੋ। ਇਹਦੇ ਤੋਂ ਤਾਂ ਪਿਛਲਾ ਸਾਲ ਹੀ ਸੀ। ਫੋਰ ਐਗਜ਼ਾਮਪਲ ਹੁਣ 2023 ਚੱਲ ਰਿਹਾ, 2023 ਦੇ ਵਿੱਚ ਅਪ੍ਰੈਲ ਆ ਗਿਆ। ਹੁਣ ਆਪਾਂ ਇਹਦੇ ਵਿੱਚ ਐਂਟਰ ਕਰ ਗਏ ਤਾਂ ਪਿਛਲੇ ਸਾਲ ਜਿੰਨੀ ਇਨਕਮ ਕਮਾਈ ਸੀ ਆਪਾਂ ਅਪ੍ਰੈਲ ਦੇ ਵਿੱਚ ਕੱਢੀ ਜਾਂਦੇ ਹਾਂ ਉਹ ਇਨਕਮ ਵੀ ਕਿੰਨੀ ਕਮਾਈ ਸੀ। ਸੋ ਆਹ ਵਾਲਾ ਸਾਰੇ ਦਾ ਸਾਰਾ ਇਹਨੂੰ ਕੀ ਬੋਲਾਂਗੇ? ਪ੍ਰੀਵੀਅਸ ਈਅਰ, ਕਿਉਂਕਿ ਇਹ ਪਿਛਲਾ ਸਾਲ ਸੀ ਜਦੋਂ ਪੈਸੇ ਕਮਾਏ ਸੀ। ਤੇ ਜਿਹੜੇ ਸਾਲ ਆਪਾਂ ਉਹਨੂੰ ਗਿਣ ਰਹੇ ਹਾਂ, ਉਹਦੀ ਅਸੈਸਮੈਂਟ ਕਰ ਰਹੇ ਹਾਂ, ਤਾਂ ਉਹਨੂੰ ਬੋਲ ਦਾਂਗੇ ਆਪਾਂ ਅਸੈਸਮੈਂਟ ਈਅਰ। ਸੋ ਇੱਕ ਇਹ ਜਿਹਾ ਬੰਦਾ ਜਿਹਦੇ ਉੱਪਰ ਟੈਕਸ ਲੱਗੇਗਾ, ਅਗਰ ਉਹਦੀ ਇਨਕਮ ਦੀ ਅਸੈਸਮੈਂਟ ਕਰਾਂਗੇ ਤਾਂ ਉਹ ਆਪ ਕੌਣ ਹੋ ਜਾਏਗਾ?
ਅਸੈਸੀ ਹੋ ਜਾਏਗਾ। कौन हो जाएगा? असेसी हो जाएगा। सो असैसमेंट ईयर अपने को जिहड़ा हो गया प्रीवियस ईयर अपना कोल हो गया जो इनकम कमाई ते अपना असैसमेंट ईयर हो गया जिहड़े साल दे विच आपां इनकम काउंट कर रहे हैं। हाँ जी, इन्ना सब नूं समझ आया कि नहीं आया? जे सरल भाषा दे विच, सरल भाषा इन द सेंस तुसीं एक लैंग्वेज देखना चाहते हो तो तुसीं प्रॉपर इत्थे देख सकते हो। हुण देखना सब तो पहला बंदा कौन हैगा सी? असैसी। ये तुसीं हो ਜਿਹੜੇ 3 ਲੱਖ ਪਰ ਮਹੀਨਾ ਕਮਾ ਕੇ ਪੈਸੇ ਉਡਾ ਰਹੇ ਨਾ, ਤੁਸੀਂ ਹੋ। ਇੱਕ ਐਜਾ ਪਰਸਨ ਬਾਈ ਹੂਮ ਜਿਹਦੇ ਦੁਆਰਾ ਕੋਈ ਵੀ ਟੈਕਸ ਜਾਂ ਕੋਈ ਵੀ ਕੁਝ ਵੀ ਮਨੀ ਪੇਬਲ ਆ ਰਹੀ ਹੈ ਅੰਡਰ ਦਿਸ ਐਕਟ 1961 ਐਕਟ ਦੇ ਅੰਡਰ। ਸਿੰਪਲ ਭਾਸ਼ਾ ਦੇ ਵਿੱਚ ਇਹਨੂੰ ਇੱਕ ਟੈਕਸ ਪੇਅਰ ਬੋਲਾਂਗੇ ਕਿਉਂਕਿ ਤੁਸੀਂ ਟੈਕਸ ਦੇ ਰਹੇ ਹੋ ਨਾ, ਜਿੰਦੇ ਉੱਪਰ ਟੈਕਸ ਕਾਊਂਟ ਕੀਤਾ ਜਾ ਰਿਹਾ ਤੁਸੀਂ ਟੈਕਸ ਦੇ ਰਹੇ ਹੋ ਨਾ, ਤਾਂ ਉਹ ਟੈਕਸ ਪੇਅਰ ਹੋ ਗਿਆ, ਉਹ ਟੈਕਸ ਪੇਅਰ ਹੋ ਗਿਆ। ਉਵੇਂ ਹੀ फाइनेंशियल ईयर केड़ा हो गया? फाइनेंशियल ईयर ओ वाला हो एक सॉरी फाइनेंशियल ईयर कह रहा, एक ओ वाला फाइनेंशियल ईयर तो सारे फाइनेंशियल ईयर होंगे। एक ओ वाला फाइनेंशियल ईयर जिहदे विच पर्सन ने की कीता, रिसीव कीती है इनकम, मतलब पैसे कमाए जिहड़े साल पैसे कमाए वो पिछला साल सी ना, तां ओनू की बोलांगे प्रीवियस ईयर, की बोलांगे प्रीवियस ईयर। ते एक ऐजा साल अपने कोल जिहदे विच टैक्स लाइबिलिटी उस मतलब इनकम दे उपर टैक्स लगेगा कि नहीं लगेगा, ऐसी नूं देखण वास्ते इनकम काउंट की जा रही है। असैसमेंट ईयर इनू बोलांगे। सो असैसमेंट ईयर ते प्रीवियस ईयर ते असैसी 3 टर्म्स होप सो कवर हो गया होंगियां, क्लीयर हो गया होंगियां। ते दूजे पासे तुहानूं पुछया जांदा है इनकम टैक्स एक्ट दे अंडर जिहड़ी अपनी इनकम काउंट हुंदी है वो किन्नी जगह तो आपां कर सकदे आ, किन्नी जगह तो कर सकदे सी? सैलरी सी, बिजनेस सी, तुसीं 9 तो 5 सैलरी कमाई, 5 तो 7 रेडी लगाई, 5 तो 7 वाला हो गया, 7 तो 9 रेस्ट की, नाल तुहानूं हाउस रेंट आ रहा सी। फिर तुसीं की कर रहे हो? शॉर्ट टर्म ते कैपिटल गोन कर रहे हो, ते फिर तुसीं उन्हें ट्यूशनां पढ़ा रहे हो या कुछ भी कर रहे हो 9 तो 11, तो इहदा मतलब 5 चीज़ां सी। 5 चीज़ां तो एक बंदा सैलरी कमा सकता है, ते 5 चीज़ां तो जिहड़ा बंदा सैलरी कमाएगा उहनूं असैसी कवांगे, जिहड़े साल विच पैसे कमाएगा उहनूं प्रीवियस ईयर कवांगे, ते जिहड़े साल विच उहदी इनकम गिनी जाएगी उहनूं असैसमेंट ईयर कवांगे। हुण इन्नी सारी गल समझ आई कि नहीं आई? मैनूं लिख दो हाँ जी सर यस समझ आ गई। फिर तुहानूं मैं इत्थे ओही वर्ड जो सब तो पहला दस्सिया, जिन्ने भी इनकम उन्हें कमाई, जिन्नी भी इनकम उन्हें 5 दे 5 हैड्स तो कमाई है, तो उन्होंने आपां ग्रोस टोटल इनकम कह दांगे। की कह दांगे? ग्रोस टोटल इनकम कह दांगे। तीन टर्म्स कवर हो गया होंगी सब लोग। हुण देखना ग्रोस टोटल इनकम सारी दी सारी टैक्सेबल इनकम नहीं हुंदी, इहदे विचों कुछ पैसे आपां माइनस करांगे ते ओह अपने कोल की बनेगी? ओह बनेगी टैक्सेबल इनकम। मतलब जिहड़ी इनकम दे उपर आपां टैक्स देना है उन्नी इनकम नहीं हैगी। मतलब 36 लाख आपां मान लो पूरे साल दा कमाया, सो 36 ते 36 लाख दे उपर आपां टैक्स नहीं देना, कुछ चीज़ां इहदे विचों माइनस आपां करावांगे जदों आपां ITR फिल करन जावांगे। की फिल करन जावांगे? ITR इनकम टैक्स रिटर्न फिल करन जावांगे। सो उहदे च कुछ चीज़ां माइनस करावांगे। हुण देखना असैसी हो गया, असैसमेंट ईयर हो गया, प्रीवियस ईयर हो गया, अपने को ग्रोस टोटल इनकम होगी। ते अगली चीज देखो डिडक्शन ते टोटल इनकम या फिर टैक्सेबल इनकम। टैक्सेबल इनकम नू आपां होर की बोलदे आ? टोटल इनकम, क्योंकि ग्रोस टोटल इनकम दे विचों डिडक्शंस ते एग्जम्पशंस आपां माइनस कर दिंदे आ, तां अपने को जिहड़ी बचदी है ग्रोस वाला वर्ड कट के कल्ली टोटल इनकम रह जांदी है, जिंदे उपर एक्चुअली टैक्स लगदा है, जिंदे उपर एक्चुअली टैक्स लगदा है। हाँ बीकॉम में पढ़िया सी, सारा रिकॉल हो गया ना? हाँ बिल्कुल जी। चल हुण देखो हुण ध्यान नाल रेजिडेंट रूजिडेंट बात करांगे आ रहा। ਤਾਂ ਇੱਥੇ ਕੀ ਕਿਹਾ ਜਾ ਰਿਹਾ? ਕਹਿੰਦਾ ਗ੍ਰੋਸ ਟੋਟਲ ਇਨਕਮ ਕਿਹੜੀ ਲਿਖੀ ਆਪਾਂ? ਹੁਣੇ ਲਿਖੀ। ਕਹਿੰਦੇ ਉਹ ਵਾਲੇ ਪੈਸੇ, ਉਹ ਵਾਲੀ ਇਨਕਮ ਜਿਹੜੀ ਪੂਰੇ 5 ਹੈਡਸ ਤੋਂ ਆਪਾਂ ਲਿਖੀ। 5 ਹੈਡ ਤੁਹਾਨੂੰ ਪਤਾ ਲੱਗ ਗਏ ਹੋਣੇ ਹੈ। ਸੈਲਰੀ ਹੋ ਗਈ, ਬਿਜ਼ਨਸ ਐਂਡ ਪ੍ਰੋਫੈਸ਼ਨ ਹੋ ਗਿਆ, ਦੈਨ ਉਹਦੇ ਬਾਅਦ ਅਦਰ ਸੋਰਸਿਸ ਹੈ, ਹਾਊਸ ਰੈਂਟ ਮਤਲਬ ਪ੍ਰੋਪਰਟੀ ਰੈਂਟ ਤੇ ਕੈਪੀਟਲ ਗੇਨ ਸ਼ੋਰਟ ਟਰਮ ਤੇ ਲੌਂਗ ਟਰਮ। 5 ਦੇ 5 ਹੈਡ ਤੋਂ ਆਪਾਂ ਸੈਲਰੀ ਲਈ ਹੈ ਵਿਦਾਊਟ ਐਨੀ ਡਿਡਕਸ਼ਨਸ ਐਂਡ ਐਗਜ਼ੰਪਸ਼ਨਸ, ਉਹਨੂੰ ਆਪਾਂ ਕੀ ਬੋਲ ਦਿੰਦੇ ਆ? ਆਪਾਂ ਗ੍ਰੋਸ ਟੋਟਲ ਇਨਕਮ ਬੋਲ ਦਿੰਦੇ ਆ। ਤਾਂ ਡਿਡਕਸ਼ਨਸ ਕੀ ਹੁੰਦੀ ਹੈ? डिडक्शंस ये होंदी है जेडी ग्रोस टोटल इनकम दे विचों माइनस कीतियां जांदियां है कादे वास्ते? अपनी टैक्स लाइबिलिटी कढण वास्ते। भी किन्ने दे उपर टैक्स देना है? दैट मीनस 36 लाख तुसी टोटल कमा रहा, 36 लाख दे विचों ਉਹਨਾਂ ਨੂੰ ਮਾਈਨਸ ਕਰਤਾ। ਮੈਂ ਕਹਿੰਦਾ 21 ਲੱਖ ਤੁਸੀਂ ਇਹ ਕਹਿਤਾ ਵੀ 21 ਲੱਖ ਤਾਂ ਇਹ ਜਾ ਹੈਗਾ ਜਿਹੜਾ ਮੈਂ ਲਗਾਤਾ। ਕਿੱਥੇ ਲਗਾਤਾ? ਸਾਡੇ ਘਰ ਦੇ ਨਾਲ ਕਾਲਜ ਖੁੱਲਿਆ ਸੀ, ਉੱਥੇ ਮੈਂ 3 ਲੱਖ ਦਾ ਡੋਨੇਸ਼ਨ ਦਿੱਤਾ। ਸਾਡੇ ਘਰ ਦੇ ਸਾਹਮਣੇ ਇੱਕ ਮੰਦਿਰ ਸੀ, ਉੱਥੇ 2 ਲੱਖ ਦੀ ਡੋਨੇਸ਼ਨ ਦਿੱਤੀ। ਐਦਾਂ
तो तुसी की कीता LIC च 5 लाख रुपया लगाता साल दा, सो वो वालियां सारियां की हो जांदियां डिडक्शंस हो जांदियां। सो डिडक्शंस अपने कोल हो गया। एग्जम्पशंस की हो गया, एग्जम्पशंस हो गया मान लो तुसी 21 लाख दे विच 36 लाख चो 10 लाख कमाया ही अपनी एग्रीकल्चर इनकम तो, दैट इज एग्जम्प्ट, उनके ऊपर कोई टैक्स नहीं लगेगा। सो जदों आपां ग्रोस टोटल इनकम दे विचों डिडक्शंस ते एग्जम्पशंस, मैं इत्थे वर्ड लिख रहा आ लिखा होया डिडक्शंस ते एग्जम्पशंस दोनों माइनस कर दिंदे आ, ਉਹਨੂੰ ਟੋਟਲ ਇਨਕਮ ਬੋਲਿਆ ਜਾਂਦਾ ਹੈ ਜਾਂ ਫਿਰ ਉਹਨੂੰ ਟੈਕਸੇਬਲ ਇਨਕਮ ਬੋਲਿਆ ਜਾਂਦਾ ਹੈ। ਸੋ ਇਹਦਾ ਮਤਲਬ ਆਪਾਂ ਡਿਡਕਸ਼ਨਸ ਤੇ ਐਗਜ਼ੈਂਪਸ਼ਨਸ ਮਾਈਨਸ ਕਰਨੀਆਂ ਨੇ। ਸਰ ਟਿਊਸ਼ਨ ਫੀਸ ਤਾਂ ਨਹੀਂ ਪੈਂਦਾ ਟੈਕਸ, ਬਟ ਕਾਲਜ ਫੀਸ ਤੇ ਕੋਈ ਕਿਉਂ ਪੈਂਦਾ ਹੈ? ਦੇਖੋ ਸ਼ਰਨਦੀਪ ਸਿੰਘ ਜੀ, ਕੀ ਹੁੰਦਾ ਟਿਊਸ਼ਨ ਫੀਸ ਤੇ ਤੁਸੀਂ ਕਿਸੇ ਹੋਰ ਦੀ ਪੇ ਕਰ ਰਹੇ ਹੋ ਤਾਂ ਉਹਦੇ ਤੇ ਨਹੀਂ ਪੈਂਦਾ। ਤਾਂ ਹੀ ਤਾਂ ਸਭ ਤੋਂ ਵੱਡਾ ਸੋਰਸ ਹੀ ਮੰਨ ਕੇ ਚੱਲਦੇ ਆ ਮੋਸਟਲੀ ਸਾਰੇ ਟਿਊਸ਼ਨ ਫੀਸ ਭਰ ਰਹੇ ਸੀ ਤਾਂ ਕਰਕੇ ਟੈਕਸ ਨਹੀਂ ਪਿਆ। ਠੀਕ ਹੈ, ਆ ਹੋ ਗਿਆ ਜੀ ਸਾਰਾ। ਗ੍ਰੋਸ ਟੋਟਲ ਇਨਕਮ GTI ਵਿੱਚੋਂ ਤੁਸੀਂ ਮਾਈਨਸ ਕਰ ਦਿਓ ਡਿਡਕਸ਼ਨਸ ਤੇ ਐਗਜ਼ੈਂਪਸ਼ਨਸ, ਤਾਂ ਆਪਣੇ ਕੋਲ ਟੋਟਲ ਇਨਕਮ ਜਾਂ ਟੈਕਸੇਬਲ ਇਨਕਮ ਆ ਜਾਏਗੀ TI। ਚਲੋ ਹੁਣ ਇਹਦੇ ਵਿੱਚ ਨਾ ਇੱਕ ਕਿਹੜੇ ਬੰਦੇ ਉੱਪਰ ਟੈਕਸ ਲੱਗੇਗਾ ਧਿਆਨ ਨਾਲ ਦੇਖ ਲੈਣਾ। ਇੱਕ ਇੰਡੀਆ ਦਾ ਜਿਹੜਾ ਇੰਡੀਆ ਦਾ ਬੰਦਾ ਹੋਏਗਾ ਉਹਦੇ ਉੱਪਰ ਟੈਕਸ ਲੱਗੇਗਾ, ਬਾਹਰ ਦੇ ਉੱਪਰ ਵੀ ਲੱਗੇਗਾ, ਹੋਰ ਨਿੱਕੀ ਨਿੱਕੀ ਚੀਜ਼ਾਂ ਵੀ ਹੈਗੀਆਂ ਨੇ। चलो आ चीज समझने की कोशिश करना। जिहड़ा इंडियन इनकम टैक्स है, दो तरह टैक्स हुंदा है अपने को। इंडिया वाला केड़ा हैगा वो तुसी दसोगे। एक हुंदा अपने को प्रोग्रेसिव टैक्स, एक हुंदा अपने को रीग्रेसिव टैक्स। प्रोग्रेसिव ते रीग्रेसिव। प्रोग्रेसिव टैक्स प्रोग्रेस हो रही है, वध रहा है। कहते जिमें जिमें एक परसन की जिहड़ी आमदन होएगी, की कह रहा, जिमें जिमें एक परसन की जिहड़ी आमदन होएगी वो इनक्रीज होएगी तो जिहड़ा टैक्स होएगा वो भी की होएगा, वो भी इनक्रीज होएगा। पहला टैक्स ए वाला। दूसरा रीग्रेसिव, उल्टा होएगा। कहते जिमें जिमें इंडिया दे विच एक बंदे दी इनकम वध रही है उनके ऊपर टैक्स घट लग रहा है। सो तुसी दसो इंडिया दे विच किहड़ा चलदा, प्रोग्रेसिव चलदा या रीग्रेसिव चलदा? इंडिया दे विच किहड़ा चलदा? तुहाडी इनकम वधेगी, टैक्स घटेगा कि वधेगा? तुहाडी इनकम दे की फर्क पेगा टैक्स नाल? इनकम इनक्रीज होने करके टैक्स इनक्रीज होएगा या डिक्रीज होएगा? इनक्रीज होएगा, संजू ऑफिशियल कह रहे हो। सो सिंपल जा फंडा है, जिवें जिवें तुसी इनकम ज्यादा कमाओगे सरकार दे नजरी ज्यादा चढ़ते रहोगे, है ना। सो अपने इंडिया दे जिहड़ा टैक्स चलदा है, इंडिया दा इनकम टैक्स किदां दा हैगा? इंडिया दा इनकम टैक्स प्रोग्रेसिव है। प्रोग्रेसिव दा मतलब जिवें जिवें तुहाडे कोल पैसे आ रहे ने उवें उवें तुहानूं की करना पेगा, टैक्स ज्यादा पे करना पेगा। लेकिन रीग्रेसिव भी हुंदा है। मान लो अपने सरकार ने कहता बठिंडा एक ऐजा एरिया या अमृतसर एक ऐजा एरिया या फाजिलका एक ऐजा एरिया जिथे इंडस्ट्रीज नहीं हैगियां। मान लो फाजिलका बोर एरिया है, इंडस्ट्रीज बहुत ज्यादा नहीं हैगियां उत्थे। सो अगर उत्थे इंडस्ट्रीज नहीं हैगियां, ध्यान सुना, अगर उत्थे इंडस्ट्रीज नहीं हैगियां तो तुसी इत्थे इंडस्ट्री लगाओ सॉरी, तुसी इत्थे इंडस्ट्री लगाओ ते अगर इत्थे इंडस्ट्री लगाउण नाल सेल बहुत ज्यादा होगी, जिवें जिवें सेल होएगी सरकार कहंदी मैं तुहानूं सबसिडी देवांगी, दैट मीन सरकार फायदा देगी। जे सरकार फायदा देगी एंदा मतलब जिवें जिवें इनकम वधेगी उवें टैक्स कटेगा। दैट मीन कुछ सम केसेस दे विच रीग्रेसिव लगा सकती है सरकार, लेकिन अपना इनकम टैक्स इंडिया दे विच किहड़ा चलदा है? प्रोग्रेसिव चलदा है। किहड़ा चलदा? प्रोग्रेसिव चलदा है। जे मान लो तुसी अपने कोल 5 लाख कमाया, 7 लाख कमाया तो 0% टैक्स है। जे 7 तो 10 लाख कमा लिया 5% टैक्स है। 10 तो 15 लाख कमा लिया 10% टैक्स है। 15 तो ऊपर कमा लिया 20% टैक्स है। मतलब जिवें जिवें तुसी वधदे जाओगे उवें उवें अपनी इनकम जिहड़ी है और टैक्स जिहड़ा हैगा वो वधदा जाएगा। ठीक है, चलो ये हो गया अपना इनकम टैक्स। की हो गया अपना इनकम टैक्स। अच्छा ये तुसी ना स्लैब रेट तुसी देखने हैं, ये तो पुराना चार्ट मैंने मिला, मैं एड ऑन करता, ये पुराना चार्ट। ठीक है, पुराना चार्ट है 2021-22 वाला है, असैसमेंट ईयर 2021-22। देखो फाइनेंशियल ईयर 2020-21, असैसमेंट ईयर 2021-22। असैसमेंट बाद हुंदी है। सो ऐदा तुसी की करना है, जो पेपर देन जाओगे पेपर तो पहला तुसी सर्च करना है अपना स्लैब रेट, इनकम स्लैब रेट। मतलब 2.5 लाख तक कोई टैक्स नहीं है, हुण तां 5 तक 7 तक करता, 2.5 तो 3 तक कोई 5% टैक्स है, 3 तो 5 तक 5% टैक्स है, इथों इन्ना टैक्स है, इन्ना टैक्स है। ये तुसी देखना किन्ने परसेंट के ऊपर किन्ना किन्ना टैक्स लग रहा है, वो तुसी देखना है, होर कुछ नहीं रह गया। अच्छा अगे सुनो, हुण एक आ गया सैस। तुसी बहुत ही अमीर बंदे हो, ध्यान नाल सुनना, एक सैस पढ़ाऊंगा, एक सैस तो बाद पढ़ांगे आपां
ਸਰਚਾਰਜ। ਦੋ ਚੀਜ਼ਾਂ ਪੜਾਂਗੇ, ਦੋ ਚੀਜ਼ਾਂ ਪੜਾਂਗੇ ਕੱਲ ਆਪਾਂ ਨਾ। ਇੱਕ ਜਦੋਂ GST ਕਰ ਰਹੇ ਸੀ ਆਪਾਂ ਕਿਹਾ ਸੀ ਟੈਕਸ ਦੇ ਉੱਤੇ ਟੈਕਸ ਲਗਾਇਆ ਜਾਂਦਾ, ਉਹਨੂੰ ਖਤਮ ਕੀਤਾ ਗਿਆ ਹੈ। ਟੈਕਸ ਦੇ ਉੱਤੇ ਟੈਕਸ ਨੂੰ ਖਤਮ ਕੀਤਾ ਗਿਆ ਹੈ। ਜਿਹੜਾ ਆਪਣੇ ਕੋਲ ਕੱਲ ਪੜਿਆ ਸੀਗਾ ਕੈਸਕੇਡਿੰਗ ਇਫੈਕਟ। ਹਾਂ ਆਪਾਂ ਪੜਿਆ ਸੀ ਕੈਸਕੇਡਿੰਗ ਇਫੈਕਟ। ਟੈਕਸ ਦੇ ਉੱਪਰ ਟੈਕਸ ਨੂੰ ਖਤਮ ਕੀਤਾ ਗਿਆ, ਦੈਟ ਇਜ਼ ਅ ਕੈਸਕੇਡਿੰਗ ਇਫੈਕਟ। ਕੈਸਕੇਡਿੰਗ ਇਫੈਕਟ ਇੰਡੀਆ ਦੇ ਵਿੱਚ ਅੱਜ ਵੀ ਚੱਲ ਰਿਹਾ। ਆਪਾਂ ਬੜਾ ਕਹਿੰਦੇ ਆ ਵੀ ਆਪਣੀ ਸਰਕਾਰ ਬੜਾ ਕਹਿੰਦੀ ਹੈ ਯਾਰ ਆਪਾਂ ਕੈਸਕੇਡਿੰਗ ਇਫੈਕਟ ਖਤਮ ਕਰਤਾ। ਉਹ ਯਾਰ ਲੰਬੇ ਵਾਲਾ ਸਟੂਲ ਹੈਗਾ ਨਾ, ਬਾਹਰ ਅੰਦਰ ਕੈਸਕੇਡਿੰਗ ਇਫੈਕਟ ਖਤਮ ਕਰਤਾ ਕਹਿੰਦੇ। ਟੈਕਸ ਉੱਤੇ ਟੈਕਸ ਨਹੀਂ ਲੱਗਦਾ ਪਰ ਟੈਕਸ ਉੱਪਰ ਟੈਕਸ ਲੱਗਦਾ ਹੈ। ਹੁਣ ਇੱਥੇ ਪਹਿਲਾਂ ਇਹਨੇ ਦੇਸੀ ਭਾਸ਼ਾ ਵਿੱਚ ਸਮਝਣਾ, ਦੇਸੀ ਭਾਸ਼ਾ ਸਮਝ ਲਓ, ਜੇ ਨਹੀਂ ਤਾਂ ਮੈਂ ਸਮਝਾਣਾ ਫਿਰ। ਮੰਨ ਲਓ ਤੁਸੀਂ ਸੈਲਰੀ ਕਮਾ ਰਹੇ ਹੋ ਜਿੰਨੀ ਮਰਜ਼ੀ ਸੈਲਰੀ ਕਮਾ ਰਹੇ ਹੋ, ਉਹ ਸੈਲਰੀ ਦੇ ਉੱਪਰ ਟੈਕਸ ਦੇ ਰਹੇ ਹੋ। ਕਿੰਨਾ? 1 ਲੱਖ ਰੁਪਇਆ ਟੈਕਸ ਦੇ ਰਹੇ ਹੋ। ਕੀ ਦੇ ਰਹੇ ਹੋ? 1 ਲੱਖ ਰੁਪਇਆ ਟੈਕਸ ਦੇ ਰਹੇ ਹੋ। ਧਿਆਨ ਨਾਲ ਸੁਣਨਾ, ਟੈਕਸ ਦੇ ਰਹੇ ਹੋ। ਸਰਕਾਰ ਨੂੰ ਇਹ ਲੱਗਿਆ ਅਸੀਂ ਆਪਣੇ ਇੰਡੀਆ ਦੇ ਵਿੱਚ, ਧਿਆਨ ਨਾਲ ਸੁਣਨਾ ਇੱਕ ਵਾਰੀ, ਸਰਕਾਰ ਨੂੰ ਇਹ ਲੱਗਿਆ ਅਸੀਂ ਆਪਣੇ ਇੰਡੀਆ ਦੇ ਵਿੱਚ ਗਾਵਾਂ ਨੂੰ ਸੰਭਾਲਣ ਵਾਸਤੇ ਪੈਸਾ ਇਕੱਠਾ ਕਰਨਾ ਹੈ। ਸਰਕਾਰ ਕਹੇਗੀ ਅਸੀਂ ਆਦੇ ਵੱਲੋਂ ਪੈਸਾ ਕਿੱਥੋਂ ਲੈ ਕੇ ਆਈਏ? ਸਾਨੂੰ ਅਪੋਇੰਟ ਕਿਹਨੇ ਕੀਤਾ ਹੋਇਆ? ਸਰਕਾਰ ਨੇ ਕਹਿਣਾ ਹੈ ਸਾਨੂੰ ਇੰਡੀਆ ਦੀ ਜਨਤਾ ਨੇ ਨਿਯੁਕਤ ਕੀਤਾ ਹੈ। ਇੰਡੀਆ ਦੀ ਜਨਤਾ ਆਪਣੇ ਆਪ ਪੈਸਾ ਦੇ ਕੰਮ ਕਰਨਾ ਸੀ, ਕਿਉਂਕਿ ਕੰਮ ਕਿੰਦਾ ਹੈਗਾ? ਇੰਡੀਆ ਜਨਤਾ ਦਾ। ਤਾਂ ਇੰਡੀਆ ਜਨਤਾ ਕੋਲੋਂ ਪੈਸੇ ਲਵਾਂਗੇ, ਅਸੀਂ ਕੰਮ ਕਰ ਦਾਂਗੇ, ਤਾਂ ਇੰਡੀਆ ਜਨਤਾ ਕੋਲੋਂ ਪੈਸੇ ਲਿਆ ਜਾਏਗਾ। ਗੰਗਾ ਸਵੱਛ ਅਭਿਆਨ ਚਲਾਇਆ ਗਿਆ। ਗੰਗਾ ਸਵੱਛ ਅਭਿਆਨ ਨੂੰ, ਗੰਗਾ ਨੂੰ ਸਾਫ਼ ਕਰਨ ਵਾਸਤੇ ਪੈਸੇ ਤਾਂ ਚਾਹੀਦੇ ਸੀ ਸਰਕਾਰ ਨੂੰ, ਉਹ ਤਾਂ ਇਹਨਾਂ ਕੋਲ ਹੈ ਨਹੀਂ, ਤਾਂ ਆਪਣੇ ਕੋਲੋਂ ਪੈਸੇ ਲੈਣਗੇ। ਕੌਣ? ਸਰਕਾਰ। ਕਿਸ ਰੂਪ ਵਿੱਚ ਲੈਣਗੇ? ਉਹ ਲੈਣਗੇ ਸੈਸ ਦੇ ਰੂਪ ਵਿੱਚ। ਕਹਿੰਦੇ ਅਗਰ ਕੋਈ ਬੰਦਾ ਵਧੀਆ ਸੈਲਰੀ ਕਮਾ ਰਿਹਾ ਹੈ ਤੇ ਉਹ ਟੈਕਸ ਭਰ ਰਿਹਾ ਹੈ ਤਾਂ ਟੈਕਸ ਦੇ ਉੱਤੇ ਵੀ ਟੈਕਸ ਲਾ ਦਿਓ। ਟੈਕਸ ਔਨ ਟੈਕਸ, ਟੈਕਸ ਦੇ ਉੱਪਰ ਵੀ ਟੈਕਸ ਲਗਾ ਦਿਓ। ਤਾਂ ਟੈਕਸ ਦੇ ਉੱਪਰ ਟੈਕਸ ਜਦੋਂ ਲੱਗੇਗਾ ਜਾਂ ਤਾਂ ਉਹਨੂੰ ਸੈਸ ਕਵਾਂਗੇ ਜਾਂ ਉਹਨੂੰ ਕਵਾਂਗੇ ਸਰਚਾਰਜ। ਕੀ ਕਵਾਂਗੇ? ਸਰਚਾਰਜ। ਦੋਨਾਂ ਵਿੱਚ ਫਰਕ ਕੀ ਹੈ? ਫਰਕ ਬਸ ਇੰਨਾ ਹੈ, ਜਦੋਂ ਇੱਕ ਸਪੈਸੀਫਿਕ ਪਰਪਸ ਵਾਸਤੇ, ਸਪੈਸੀਫਿਕ ਪਰਪਸ ਨੂੰ ਪੂਰਾ ਕਰਨ ਵਾਸਤੇ, ਸਪੈਸੀਫਿਕ ਪਰਪਸ ਦਾ ਮਤਲਬ ਕੀ ਹੁੰਦਾ ਹੈ? ਅਗਰ ਸਰਕਾਰ ਕੋਈ ਇੱਕ ਪਾਰਟਿਕੂਲਰ ਮੁੱਦਾ, ਇੱਕ ਪਾਰਟਿਕੂਲਰ ਚੀਜ਼ ਨੂੰ ਪੂਰਾ ਕਰ ਰਹੀ ਹੈ, ਲਾਈਕ ਪਾਰਟਿਕੂਲਰ ਚੀਜ਼ ਮੈਂ ਤੁਹਾਨੂੰ ਹੁਣੇ ਦੱਸਿਆ, ਗਾਵਾਂ ਨੂੰ ਸੰਭਾਲਣ ਵਾਸਤੇ ਪੈਸੇ ਚਾਹੀਦੇ ਹੈ, ਤਾਂ ਗਾਵਾਂ ਨੂੰ ਸੰਭਾਲਣ ਵਾਸਤੇ ਪੈਸੇ ਚਾਹੀਦੇ ਆ, ਤਾਂ ਉਹਦੇ ਵਿੱਚ ਉਹਦੇ ਉੱਪਰ ਟੈਕਸ ਲਗਾਇਆ ਜਾਏਗਾ। ਕਾਹਦੇ ਵਾਸਤੇ ਹੋਏਗਾ? ਉਹਨੂੰ ਕੀ ਬੋਲਾਂਗੇ? ਸੈਸ ਬੋਲਾਂਗੇ। ਸੇਮ ਐਜ਼ ਇਟ ਇਜ਼ ਗੰਗਾ ਸਾਫ਼ ਕਰਨਾ ਸੀ, ਗੰਗਾ ਸਵੱਛ ਅਭਿਆਨ ਆਇਆ, ਸਰਕਾਰ ਨੂੰ ਪੈਸੇ ਚਾਹੀਦੇ ਸੀ, ਇੱਕ ਸਪੈਸੀਫਿਕ ਪਰਪਸ ਹੋਇਆ ਨਾ, ਤਾਂ ਜਦੋਂ ਉਹ ਸਪੈਸੀਫਿਕ ਪਰਪਸ ਪੂਰਾ ਹੋ ਜਾਏਗਾ, ਫੋਰ ਐਗਜ਼ਾਮਪਲ 5 ਕਰੋੜ ਰੁਪਇਆ ਚਾਹੀਦਾ ਸੀ ਸਰਕਾਰ ਨੂੰ, ਜਦੋਂ 5 ਕਰੋੜ ਇਕੱਠਾ ਹੋ ਗਿਆ ਉਦੋਂ ਉਹ ਸੈਸ ਵੀ ਖਤਮ ਕਰ ਦੇਣਗੇ। ਐਗਜ਼ਾਮਪਲ ਮੈਂ ਇੱਥੇ ਲਿਖ ਰਿਹਾ ਉਹੀ, ਕਾਓ ਸੈਸ ਹੋ ਗਿਆ ਆਪਣੇ ਕੋਲ। ਕਾਓ ਸੈਸ ਤੋਂ ਇਲਾਵਾ ਦੂਜਾ ਕਿਹੜਾ ਹੋ ਗਿਆ? ਗੰਗਾ ਸਵੱਛ ਸੈਸ ਹੋ ਗਿਆ। ਸੋ ਏਦਾਂ ਦੇ ਸੈਸ ਲਗਾਏ ਜਾਂਦੇ ਆ। ਐਜੂਕੇਸ਼ਨ ਸੈਸ ਲਗਾਇਆ ਗਿਆ ਸੀ ਕਿਉਂਕਿ ਐਜੂਕੇਸ਼ਨ ਵਾਸਤੇ ਪੈਸਾ ਚਾਹੀਦਾ ਸੀ, ਸੋ ਇਹਨਾਂ ਨੂੰ ਬੋਲਦੇ ਆ ਸੈਸ। ਹਾਂ ਬਿਲਕੁਲ, ਇਲੈਕਟ੍ਰਿਸਿਟੀ ਬਿੱਲ ਵਿੱਚ ਕਾਓ ਸੈਸ ਲੱਗਿਆ ਆਉਂਦਾ ਹਜੇ ਵੀ। ਹੁਣ ਦੂਜਾ ਕੀ ਹੁੰਦਾ? ਸਰਚਾਰਜ। ਸਰਚਾਰਜ ਲੱਗਦਾ ਸਿੱਧਾ 10%। ਸੈਸ ਤਾਂ ਕਿੰਨਾ ਹੈਗਾ? 4% ਹੈ। ਤਾਂ ਆ ਟੈਕਸ ਦੇ ਉੱਪਰ ਲੱਗੇਗਾ, 1 ਲੱਖ ਦੇ ਉੱਪਰ 4% ਲੱਗੇਗਾ, ਦੈਟ ਮੀਨਸ 1 ਲੱਖ ਉੱਪਰ 4%, 4000। ਉਹ ਬੰਦੇ ਦੀ ਇਨਕਮ ਭਾਵੇਂ 50 ਲੱਖ ਹੈ ਹਨਾ, ਉਹਦੇ 50 ਲੱਖ ਦੇ ਉੱਪਰ ਟੈਕਸ ਲੱਗਣ ਲੱਗੇ ਤਾਂ ਬਹੁਤ ਹੋ ਜਾਏਗਾ। ਜਿੰਨਾ ਟੈਕਸ ਪੇ ਹੈ ਨਾ ਉਹਨੇ, ਉਹ ਟੈਕਸ ਦੇ ਉੱਤੇ ਟੈਕਸ ਲੱਗੇਗਾ, ਦੈਟ ਇਜ਼ ਅ ਸੈਸ। ਬਹੁਤ ਬਹੁਤ ਧੰਨਵਾਦ ਮੋਨੀ, ਬਹੁਤ ਬਹੁਤ ਧੰਨਵਾਦ। ਦੂਸਰਾ ਆਪਣੇ ਕੋਲ ਕੀ ਹੋ ਗਿਆ? ਹੋਲਡ ਕਰਨਾ ਇੱਕ ਸੈਕਿੰਡ ਪਲੀਜ਼। ਸੋ ਸੈਸ ਦਾ ਮਤਲਬ ਸਾਰੇ ਸਮਝ ਗਏ। ਸੈਸ ਕੀ ਹੁੰਦਾ? ਆਪਣੇ ਕੋਲ ਟੈਕਸ ਦੇ ਉੱਪਰ ਟੈਕਸ ਲਗਾਇਆ ਜਾਂਦਾ, ਦੈਟ ਇਜ਼ ਸੈਸ। ਹੁਣ ਸਾਰੇ ਜਣੇ ਸਮਝੋਗੇ ਸਰਚਾਰਜ। ਅੱਛਾ ਮੰਨ ਲਓ
ਤੁਸੀਂ ਬਹੁਤ ਹੀ ਜ਼ਿਆਦਾ ਅਮੀਰ ਹੋ ਗਏ ਯਾਰ। ਤੁਹਾਡੀ ਇਨਕਮ 50 ਲੱਖ ਛੱਡੋ, ਤੁਸੀਂ ਇੰਨਾ ਜ਼ਿਆਦਾ ਕਮਾ ਰਹੇ ਹੋ, ਤੁਸੀਂ ਇਸ ਸਾਲ ਕੀ ਕੀਤਾ, ਤੁਸੀਂ ਇਸ ਸਾਲ ਜਿਹੜਾ ਟੈਕਸ ਹੈ ਉਹ ਟੈਕਸ ਹੀ 50 ਲੱਖ ਭਰਤਾ। ਸੋਚ ਕੇ ਦੇਖੋ ਯਾਰ ਤੁਸੀਂ ਕਿੰਨੇ ਅਮੀਰ ਹੋ। ਟੈਕਸ ਭਰਤਾ 50 ਲੱਖ, ਮਤਲਬ ਤੁਹਾਡੀ ਇਨਕਮ ਤਾਂ ਹੈਗੀ ਹੈ ਕਰੋੜਾਂ ਦੇ ਵਿੱਚ, ਤੁਹਾਡੀ ਇਨਕਮ ਕਰੋੜਾਂ ਦੇ ਵਿੱਚ ਹੈਗੀ ਹੈ। ਸੋ ਇਨਕਮ ਕਰੋੜਾਂ ਦੇ ਵਿੱਚ ਹੈ, ਜਿਹੜਾ ਸੈਸ ਭਰਿਆ ਗਿਆ ਉਹ ਸੈਸ ਟੈਕਸ ਭਰਿਆ ਗਿਆ, ਉਹ ਟੈਕਸ 50 ਲੱਖ ਭਰਤਾ। ਤਾਂ ਜਦੋਂ ਤੁਹਾਡਾ ਟੈਕਸ 50 ਲੱਖ ਹੋ ਜਾਂਦਾ ਹੈ, ਸਰਕਾਰ ਕਹਿੰਦੀ ਹੈ ਇਹਦੇ ਕੋਲ ਤਾਂ ਹੋਰ ਪੈਸੇ ਮਾਰਨੇ ਪੈਣੇ ਆ, ਬਹੁਤ ਅਮੀਰ ਬੰਦਾ ਹੈ। ਤਾਂ ਸਰਕਾਰ ਕੀ ਕਰਦੀ ਹੈ, ਸਰਕਾਰ ਤੁਹਾਡੇ ਅਮੀਰ ਹੋਣ ਤੇ ਨਜਾਇਜ਼ ਫਾਇਦਾ ਉਠਾਉਂਦੀ ਹੈ। ਤੁਸੀਂ ਬਹੁਤ ਜ਼ਿਆਦਾ ਅਮੀਰ ਹੋ ਗਏ, ਨਜਾਇਜ਼ ਅਮੀਰ ਹੋ ਗਏ, ਤੁਹਾਡਾ 50 ਲੱਖ ਸਰਕਾਰ ਕੋਲ ਟੈਕਸ ਚਲਾ ਗਿਆ, ਤਾਂ 50 ਲੱਖ ਦੇ ਉੱਤੇ 10% ਹੋਰ ਟੈਕਸ ਲੱਗ ਜਾਏਗਾ, ਤੇ ਉਹਨੂੰ ਆਪਾਂ ਕੀ ਬੋਲ ਦਾਂਗੇ, ਉਹ ਕਹਿੰਦਾ ਸਰਚਾਰਜ। ਕਹਿੰਦੇ ਤੁਸੀਂ ਇੰਡੀਆ ਦੇ ਸਰਚਾਰਜ ਹੋ। ਸਰਚਾਰਜ ਬੋਲੇ ਤੋਂ ਤੁਹਾਡੇ ਟੈਕਸ ਦੇ ਉੱਤੇ ਟੈਕਸ ਲਗਾਇਆ ਜਾ ਰਿਹਾ ਹੈ, ਤੁਹਾਡੇ ਟੈਕਸ ਦੇ ਉੱਤੇ ਹੋਰ ਟੈਕਸ ਲਗਾਇਆ ਜਾ ਰਿਹਾ ਹੈ, ਉਹਨੂੰ ਹੀ ਕਹਿ ਦਿੰਦੇ ਆ ਸਰਚਾਰਜ। ਬਿਲਕੁਲ ਜੀ, ਮੈਂ ਵੀ ਬੀਕਾਮ ਐਮਕਾਮ ਕੀਤੀ ਹੋਈ ਹੈ, ਜਗਦੀਸ਼ ਲੈ ਲਾਂਗਾ। ਸੋ ਸਰਚਾਰਜ ਵੀ ਟੈਕਸ ਦੇ ਉੱਤੇ ਟੈਕਸ ਹੁੰਦਾ ਹੈ, ਲੇਕਿਨ ਇਹ ਕਦੋਂ ਲੱਗੇਗਾ, ਜਦੋਂ ਤੁਹਾਡਾ ਟੈਕਸ 50 ਲੱਖ ਹੋ ਜਾਏਗਾ ਉਦੋਂ ਲੱਗੇਗਾ। ਲੇਕਿਨ ਸੈਸ ਸਾਰਿਆਂ ਉੱਤੇ ਲੱਗੇਗਾ, ਜਿਹੜੇ ਬੰਦੇ ਟੈਕਸ ਪੇ ਕਰਦੇ ਨੇ ਉਹਨਾਂ ਉੱਪਰ ਲੱਗੇਗਾ। ਉੱਥੇ ਕੋਈ ਲਿਮਿਟ ਨਹੀਂ ਹੈ ਵੀ ਤੁਹਾਡਾ ਤੁਸੀਂ ਇੰਨਾ ਕਮਾ ਰਹੇ ਹੋ ਇੰਨਾ ਨਹੀਂ ਕਮਾ ਰਹੇ, ਜਿਹੜਾ ਬੰਦਾ ਟੈਕਸ ਪੇ ਕਰ ਰਿਹਾ ਨਾ ਉਹਦੇ ਉੱਤੇ ਲੱਗੇਗਾ। ਹਾਂਜੀ, ਸਭ ਨੂੰ ਸਮਝ ਆਇਆ ਕਿ ਨਹੀਂ ਆਇਆ, ਜਲਦੀ ਜਲਦੀ ਦੱਸਣਾ। ਕਹਿੰਦਾ ਅਸੀਂ ਬਾਬੇ ਬਣ ਜਾਵਾਂਗੇ, ਬਿਲਕੁਲ ਬਾਬੇ ਬਣ ਜਾ, ਜੇ ਮੈਂ ਵੀ ਬਾਬਾ ਬਣੂੰਗਾ ਤੇ ਆਪਾਂ ਇਕੱਠੇ ਬਣ ਜਾਵਾਂਗੇ ਸਾਰੇ ਬਾਬੇ, 4-5 ਜਣ ਜਿਹੜੇ ਮੇਨ ਜ਼ਰੂਰੀ ਬੰਦੇ ਆ ਨਾ, ਸਾਨੂੰ ਤੁਸੀਂ ਕਹਿੰਦੇ ਹੋ ਅਸੀਂ ਬਾਬਾ ਹੀ ਬਣਨਾ, ਤਾਂ ਅੱਜ ਆਪਾਂ ਇਕੱਠਾ ਇੱਕ ਡੇਰਾ ਬਣਾਵਾਂਗੇ, ਆਪਾਂ ਟੈਕਸ ਬਚਾਵਾਂਗੇ। ਸੁਨੀਤਾ ਸੇਮ ਨਹੀਂ ਹੈ, ਹੁਣ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ। ਸੈਸ ਦੇ ਵਿੱਚ ਕੀ ਸੀ, ਤੁਸੀਂ ਮੰਨ ਲਓ 5000 ਟੈਕਸ ਵੀ ਭਰ ਰਹੇ ਹੋ, ਤਾਂ 5000 ਦਾ 4% ਵੀ ਤੁਹਾਨੂੰ ਭਰਨਾ ਪੈ ਰਿਹਾ ਆਪਣਾ 200 ਰੁਪਏ, ਉਹ ਸੈਸ ਹੈ। ਲੇਕਿਨ ਤੁਸੀਂ 50 ਲੱਖ ਟੈਕਸ ਤਾਂ ਨਹੀਂ ਭਰ ਰਹੇ ਨਾ, ਤੁਸੀਂ 5000 ਟੈਕਸ ਭਰ ਰਹੇ ਸੀ, ਤੁਸੀਂ ਸਰਚਾਰਜ ਥੋੜੀ ਦਿਓਗੇ। ਜਿਹੜਾ ਬੰਦਾ 50 ਲੱਖ ਟੈਕਸ ਭਰਦਾ ਹੈ ਉਹ ਦੇਗਾ ਸਰਚਾਰਜ ਸਿਰਫ। ਹਾਂ, ਪਾਰਟਨਰਸ਼ਿਪ ਕਰ ਲਾਂਗੇ ਸੰਜੂ। ठीक है ना, समझ आया कि नहीं आया। सतनाम सारे फुल टाइम लागू रहता है, वो तो ये जो मोडी पूरा हो गया, तो इत्थे अपने कोल पिछे ਉਹੀ ਸੀਗਾ, समझ लो ਇਹਨੂੰ समझना था। ਤਾਂ ਇੱਥੇ ਕੀ ਕਹਿ ਰਹੇ, ਸੈਸ ਕਿੰਨਾ ਹੁੰਦਾ, ਕਹਿੰਦਾ 4%। ਕਿੰਨਾ ਹੁੰਦਾ 4%, ਸੈਸ ਲੱਗਦਾ 4%। ਸੈਸ ਕੀ ਹੈ, ਇੱਕ ਤਰ੍ਹਾਂ ਦਾ ਟੈਕਸ ਹੀ ਹੈ, ਇੱਕ ਤਰ੍ਹਾਂ ਦਾ ਟੈਕਸ ਹੀ ਹੈ, ਕਿਹੜਾ ਇੱਕ ਸਪੈਸੀਫਿਕ ਪਰਪਸ ਵਾਸਤੇ ਲਗਾਇਆ ਜਾ ਰਿਹਾ ਹੈ, till the time of the government gets enough money for that purpose। ਮੰਨ ਲਓ 5 ਕਰੋੜ ਰੁਪਇਆ ਚਾਹੀਦਾ ਸੀ ਸਰਕਾਰ ਨੂੰ ਗਾਵਾਂ ਨੂੰ ਸੰਭਾਲਣ ਵਾਸਤੇ, ਜਦੋਂ ਤੱਕ 5 ਕਰੋੜ ਨਹੀਂ ਪੂਰਾ ਹੋ ਗਿਆ ਉਦੋਂ ਤੱਕ ਟੈਕਸ ਲੱਗਦਾ ਰਿਹਾ, ਜਿਸ ਦਿਨ 5 ਕਰੋੜ ਪੂਰਾ ਹੋ ਗਿਆ ਉਸ ਦਿਨ ਸੈਸ ਬੰਦ ਹੋ ਜਾਏਗਾ, ਇਹਨੂੰ ਬੋਲਦੇ ਆ ਸੈਸ। ਠੀਕ ਹੈ, ਦੈਨ ਅੱਗੇ ਸਰਚਾਰਜ ਕੀ ਹੋ ਗਿਆ, ਕਹਿੰਦਾ ਜਦੋਂ ਤੁਹਾਡਾ ਟੈਕਸ ਹੀ ਹੋ ਗਿਆ 50 ਲੱਖ ਤੋਂ ਉੱਤੇ, ਹੁਣ ਇਨਕਮ ਨਹੀਂ 50 ਲੱਖ ਤੋਂ ਉੱਤੇ ਹੋਈ, ਟੈਕਸ ਹੋਇਆ 50 ਲੱਖ ਤੋਂ ਉੱਤੇ, ਐਨੇ ਅਮੀਰ ਹੋ ਤੁਸੀਂ, ਤਾਂ ਉਦੋਂ ਤੁਹਾਨੂੰ ਇੱਕ ਐਡੀਸ਼ਨਲ ਚਾਰਜ ਪੇ ਕਰਨਾ ਪੈਂਦਾ ਹੈ, ਤੇ ਉਹਨੂੰ ਕੀ ਬੋਲਦੇ ਆ ਆਪਾਂ, ਸਰਚਾਰਜ ਬੋਲਦੇ ਆ। ਲੇਕਿਨ ਇਹ ਲੱਗੇਗਾ ਕਿੰਦੇ ਉੱਪਰ, ਇਟਸ ਲਿਵਾਈਡ ਔਨ ਟੈਕਸ। ਲੈਵੀ ਹੁੰਦਾ ਲੱਗਣਾ, ਇੱਕ ਟੈਕਸ ਦੇ ਉੱਤੇ ਹੀ ਲੱਗੇਗਾ ਟੈਕਸ ਦੂਜਾ ਵੀ। ਇਹ ਹੁਣ ਵੀ 4% ਲੱਗਦਾ, ਬਿਲਕੁਲ ਅਵਤਾਰ। ਸੋ ਇਹ ਟੈਕਸ ਜਿਹੜਾ ਹੈਗਾ ਟੈਕਸ ਦੇ ਉੱਤੇ, ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਲੱਗਣਗੀਆਂ ਟੈਕਸ ਦੇ ਉੱਤੇ ਹੀ, ਇਨਕਮ ਦੇ ਉੱਪਰ ਨਹੀਂ ਲੱਗਣਗੀਆਂ। ਮੈਨੂੰ ਪਹਿਲਾਂ ਦੱਸ ਦਿਓ ਇੰਨਾ ਸਭ ਨੂੰ ਸਮਝ ਆ ਗਿਆ ਕਿ ਨਹੀਂ ਆਇਆ। ਗਗਨਦੀਪ ਸਿਵ ਆ ਗਿਆ ਜੀ, ਕਹਿੰਦਾ ਮੈਂ ਵੀ ਡੇਰਾ ਬਣਾਉਣਾ ਹੈ। ਦੀਪਕ ਸ਼ਰਮਾ ਕਹਿੰਦਾ ਮੈਂ ਤਾਂ ਬਾਬਾ ਖਾਨ ਮੰਗਾਲੀ ਦਾ ਚੇਲਾ ਬਣੂ ਮੈਂ ਤਾਂ। ਸਰ ਦੀਪਕ ਸ਼ਰਮਾ ਦੇਖੋ, ਜਿਸ ਹਿਸਾਬ ਨਾਲ ਬਾਬਾ ਖਾਨ ਮੰਗਾਲੀ ਹੁਣ ਜਿੰਦਾ ਹੈਗੇ ਨੇ, ਤਾਂ ਪਤਾ ਨਹੀਂ ਹੁਣ ਅੱਗੇ ਜਾ ਕੇ ਕਿੰਨੇ ਸਾਲ ਤੱਕ ਜਿੰਦਾ ਰਹਿੰਦੇ ਆ, 100 ਸਾਲ ਤੱਕ, 500 ਸਾਲ ਤੱਕ, 700 ਸਾਲ ਤੱਕ। ਸੋ ਆਪਾਂ ਨੂੰ ਨਹੀਂ ਪਤਾ, ਤੋਂ ਆਪਾਂ ਇੱਕ ਅਲੱਗ ਤੋਂ ਪद्धਤੀ ਧਾਰਨ ਕਰਾਂਗੇ, ਇੱਕ ਆਪਾਂ ਅਲੱਗ ਤੋਂ ਇੱਕ ਡੇਰਾ ਲਾਵਾਂਗੇ, ਜਿਹਦੇ ਵਿੱਚ ਜਿੰਦਾ ਨਾਮ ਆਪਾਂ ਰੱਖ ਲਾਂਗੇ ਕਾਮਨ, ਇੱਕ ਵੱਡਾ ਸਾਰਾ ਹੋਲ ਹੋਏਗਾ, ਹਰੇਕ ਬੰਦੇ ਦਾ ਆਪਦਾ ਆਸਨ ਲੱਗਿਆ ਹੋਏਗਾ, ਹਰੇਕ ਬੰਦਾ ਆਪਦਾ ਬਾਬਾ ਮਤਲਬ ਇੱਕ ਉਪਾਧੀ ਧਾਰਨ ਕਰ ਲੇਗਾ। ਤਾਂ ਆ ਜਾ ਜੀ, ਕੋਈ ਗੱਲ ਨਹੀਂ, ਆਪਾਂ ਕਰ ਲਾਂਗੇ ਸਲਾਹ। ਓਕੇ ਜੀ, ਚਲੋ ਜੀ। ਹੁਣ ਅੱਗੇ ਸੁਣ ਲਓ, TDS ਕੀ ਹੁੰਦਾ ਹੈ, what is the meaning of TDS। ਮੰਨ ਲਓ ਤੁਹਾਡੀ ਸੈਲਰੀ ਹੈ, ਤੁਸੀਂ ਨਾ ਨਵੇਂ ਲੱਗੇ ਜੋਬ ਤੇ, ਤੁਸੀਂ ਨਵੇਂ ਨਾ ਜੋਬ ਤੇ ਲੱਗੇ, ਇੱਕ ਤੋਂ ਤੁਹਾਨੂੰ ਪਤਾ ਲੱਗ ਗਿਆ, ਇਹਨੂੰ ਪੜ੍ਹ ਲੈਣਾ ਆਪੇ, ਮੈਂ ਤੁਹਾਨੂੰ ਸਮਝਾ ਦੇਣਾ। ਤੁਹਾਨੂੰ ਪਤਾ ਲੱਗਿਆ ਤੁਹਾਡੀ ਸੈਲਰੀ ਹੈਗੀ ਯਾਰ 1 ਲੱਖ ਰੁਪਇਆ, ਕਿੰਨੀ ਹੈਗੀ ਹੈ 1 ਲੱਖ।
1 ਲੱਖ ਰੁਪਏ ਤੁਹਾਡੀ ਸੈਲਰੀ ਹੈਗੀ ਹੈ ਤੇ 1 ਲੱਖ ਰੁਪਏ ਸੈਲਰੀ ਤੁਸੀਂ ਤਾਂ ਖੁਸ਼ ਹੋ ਗਏ, ਕਹਿੰਦਾ ਯਾਰ 1 ਲੱਖ ਰੁਪਏ ਮੈਨੂੰ ਮਿਲੇਗਾ। ਪਹਿਲਾਂ ਹੀ ਸਕੀਮ ਲਾ ਕੇ ਬੈਠੇ ਸੀ 50,000 ਮੈਂ ਘਰੇ ਦੇਣਾ ਹੀ ਦੇਣਾ ਹੈ, 50,000 ਮੇਰੇ ਕੋਲ ਬਚੇਗਾ, ਉਹ ਜਿਹੜਾ 50,000 ਬਚੇਗਾ ਉਹ ਮੈਂ ਉਡਾਣੇ ਨੇ, ਜਿੰਦੇ ਵਿੱਚੋਂ ਮੈਂ 30,000 ਇੱਕ ਇੰਸਟਾਲਮੈਂਟ ਦੇ ਦੇਣੀ ਹੈ, 20,000 ਮੈਂ ਇੱਕ ਆਦੀ ਸਹੇਲੀ ਨੂੰ ਦੱਸਿਆ ਹੋਇਆ ਮੈਂ ਤੈਨੂੰ 20,000 ਦਾ ਮੈਂ ਇੱਕ ਡਰੈਸ ਲੈ ਕੇ ਦੇਣੀ ਹੈ, ਤੇ ਬਾਕੀ ਜਿਹੜਾ ਬਚਿਆ ਕੁਛ ਹੈ ਉਹ ਤੁਸੀਂ ਆਪਦੇ ਆਪ ਤੇ ਲਗਾ ਲਓਗੇ, ਬਚਣਾ ਤਾਂ ਕੁਛ ਹੈ ਹੀ ਨਹੀਂ, ਹੈ ਨਾ। ਸੋ ਤੁਸੀਂ ਸੋਚਿਆ ਹੋਇਆ, ਇਹ ਸਭ ਕੁਝ ਸੋਚਿਆ ਹੋਇਆ, ਤੁਸੀਂ ਪਹਿਲਾਂ ਸੋਚ ਕੇ ਚੱਲੇ ਸੀ ਅੱਜ ਮੈਂ ਸੈਲਰੀ ਲੈਣ ਜਾਊਂਗਾ, 1 ਤਰੀਕ ਆ ਗਈ ਮੈਨੂੰ 1 ਲੱਖ ਮਿਲ ਜਾਏਗਾ। ਬਟ ਜਿਹੜਾ ਤੁਹਾਡੇ ਕੰਪਨੀ ਦਾ ਐਮਪਲੋਇਰ ਹੋਏਗਾ, ਜਿਹੜਾ ਸਾਹਮਣੇ ਬੈਠਾ ਜਿਹਨੇ ਸੈਲਰੀ ਦੇਣੀ ਹੈ, ਜਿਹਨੇ ਪੈਸੇ ਦੇਣੇ, ਉਹਦੇ ਉੱਪਰ ਉਹਨੂੰ ਸਰਕਾਰ ਨੇ ਪਹਿਲਾਂ ਹੀ ਕਿਹਾ ਹੋਇਆ ਅਗਰ ਕੋਈ ਐਦਾਂ ਦੇ ਬੰਦਾ ਆਂਦਾ ਹੈ ਜਿੰਦੀ ਇਨਕਮ ਬਹੁਤ ਜ਼ਿਆਦਾ ਹੈ ਤਾਂ ਉਹਨੂੰ ਤੂੰ ਟੈਕਸ ਕੱਟ ਕੇ ਦੇ ਦੇ, ਪਹਿਲਾਂ ਹੀ ਕੀ ਦੇ ਦੇ, ਟੈਕਸ ਪਹਿਲਾਂ ਹੀ ਕੱਟ ਕੇ ਦੇ ਦੇ। ਸੋ ਉਹਨੇ 10% ਟੈਕਸ ਕੱਟ ਲਿਆ, 90,000 ਰੁਪਏ ਤੁਹਾਡਾ ਰਹਿ ਗਿਆ। ਸੈਲਰੀ ਤੁਹਾਡੀ ਰੁੱਸ ਗਈ ਕਿਉਂਕਿ ਸੈਲਰੀ ਨੂੰ ਤੁਸੀਂ 20,000 ਦਾ ਵਾਅਦਾ ਕੀਤਾ ਹੋਇਆ ਸੀ ਤਾਂ 10,000 ਤੁਹਾਡੇ ਕੋਲ ਰਹਿ ਗਏ। ਸੋ ਜਿਹੜਾ ਉਹ 10,000 ਰੁਪਇਆ ਉਸ ਕੰਪਨੀ ਨੇ ਆਪਣਾ ਪਹਿਲਾਂ ਹੀ ਕੱਟ ਲਿਆ ਨਾ, ਮਤਲਬ ਸੈਲਰੀ ਮਿਲਣ ਲੱਗਿਆ ਕੱਟ ਲਿਆ। ਤੁਹਾਨੂੰ ਪੈਸੇ ਕਿੱਥੋਂ ਮਿਲਨੇ ਸੀ, ਕੰਪਨੀ ਵਿੱਚੋਂ ਮਿਲਨੇ ਸੀ। ਤੁਹਾਡਾ ਇਨਕਮ ਦਾ ਸੋਰਸ ਕੀ ਸੀ, ਕੰਪਨੀ। ਸੋ ਕੰਪਨੀ ਨੇ ਪੈਸੇ ਦੇਣ ਤੋਂ ਪਹਿਲਾਂ ਤੁਹਾਡੇ ਪੈਸੇ ਕੱਟ ਲਏ। ਜਿਵੇਂ ਕਿ ਤੁਸੀਂ ਸੁਣਿਆ ਹੋਵੇਗਾ ਲੋਟਰੀ ਦੇ ਪੈਸੇ ਕੱਟ ਕੇ ਮਿਲਦੇ ਨੇ, ਪੂਰੇ ਨਹੀਂ ਮਿਲਦੇ। 5 ਕਰੋੜ ਦੀ ਲੋਟਰੀ ਨਿਕਲੀ ਹੈ ਤਾਂ ਤੁਹਾਨੂੰ 4 ਕਰੋੜ ਰੁਪਇਆ ਜਾਂ 3.5 ਕਰੋੜ ਰੁਪਇਆ ਜਿੰਨਾ ਵੀ ਮਿਲੇਗਾ ਉਹ ਮਿਲੇਗਾ। ਸੋ ਇਹਦਾ ਮਤਲਬ ਕੀ ਹੋ ਗਿਆ, ਤੁਹਾਡਾ ਟੈਕਸ ਉੱਥੇ ਹੀ ਕੱਟ ਲਿੱਤਾ ਗਿਆ ਜਿੱਥੋਂ ਤੁਹਾਨੂੰ ਪੈਸੇ ਮਿਲਨੇ ਸੀ। what I'm saying, once repeating again, ਤੁਹਾਡਾ ਟੈਕਸ ਉੱਥੇ ਹੀ ਕੱਟ ਲਿੱਤਾ ਗਿਆ ਜਿੱਥੋਂ ਤੁਹਾਨੂੰ ਪੈਸੇ ਮਿਲਨੇ ਸੀ। that means the ਟੈਕਸ ਡਿਡਕਟ ਹੋ ਗਿਆ। ਡਿਡਕਟ ਹੁੰਦਾ ਕੱਟਣਾ, ਕਿੱਥੇ ਕੱਟਿਆ ਗਿਆ, ਸੋਰਸ ਤੇ। ਕਿੱਥੇ ਕੱਟਿਆ ਗਿਆ, ਸੋਰਸ ਤੇ। ਸੋਰਸ ਦਾ ਮਤਲਬ ਕੀ ਹੁੰਦਾ ਹੈ, ਜਿੱਥੋਂ ਪੈਸੇ ਮਿਲਨੇ ਸੀ। ਸੋ ਟੈਕਸ ਡਿਡਕਟਡ ਐਟ ਸੋਰਸ, that is a TDS। तो फुल फॉर्म ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਹੋਰ ਕੁਝ ਨਹੀਂ ਪਤਾ ਹੋਣਾ ਚਾਹੀਦਾ। ਐਂਡ ਦਾ TDS, what is the full form of TDS? ਜੋ ਤੁਹਾਨੂੰ ਪੈਸੇ ਕੱਟ ਕੇ ਮਿਲਦੀ ਸੈਲਰੀ ਉਹਨੂੰ ਬੋਲਦੇ TDS, ਜਿਹੜਾ ਕੱਟਿਆ ਗਿਆ। ਦੀਪਕ ਸ਼ਰਮਾ ਕਹਿੰਦੇ ਸਰ ਤੁਸੀਂ ਸਾਰੇ ਟੈਕਸ ਪੜਾਤੇ, ਵਿਆਹ ਤੋਂ ਬਾਅਦ ਸਰ ਇੱਕ ਟੈਕਸ ਹੋਰ ਐਡ ਹੋ ਜਾਏਗਾ, ਉਹਦਾ ਨਾਮ ਹੁੰਦਾ ਹੈ ਵਾਈਫ ਟੈਕਸ। ਠੀਕ ਹੈ ਜੀ, ਮਤਲਬ ਵਾਈਫ ਟੈਕਸ ਐਡ ਹੋ ਜਾਏਗਾ। ਬਿਲਕੁਲ ਅਵਤਾਰ, TDS, ਅੱਛਾ TDS ਰਿਫੰਡੇਬਲ ਹੁੰਦਾ ਹੈ। ਕਿੱਦਾਂ ਰਿਫੰਡੇਬਲ ਹੁੰਦਾ ਹੈ, ਹੁਣ ਸੁਣ ਲੈਣਾ। ਮੰਨ ਲਓ TDS ਉਹਨੇ 10,000 ਮਹੀਨਾ ਕੱਟਦਾ ਗਿਆ ਐਂਡ ਦੇ ਆਂਦੇ ਨਾ ਮਤਲਬ 10,000 ਕਰਕੇ 1,20,000 ਉਹਨੇ ਕੱਟ ਲਿਆ। ਲੇਕਿਨ ਜਦੋਂ ਤੁਸੀਂ ITR ਭਰਨ ਗਏ, ਇਨਕਮ ਟੈਕਸ ਰਿਟਰਨ ਭਰਨ ਗਏ, ਤਾਂ ਇਨਕਮ ਟੈਕਸ ਰਿਟਰਨ ਭਰਨ ਦੇ ਟਾਈਮ ਤੇ ਤੁਸੀਂ ਇਹ ਸ਼ੋ ਕਰਤਾ ਯਾਰ ਮੇਰਾ ਨਾਲ ਟੈਕਸ ਜ਼ਿਆਦਾ ਕੱਟ ਲਿਆ ਸੀ, ਕਿਉਂਕਿ ਮੇਰਾ ਟੈਕਸ ਇੰਨਾ ਬਣਦਾ ਨਹੀਂ ਸੀ, ਮੈਂ ਇਨਵੈਸਟਮੈਂਟ ਕੀਤੀ ਹੈ, ਮੈਂ ਇੱਥੇ ਪੈਸੇ ਲਾਏ, ਮੈਂ ਉੱਥੇ ਪੈਸੇ ਲਾਏ, ਮੈਨੂੰ ਡਿਡਕਸ਼ਨਸ ਚਾਹੀਦੀਆਂ ਨੇ, ਮੈਨੂੰ ਡਿਡਕਸ਼ਨਸ ਦਿਓ। ਤਾਂ ਐਸੇ ਕਰਕੇ ਐਂਡ ਤੇ TDS ਸੈਟਲਮੈਂਟ ਹੋ ਜਾਂਦੀ ਹੁੰਦੀ ਹੈ, ਉਹ ਸਰਕਾਰ ਨਾਲ ਸੈਟਲਮੈਂਟ ਹੋ ਜਾਂਦੀ ਹੈ ITR ਫਿਲ ਕਰਦੇ ਟਾਈਮ ਤੇ, ਜੇ ਪਹਿਲਾਂ ਜ਼ਿਆਦਾ ਕੱਟਿਆ ਜਾਵੇ ਤਾਂ। ਠੀਕ ਹੈ, ਉਹ ਹੋ ਜਾਂਦੀ ਹੈ। ਅੱਗੇ ਆ ਜਾਓ। ਹੁਣ ਤੁਹਾਨੂੰ ਇਨਕਮ ਟੈਕਸ ਰਿਟਰਨ ਭਰਨ ਵਾਸਤੇ ਕੀ ਚੀਜ਼ ਜ਼ਰੂਰੀ ਹੈ, ਜਿਵੇਂ ਤੁਹਾਨੂੰ ਕਿਤੇ ਤੁਸੀਂ ਘੁੰਮਣ ਜਾ ਰਹੇ ਹੋ ਜਾਂ ਫਿਰ ਤੁਸੀਂ ਸਕੂਲੇ 'ਚ ਐਡਮਿਸ਼ਨ ਲੈਂਦੇ ਹੋ, ਤੁਹਾਨੂੰ ਐਂਟਰੀ ਵਾਸਤੇ ID ਕਾਰਡ ਬਣਵਾਉਣਾ ਪੈਂਦਾ ਨਾ, ਉਦਾਂ ਹੀ ਆਪਣੀ ਸਰਕਾਰ ਨੇ ਆਧਾਰ ਕਾਰਡ ਪੱਕਾ ਕਰਤਾ ਨਾ। ਤਾਂ ਜਦੋਂ ਤੁਸੀਂ ਆਪਣੇ ਕੋਲ ITR ਭਰਨੀ ਹੈ, ITR ਦਾ ਮਤਲਬ ਕੀ ਹੈ, ਇਨਕਮ ਟੈਕਸ ਰਿਟਰਨ। ਦੈਟ ਮੀਨਸ ਇਨਕਮ ਟੈਕਸ ਰਿਟਰਨ ਭਰਨੀ ਹੈ, ਸਰਕਾਰ ਨੂੰ ਦੇਣੀ ਹੈ, ਤੁਹਾਡਾ ਪੈਨ ਕਾਰਡ ਹੋਣਾ ਜ਼ਰੂਰੀ ਹੈ। ਜਿੰਨਾ ਨਹੀਂ ਹੈਗਾ ਬਣਵਾ ਲਓ। ਹੁਣ ਕਹੋਗੇ ਸਰ ਅਸੀਂ ਕਿਹੜਾ ਪੈਸੇ ਕਮਾਉਂਦੇ ਹਾਂ, ਦੇਖੋ ਸਰਕਾਰ ਨੂੰ ਸ਼ੋਅ ਕਰੋ। ਸਰਕਾਰ ਕਿਉਂ ਸਾਰਾ ਕੁਝ ਆਨਲਾਈਨ ਸਿਸਟਮ ਦੇ ਵਿੱਚ ਲੈ ਕੇ ਆ ਰਹੀ ਹੈ, ਤੁਸੀਂ ਸ਼ੋਅ ਕਰ ਪਾਓ ਤੁਸੀਂ ਕਿੰਨੇ ਪੈਸੇ ਕਮਾਉਂਦੇ ਹੋ। ਨਹੀਂ ਥੰਡਰਸਟੋਰਮ, ਦੇਖੋ ਗੁੱਸਾ ਤਾਂ ਮੈਂ ਕਰੂੰਗਾ ਤੁਹਾਡੀ ਗੱਲ ਦਾ, ਤੁਸੀਂ ਜਿਹੜੀ ਗੱਲ ਬੋਲੀ ਹੈ ਇਹ ਤਾਂ ਜਿੱਥੇ ਤੁਸੀਂ ਲਾਈਵ ਬੈਠੇ ਹੋ 10 ਕੁ ਬੰਦੇ ਬੈਠੇ ਨੇ ਉੱਥੇ, ਮੈਂ ਤਾਂ ਗੁੱਸਾ ਨਹੀਂ ਕਰਦਾ, ਲੇਕਿਨ ਉਹਨਾਂ ਵਿੱਚ ਕੋਈ ਬੰਦਾ ਹੋਇਆ ਨਾ ਤਾਂ ਉਹ ਤੁਹਾਨੂੰ ਲੱਭਣ ਜ਼ਰੂਰ ਆਏਗਾ। ਥੰਡਰਸਟੋਰਮ ਨਾਮ ਰੱਖਿਆ, ਤੁਸੀਂ ਬਚ ਕੇ ਜ਼ਿਆਦਾ ਨਾਮ ਰੱਖਿਆ ਹੁੰਦਾ ਨਾ ਤਾਂ ਹੁਣ ਤੁਸੀਂ ਜਲਦੀ ਨਾਮ ਚੇਂਜ ਕਰ ਲੈਣਾ, ਕਿਉਂਕਿ ਤੁਹਾਨੂੰ ਉੱਥੇ ਭੇਜ ਦੇਣਗੇ ਫਿਰ। ਠੀਕ ਹੈ, ਸੋ ਪੈਨ ਕਾਰਡ ਬਣਵਾ ਲਓ, ਕਿ ਪੈਨ ਕਾਰਡ ਬਣਵਾਉਣ ਦਾ ਫਾਇਦਾ ਕੀ, ਤੁਸੀਂ ਸਰਕਾਰ ਨੂੰ ਸ਼ੋਅ ਕਰ ਪਾਓਗੇ ਯਾਰ ਵੀ ਅਸੀਂ ਬੇਰੁਜ਼ਗਾਰ ਹਾਂ, ਅਸੀਂ ਪੈਸੇ ਕਮਾ ਹੀ ਨਹੀਂ ਰਹੇ, ਸਾਡੀ ਟੈਕਸੇਬਲ ਇਨਕਮ ਬਣਦੀ ਨਹੀਂ। ਤਾਂ ਸਰਕਾਰ ਨੂੰ ਡਾਟਾ ਪਤਾ ਲੱਗ ਪਾਏਗਾ ਇੰਡੀਆ ਦੇ ਵਿੱਚ ਕਿੰਨੇ ਬੰਦੇ ਕਿੰਨਾ ਪੈਸਾ ਕਮਾ ਰਹੇ ਹੈ, ਪਰ ਕੈਪੀਟਾ ਇਨਕਮ ਇੰਡੀਆ ਦੀ ਕਿੰਨੀ ਹੈ। ਸੋ ਤੁਸੀਂ ਅਗਰ ਨਹੀਂ ਸ਼ੋਅ ਕਰਦੇ ਦੈਟ ਮੀਨਸ ਤੁਸੀਂ ਇੱਕ ਇੰਡੀਅਨ ਸਿਟੀਜ਼ਨ ਵਧੀਆ ਨਹੀਂ ਹੈਗੇ, ਸੋਹਣੇ ਨਹੀਂ ਹੈਗੇ, ਸੋਹਣੇ ਦਾ ਸੈਂਸ ਸਿਆਣੇ ਨਹੀਂ ਹੈਗੇ, ਸੋਹਣੇ ਤਾਂ ਤੁਸੀਂ ਸਾਰੇ ਹੀ ਹੋ, ਹਨਾ। ਦੈਨ ਉਹਦੇ ਦਾ ਕਹਿੰਦਾ ਸੀਰੀਅਸ ਹੋ ਕੇ ਮਜ਼ਾਕ ਕੀਤਾ, ਐਵੇਂ ਹੁੰਦਾ, ਸੁਣੀ ਤਾਂ ਕਰਨਾ ਪੈਂਦਾ। ਹੁਣ ਦੇਖੋ ਪੈਨ ਕਾਰਡ ਤੁਹਾਡੇ ਕੋਲ ਹੋਏਗਾ, ਇੱਕ ਪੇਪਰ ਬੈਂਕਿੰਗ ਦਾ ਐਗਜ਼ਾਮ ਆਉਂਦੇ ਨੇ ਜਿਹੜਾ IBPS SBI, ਉਹਦੇ ਵਿੱਚ ਤਾਂ ਇਹ ਵੀ ਆ ਜਾਂਦਾ ਹੁੰਦਾ ਹੈ ਵੀ ਪੈਨ ਕਾਰਡ ਦੇ ਉੱਪਰ ਕੀ ਡਿਟੇਲ ਮੈਂਸ਼ਨ ਹੁੰਦੀ ਹੈ। ਆਪਣੇ ਪੰਜਾਬ ਵਿੱਚ ਆਉਣ ਦੀ ਉਮੀਦਾਂ ਹੈਗੀਆਂ ਇਸ ਵਾਰ। ਸੋ ਆਪਣੇ ਕੋਲ ਪੈਨ ਕਾਰਡ ਕੀ ਹੁੰਦਾ, ਪੈਨ ਕਾਰਡ ਦੇ ਉੱਪਰ ਇੱਕ ਨਾਮ ਨਾਮ ਲਿਖਿਆ ਹੋਏਗਾ, ਤੁਹਾਡਾ ਫਾਦਰ ਨੇਮ ਹੋਏਗਾ, ਜ਼ਰੂਰ ਹੋਏਗਾ, ਤੁਹਾਡੀ ਡੇਟ ਆਫ ਬਰਥ ਹੋਏਗੀ, 10 ਕਰੈਕਟਰ ਦਾ ਇੱਕ ਨੰਬਰ ਹੋਏਗਾ, ਤੁਹਾਡੇ ਇੱਕ ਸਿਗਨੇਚਰ ਹੋਣਗੇ, ਤੁਹਾਡੀ ਇੱਕ ਸੋਹਣੀ ਜੀ ਫੋਟੋ ਲੱਗੀ ਹੋਏਗੀ। ਤੁਹਾਨੂੰ ਪਤਾ ਜਿਵੇਂ ਆਧਾਰ ਕਾਰਡ ਤੇ ਤੁਹਾਡੀ ਸੋਹਣੀ ਫੋਟੋ ਲੱਗੀਆਂ ਹੁੰਦੀਆਂ,
ਪੈਨ ਕਾਰਡ ਜਿਹੜਾ ਹੈਗਾ ਉਹ ਲੋਗੋ ਤੇ ਹੋਲੋਗ੍ਰਾਮ ਦੇ ਅੰਡਰ ਆਉਂਦਾ, ਡੈਟ ਮੀਨਸ ਉਹਨਾਂ ਦਾ ਇੱਕ ਸਿੰਬਲ, ਇੱਕ ਚਿੰਨ੍ਹ ਬਣਿਆ ਹੋਏਗਾ ਆਪਣੀ ਗਵਰਨਮੈਂਟ ਦਾ, ਸਰਕਾਰ ਦਾ, ਤੇ ਇੱਕ ਟੈਗ ਵੀ ਲੱਗਿਆ ਹੋਏਗਾ ਇਨਕਮ ਟੈਕਸ ਡਿਪਾਰਟਮੈਂਟ ਦਾ, ਕਿਉਂਕਿ ਇਨਕਮ ਟੈਕਸ ਕਾਊਂਟ ਕਰਨ ਵਾਸਤੇ ਹੈਗਾ। ਹੁਣ ਆਪਾਂ ਪੜ੍ਹਨਾ ਕੀ ਹੈ, ਮੇਨ ਚੀਜ਼ ਆਪਾਂ ਪੜ੍ਹਨੀ ਹੈ, ਅੱਛਾ ਤੁਹਾਡੇ ਕੋਲ ਆਪਸ਼ਨ ਆਏਗੀ, ਇੱਕ ਤਾਂ ਮਦਰ ਨੇਮ ਯਾਦ ਰੱਖਿਆ ਜਿਹਦੇ ਉੱਤੇ ਨਹੀਂ ਹੁੰਦਾ, ਤੇ ਦੂਸਰਾ ਘਰ ਦਾ ਐਡਰੈਸ ਨਹੀਂ ਹੁੰਦਾ। ਇਹ ਦੋਨੋਂ ਚੀਜ਼ਾਂ ਨਹੀਂ ਹੁੰਦੀਆਂ ਤੁਹਾਡੇ ਕੋਲ। ਅਗਰ ਪੈਨ ਕਾਰਡ ਹੈ ਖੋਲ ਕੇ ਦੇਖ ਲੈਣਾ, ਇਹ ਦੋ ਚੀਜ਼ਾਂ ਨਹੀਂ ਹੁੰਦੀਆਂ। ਪੇਪਰ ਦੇ ਵਿੱਚ ਆਉਂਦਾ ਹੁੰਦਾ ਕਿਹੜੀ ਚੀਜ਼ ਮੈਂਸ਼ਨ ਨਹੀਂ ਹੈ। ਬਿਲਕੁਲ ਦਾਰ ITR ਨਾਲ ਸਿਵਲ ਸਕੋਰ ਵੀ ਅਪ ਹੁੰਦਾ ਹੈ, ਬੈਂਕ ਨਾਲ ਰਿਲੇਸ਼ਨ ਅੱਛੇ ਬੰਦੇ ਆ, ਕੱਲ ਨੂੰ ਬੈਂਕ ਤੁਹਾਨੂੰ ਲੋਨ ਅੱਛਾ ਦੇ ਦਿੰਦਾ ਹੈ, ਕੱਲ ਨੂੰ ਬੈਂਕ ਨਾਲ ਬੜੇ ਅੱਛੇ ਰਿਲੇਸ਼ਨ ਬਣਾ ਕੇ ਤੁਸੀਂ ਬਹੁਤ ਅੱਗੇ ਅੱਛਾ ਫਾਇਦਾ ਲੈ ਸਕਦੇ ਹੋ ਬੈਂਕ ਦਾ। ਜਗਦੀਸ਼ ਸਿੱਧੂ ਕਹਿੰਦੇ ਮੈਂ ਬਾਬਾ ਬਣ ਗਿਆ, MLA MP ਮੇਰੇ ਪੈਰੀ ਡਿੱਗਣ ਗਏ। ਬਿਲਕੁਲ ਯਾਰ, ਕਹਿੰਦੇ ਨਾ, ਕਹਿੰਦੇ ਸਭ ਤੋਂ ਪਹਿਲਾਂ ਕਿਹੜੇ ਆਉਂਦੇ ਨੇ, ਆਰਟਸ ਵਾਲੇ, ਫਿਰ ਆਉਂਦੇ ਨੇ ਇੰਟਰ ਆਰਟਸ ਵਾਲੇ, ਫਿਰ ਆਉਂਦੇ ਨੇ ਸਾਇੰਸ ਵਾਲੇ, ਫਿਰ ਉਹਦੇ ਤੋਂ ਬਾਅਦ ਆਉਂਦੇ ਨੇ BA ਕਰਦੇ ਆ। ਉਹ BA ਵਾਲੇ ਉਹਦੇ ਤੋਂ ਬਾਅਦ BA ਵਾਲੇ ਕੀ ਕਰ ਲੈਂਦੇ, BA ਵਾਲੇ ਤੇ ਲੈਂਦੇ UPSC। BCom ਵਾਲੇ ਕੀ ਹੁੰਦੇ ਨੇ, BCom ਵਾਲੇ ਬਣ ਜਾਂਦੇ ਨੇ ਆਪਣੇ ਅਕਾਊਂਟੈਂਟ, ਤੇ ਜਿਹੜੇ MBA ਵਾਲੇ ਹੁੰਦੇ ਉਹ ਬਿਜ਼ਨਸਮੈਨ ਬਣ ਜਾਂਦੇ ਨੇ ਅੱਗੇ ਜਾ ਕੇ, ਤੇ ਜਿਹੜੇ ਆਪਣੇ ਸਾਇੰਸ ਵਾਲੇ ਹੁੰਦੇ ਨੇ ਉਹ ਅੱਗੇ ਜਾ ਕੇ ਇੰਜੀਨੀਅਰ ਬਣ ਜਾਂਦੇ ਨੇ, ਤੇ ਜਿਹੜੇ ਹੁੰਦੇ ਆ ਵਿਹਲੇ ਅਨਪੜ੍ਹ ਲੋਕ ਮੇਰੇ ਵਰਗੇ ਉਹ ਬਣ ਜਾਂਦੇ ਬਾਬੇ। ਤਾਂ ਹੁਣ ਦੇਖੋ ਬਾਬੇ ਸਭ ਤੋਂ ਉੱਤੇ ਨੇ, ਬਾਬੇ ਸਭ ਤੋਂ ਉੱਤੇ ਹੈ, ਚਾਹੇ MP ਹੈ, ਚਾਹੇ MLA ਹੈ, ਚਾਹੇ ਅਕਾਊਂਟੈਂਟ ਹੈ, ਚਾਹੇ ਕੋਈ ਮਰਜ਼ੀ ਹੈ, ਉਹ ਬਾਬਿਆਂ ਕੋਲ ਹੀ ਆਣਗੇ। ਹਾਂਜੀ ਬਾਬਾ ਜੀ ਸਾਡਾ ਭਵਿੱਖ ਦੱਸੋ, ਤਾਂ ਮੈਂ ਭਵਿੱਖ ਦੱਸ ਦਾਂਗਾ ਸੋਹਣਾ ਜਿਹਾ। ਚਲੋ ਹੁਣ ਦੇਖੋ ਆਪਾਂ ਕੀ ਪੜ੍ਹਨਾ ਹੈ, ਆਪਾਂ ਪੜ੍ਹਨਾ 10 ਕਰੈਕਟਰ, ਵੀ 10 ਡਿਜਿਟ ਕਿਹੜੇ ਕਿਹੜੇ ਹੁੰਦੇ ਆ। ਤਾਂ ਯਾਦ ਹੋ ਗਿਆ, ਨੇਮ, ਫਾਦਰ ਨੇਮ, ਡੇਟ ਆਫ ਬਰਥ, ਇਹ ਤਾਂ ਪੱਕਾ ਹੀ ਹੋਏਗਾ। ਦੈਨ ਸਿਗਨੇਚਰ ਫੋਟੋਗ੍ਰਾਫ ਵੀ ਹੋਏਗੀ, ਫੋਟੋ ਲੱਗੀ ਹੋਏਗੀ, ਤੇ ਇਹ ਗਵਰਨਮੈਂਟ ਦੇ ਵੱਲੋਂ ਮੋਹਰ ਵੀ ਲੱਗੀ ਹੋਏਗੀ। 10 ਕਰੈਕਟਰ ਜਿਹੜੇ ਹੁੰਦੇ ਨਾ ਉਹ ਆ ਹੋਣਗੇ, ਇਹਨੂੰ ਹੁਣ ਸਮਝ ਲੈਣਾ। ਪਹਿਲਾਂ ਤੁਹਾਨੂੰ ਮੈਂ ਆਹ ਵਾਲਾ ਪੁਆਇੰਟ ਨਹੀਂ ਸਮਝਾਊਂਗਾ, ਜਿਹੜਾ ਹੋਏਗਾ ਸੈਕਿੰਡ ਨੰਬਰ ਛੱਡ ਦੇਣਾ ਇੱਕ ਵਾਰੀ, ਇਹਨੂੰ ਮੈਂ ਤੁਹਾਨੂੰ ਸਮਝਾਊਂਗਾ ਬਾਅਦ ਚ। ਪਹਿਲਾਂ ਸਮਝਣਾ, ਕਹਿੰਦਾ ਜਿਹੜਾ ਫਸਟ 3 ਕਰੈਕਟਰ ਹੋਣਗੇ, ਪਹਿਲੇ 3 ਕਰੈਕਟਰ ਹੋਣਗੇ, ਪਹਿਲੇ 3 ਕਰੈਕਟਰ, ਪਹਿਲੇ 3 ਅਲਫਾਬੈਟ ਹੋਣਗੇ, ਤੇ ਇਹ ਕੰਬੀਨੇਸ਼ਨ ਹੋ ਸਕਦਾ ਫਰੋਮ ਦਾ ਇੰਗਲਿਸ਼ ਅਲਫਾਬੈਟ, ਕੁਝ ਮਰਜ਼ੀ, ਲਾਈਕ ABC ਕੁਝ ਵੀ ਹੋ ਗਿਆ, ABC ਕੁਝ ਕੰਬੀਨੇਸ਼ਨ ਹੋ ਗਿਆ। ਸੈਕਿੰਡ ਨੰਬਰ ਵਾਲਾ ਮੈਂ ਦੱਸੂਗਾ, 4th ਲੈਟਰ ਮੈਂ ਬਾਅਦ ਚ ਦੱਸਦਾ, ਇੱਕ ਵਾਰ ਸੁਣ ਲੈਣਾ। 4th ਲੈਟਰ ਮੈਂ ਛੱਡ ਦੇਣਾ ਇੱਥੇ, 4 ਛੱਡ ਦੇਣਾ, ਅੱਗੇ 5th 6th 7 8 9 10 4 ਛੱਡਦਾ। ਅੱਗੇ ਦੇਖੋ ਜਿਹੜਾ 5th ਕਰੈਕਟਰ ਹੋਏਗਾ ਇਹ ਕੀ, ਇੱਕ ਅਲਫਾਬੈਟ ਹੋਏਗਾ, ਇਹ ਡਿਨੋਟ ਕਰੇਗਾ ਫਸਟ ਕਰੈਕਟਰ ਆਫ ਯੂਅਰ ਸਰਨੇਮ। ਲਾਈਕ ਤੁਹਾਡਾ ਸਰਨੇਮ ਕੁਮਾਰ ਹੈ ਤਾਂ ਤੁਸੀਂ ਇੱਥੇ K ਲਿਖੋਗੇ, ਕੀ ਲਿਖੋਗੇ, K ਲਿਖੋਗੇ। ਅੱਗੇ ਜਿਹੜੇ ਨੈਕਸਟ 4 ਕਰੈਕਟਰ ਹੋਣਗੇ ਨਾ, ਜਿਹੜੇ ਨੈਕਸਟ 4 ਕਰੈਕਟਰ ਹੋਣਗੇ ਉਹ ਨੂਮੈਰਿਕ ਹੋਣਗੇ ਤੇ ਰੈਂਡਮ ਹੋਣਗੇ। ਰੈਂਡਮ ਮਤਲਬ 7 6 3 2 ਰੈਂਡਮ ਹੋ ਗਿਆ। ਜਿਹੜਾ ਲਾਸਟ ਕਰੈਕਟਰ ਹੋਏਗਾ ਉਹ ਵੀ ਅਲਫਾਬੈਟ ਹੋਏਗਾ, ਲਾਈਕ ਇੱਥੇ A ਹੋ ਗਿਆ। ਤੇ ਜਿਹੜਾ ਆਹ ਵਾਲਾ ਕਰੈਕਟਰ ਹੈ ਨਾ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਆਹ 2 ਕਰੈਕਟਰ ਫਿਕਸ ਹੁੰਦੇ ਨੇ। 2 ਕਰੈਕਟਰ ਕੀ ਹੁੰਦੇ ਨੇ, ਫਿਕਸ ਹੁੰਦੇ ਨੇ। ਫਿਕਸ ਦਾ ਮਤਲਬ ਹੁੰਦਾ ਹੈ ਵੀ ਇਹ 2 ਕਰੈਕਟਰ ਉਹ ਜਿਹੇ ਹੀ ਆਣੇ ਆ ਬੰਦੇ ਦੇ ਹਿਸਾਬ ਨਾਲ, ਬਾਕੀ ਜਿੰਨੇ ਵੀ ਕਰੈਕਟਰ ਸੀ ਉਹ ਤਾਂ ਰੈਂਡਮ ਹੋ ਗਏ, ਬਾਕੀ ਸਾਰੇ ਤਾਂ ਰੈਂਡਮ ਹੋ ਗਏ ਨਾ। ਜਿਹੜੇ ਆਹ ਵਾਲੇ ਆਪਣੇ ਕੋਲ ਸੀ ਇਹ ਰੈਂਡਮ ਨਹੀਂ ਹੋਏ। ਥੰਡਰਸਟੋਰਮ ਇੱਕ ਟੀਚਰ ਆਏ ਸੀ ਉਹਨੇ, ਆਸ਼ਿਮ ਸਰ ਜੇ ਤੁਸੀਂ ਜਾਣਦੇ ਹੋ ਤਾਂ, ਉਹਨਾਂ ਨੇ ਵੀ ਤੁਹਾਡਾ ਕਮੈਂਟ ਪੜਿਆ, ਉਹ ਕਹਿੰਦੇ ਸਰ ਇਹ ਬੰਦਾ ਜਾਏਗਾ, ਇਹਨੂੰ ਫੈਂਟ ਸਕਦੇ ਸਰ ਬਾਕੀ ਬੰਦੇ। ਸਰ ਇਹ ਮੈਨੂੰ ਲੱਗਦਾ ਹੁਣ ਲਾਈਵ ਵੀ ਬੰਦ ਹੋ ਗਿਆ, ਜਦੋਂ ਇਹ ਕਹਿੰਦਾ ਸਰ ਗੁੱਸਾ ਤਾਂ ਨਹੀਂ ਕਰਦੇ, ਕਹਿੰਦਾ ਇਹ ਵੀ ਉੱਥੇ ਹੋਏਗੀ ਉਹਦੇ ਚ, ਕਿਉਂਕਿ ਅਸੀਂ ਸੋਚਿਆ ਸੀ, ਅਸੀਂ 3-4 ਦਿਨ ਕਹਿ ਰਹੇ ਸਰ ਬਾਬਿਆਂ ਦਾ ਕੰਮ ਵਧੀਆ, ਤਾਂ ਮੈਂ ਕਿਹਾ ਮੈਂ ਤਾਂ ਬਾਬਾ ਬਣ ਜਾਣਾ ਉਹਦੇ ਤੋਂ ਬਾਅਦ। ਨਹੀਂ ਖਾਨ ਮੰਗਾਲੀ ਨਹੀਂ, ਆਪਾਂ ਵੱਖਰਾ ਨਾਮ ਰੱਖਾਂਗੇ, ਆਪਦੀ ਪੱਧਤੀ ਧਾਰਨ ਕਰਾਂਗੇ ਇੱਕ ਵੱਖਰੇ। ਤੇ ਉਹ ਇੱਕ ਬਿਜ਼ਨਸ ਸਰ ਨੇ ਹੋਰ ਦੱਸਤਾ, ਚਲੋ ਮੈਂ ਸ਼ੇਅਰ ਤਾਂ ਨਹੀਂ ਕਰਾਂਗਾ, ਬਟ ਅਸੀਂ ਉਹ ਬਿਜ਼ਨਸ ਵੀ ਮੈਂ ਸੋਚਾਂਗਾ। ਹਾਂ ਨਹੀਂ ਮੈਂ ਨਹੀਂ ਕੁਝ ਬੋਲ ਰਿਹਾ ਸਰ। ਅੱਛਾ ਆਹ ਦੋਨੋਂ ਫਿਕਸ ਹੈ। ਇੱਥੇ ਆਪਣੇ ਕੋਲ ਚੌਥਾ ਕਰੈਕਟਰ ਕੀ ਆਏਗਾ, ਪੰਜਵਾਂ ਤਾਂ ਹੋ ਗਿਆ ਸਰਨੇਮ ਦਾ ਫਸਟ, ਚੌਥਾ ਕਰੈਕਟਰ ਆਪਣੇ ਕੋਲ ਆਏਗਾ, ਕਹਿੰਦੇ ਉਹ ਬੰਦਾ ਕਿੱਦਾਂ ਦੀ ਕੈਟੇਗਰੀ ਕਿਹੜੀ ਬਿਲੋਂਗ ਕਰਦਾ ਹੈ। ਕੈਟੇਗਰੀ ਜਾਂ ਤਾਂ ਉਹ ਐਸੋਸੀਏਸ਼ਨ ਹੈ, ਇੱਕ ਸੰਘ ਬਣਾਇਆ ਹੋਇਆ ਉਹਨਾਂ ਨੇ, ਜਾਂ ਫਿਰ ਉਹ ਇੱਕ ਕੰਪਨੀ ਹੈ, ਜਾਂ ਸਰਕਾਰ, ਕਿਉਂਕਿ ਸਰਕਾਰ ਦਾ ਵੀ ਇੱਕ ਇਨਕੋ ਬਣੇਗਾ ਨਾ, ਪੈਨ ਕਾਰਡ ਬਣੇਗਾ, ਜਾਂ ਲੋਕਲ ਅਥਾਰਟੀ ਹੈ, ਜਾਂ ਇੱਕ ਇੰਡੀਵਿਜੂਅਲ ਹੈ, ਜਾਂ ਬੋਡੀ ਆਫ ਇੰਡੀਵਿਜੂਅਲ ਹੈ। ਕਾਫੀ ਸਾਰੇ ਕੱਲੇ ਬੰਦੇ ਇਕੱਠੇ ਹੋਏ ਨੇ, ਫਰਮ ਹੈਗੀ ਹੈ, ਹਿੰਦੂ ਅਨਡਿਵਾਈਡਡ ਫੈਮਿਲੀ ਹੈ, ਆਰਟੀਫਿਸ਼ੀਅਲ ਜੁਡੀਸ਼ੀਅਲ ਪਰਸਨ ਹੈ, ਜਾਂ ਫਿਰ ਆਪਣੇ ਕੋਲ ਐਸੋਸੀਏਸ਼ਨ ਆਫ ਟਰਸਟ ਹੈ। ਸਰ ਇਹ ਸਾਰੀਆਂ ਚੀਜ਼ਾਂ ਕੀ ਹੁੰਦੀਆਂ, ਮੰਨ ਲਓ ਤੁਸੀਂ ਕੁਝ ਪੈਸੇ ਕਮਾ ਰਹੇ ਹੋ, ਕਿਧਰ ਲੱਗੇ ਹੋਏ ਹੋ, ਸੈਲਰੀ ਕਮਾ ਰਹੇ ਹੋ, ਦੈਟ ਮੀਨਸ ਤੁਹਾਡਾ ਇੱਕ ਪੈਨ ਕਾਰਡ ਜਿਹੜਾ ਬਣੇਗਾ ਨਾ, ਦੈਟ ਮੀਨਸ ਯੂ ਆਰ ਅ ਇੰਡੀਵਿਜੂਅਲ ਪਰਸਨ। ਤੁਸੀਂ ਕੀ ਹੋ, ਤੁਸੀਂ ਇੱਕ ਇੰਡੀਵਿਜੂਅਲ ਪਰਸਨ ਹੋ। ਲੇਕਿਨ ਜੇ ਤੁਸੀਂ ਕੰਪਨੀ ਖੋਲੀ ਤਾਂ ਤੁਹਾਡਾ ਇੱਕ ਇਨਕਮ ਟੈਕਸ ਪੈਨ ਕਾਰਡ ਅਲੱਗ ਬਣੇਗਾ ਇਨਕਮ ਟੈਕਸ ਲਈ, ਕੰਪਨੀ ਦਾ ਅਲੱਗ ਬਣੇਗਾ। ਤੁਸੀਂ ਇੱਕ ਫਰਮ ਖੋਲੀ, ਫਰਮ ਦਾ ਅਲੱਗ ਬਣੇਗਾ। ਸੋ ਐਦਾਂ ਬੰਦੇ ਹੁੰਦੇ ਆ। ਤਾਂ ਅਗਰ ਮੰਨ ਲਓ ਉਹ ਵਾਲਾ ਬੰਦਾ ਐਸੋਸੀਏਸ਼ਨ ਚਲਾ ਰਿਹਾ, ਸੰਘ ਚਲਾ ਰਿਹਾ, ਤਾਂ ਐਸੋਸੀਏਸ਼ਨ ਦੇ A ਤੋਂ A ਆ ਜਾਏਗਾ,
सी तो सी आ जाएगा, गवर्नमेंट दे जी तो जी आ जाएगा, एल तो एल आ जाएगा। लेकिन सब तो इंपोर्टेंट ये है पी। पी का मतलब की है इंडिविजुअल, मतलब तुसी कल्ले लाइक हुण तुसी अज दे टाइम ते एक तुसी टैक्स पेयर हो, मान लो तुसी पैसे कमा रहे हो तो तुहाडे नाम दे अगे नाम दा मतलब कंपनी दा टैग लगेगा कैटेगरी दा, इत्थे की लगेगा, इत्थे लगेगा पी लगेगा, की लगेगा पी लगेगा। तुसी अपना अपना पैन कार्ड चेक कर लेना, अगर तुसी कंपनी दा नहीं बनवाया होया तुहाडे इत्थे पी लग्या होएगा। पी दा मतलब की हो गया, पी दा मतलब हो गया इंडिविजुअल। याद किद्दां करांगे, पी दा मतलब पर्सन हो गया, एक पर्सन हो गया। सो पर्सनल इनकम टैक्स दैट इज अ पर्सन, पी इज अ पर्सन। ठीक है सर, आपर्ती देख लइए, लग गया तो ठीक है, बाबे बनांगे। ठीक है, भर्ती देख लो। हाँ यार कहता क्लास ना लो, जिन्होंने लाने ला लो, जिन्होंने बाबे बना मिला जी। राहुल शर्मा ने बहुत सोहना कमेंट मारिया है, सर की कहना, कहना कि इकोनॉमिक्स चल रही है क्या? वाह, हाँ तो पी होएगा संजू, पी होएगा। सो ये 10 करैक्टर होंगे, तुसी दो याद करने हैं, एक वैसे तो आही हुंदा याद करने वाला, दूजा करोगे 10 डिजिट होंगे, पहले 3 अपने को अल्फाबेटिकली हो गए, पिछले 4 आ हो गए, फिर लास्ट से अल्फाबेट हो गया। ठीक है, विचकारले 2 फिक्स हो गए। एफ है गया तो तुसी फर्म दे नाम ते खुलवाया होगा सतनाम, तो ਇਹਦਾ मतलब हुण अपने कोल खत्म हो गया अपना इनकम टैक्स। ਕਿਹੜਾ हो गया इनकम टैक्स, दैट मींस द डायरेक्ट टैक्सेस ਦੇ ਵਿੱਚੋਂ ਸਭ ਤੋਂ ਪਹਿਲਾ टैक्स खत्म हो गया अपने कोल इनकम टैक्स। ਹੋਰ ਵੀ ਛੋਟੇ ਮੋਟੇ डायरेक्ट टैक्स ਹੁੰਦੇ ਨੇ, ਉਹ ਸੁਣ ਲੈਣਾ ਹੁਣ, ਇਹ ਨਿੱਕੇ ਨਿੱਕੇ ਨੇ, ਜ਼ਿਆਦਾ ਵੱਡੇ ਨਹੀਂ ਹੈਗੇ। ਹੁਣ ਸੁਣਨਾ, ਇਨਕਮ ਟੈਕਸ ਇੰਪੋਰਟੈਂਟ ਪੜਨ ਵਾਲਾ ਸੀ। ਇਨਕਮ ਟੈਕਸ 1961 ਦੇ ਵਿੱਚ ਆਂਦਾ ਹੈ ਤੇ ਗ੍ਰੋਸ ਇਨਕਮ ਦੇ ਵਿੱਚੋਂ ਕੁਝ ਆਪਾਂ ਐਗਜ਼ੈਂਪਸ਼ਨ ਡਿਡਕਸ਼ਨ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਟੋਟਲ ਇਨਕਮ ਨਿਕਲ ਜੇਗੀ। ਸੈਲਰੀ, ਬਿਜ਼ਨਸ, ਪ੍ਰੋਪਰਟੀ ਰੈਂਟ, ਉਹੀ ਸਾਰੀ ਜਾਂਦੀ ਹੈ। ਸੋ ਇੱਥੇ ਇਨ ਸ਼ੋਰਟ ਤੁਸੀਂ ਬਸ ਇੰਨਾ ਹੀ ਯਾਦ ਕਰ ਲੈਣਾ, ਇਹ ਸਾਰਾ ਸੀ। ਕੋਰਪੋਰੇਟ ਇਨਕਮ ਟੈਕਸ, ਮੰਨ ਲਓ ਹੁਣ ਤੁਸੀਂ ਕੰਪਨੀ ਖੋਲੀ ਹੋਈ, ਕੋਈ ਕੰਪਨੀ ਚਲਾ ਰਹੇ ਹੋ, ਤੁਸੀਂ ਕੰਮ ਬਿਜ਼ਨਸ ਕਰ ਰਹੇ ਹੋ, ਸੋ ਇੱਥੇ ਤਾਂ ਤੁਹਾਡਾ ਪਰਸਨਲ ਸੀ, ਤਾਂ ਜੇ ਕੋਈ ਕੰਪਨੀ ਨੂੰ ਇਨਕਮ ਹੋ ਰਹੀ ਹੋਏਗੀ ਤਾਂ ਆਪਣੇ ਕੋਲ ਉਹ ਕੰਪਨੀ ਜਿਹੜੀ ਕੰਪਨੀਜ਼ ਐਕਟ ਦੇ ਅੰਡਰ ਰਜਿਸਟਰ ਹੋਏਗੀ, ਉਹਦੇ ਉੱਪਰ ਕੋਰਪੋਰੇਟ ਇਨਕਮ ਟੈਕਸ ਲੱਗੇਗਾ। ਜੇ ਤੁਸੀਂ ਬੀਕਾਮ ਕੀਤੀ ਹੋਈ, ਕਮਰਸ ਕੀਤੀ ਹੋਈ ਹੈ, ਯੂ ਆਰ ਵੈਰੀ ਸੌਰੀ, ਤੁਹਾਨੂੰ ਸਭ ਨੂੰ ਪਤਾ ਹੈ ਇਸ ਚੀਜ਼ ਬਾਰੇ ਵੀ ਇੱਕ ਬਿਜ਼ਨਸ ਤੇ ਇੱਕ ਬਿਜ਼ਨਸਮੈਨ ਅਲੱਗ ਹੁੰਦੇ ਆ। ਬਿਜ਼ਨਸਮੈਨ ਤੁਸੀਂ ਹੋ ਤਾਂ ਤੁਹਾਡਾ ਅਲੱਗ ਪੈਨ ਕਾਰਡ ਬਣਿਆ ਹੋਇਆ, ਤੁਸੀਂ ਇੱਕ ਇੰਡੀਵਿਜੂਅਲ ਕੈਟੇਗਰੀ 'ਚ ਆ ਰਹੇ ਹੋ। ਤੁਹਾਡਾ ਬਿਜ਼ਨਸ ਇੱਕ ਅਲੱਗ ਕੈਟੇਗਰੀ 'ਚ ਆ ਰਿਹਾ, ਦੈਟ ਮੀਨਸ ਬਿਜ਼ਨਸ ਕਿੰਨਾ ਕਮਾ ਰਿਹਾ ਤਾਂ ਉਹਨੂੰ ਆਪਾਂ ਜਿਹੜੀ ਕੰਪਨੀ ਕਿੰਨਾ ਕਮਾ ਰਹੀ ਹੈ ਉਹਦੀ ਇਨਕਮ ਦੇਖਾਂਗੇ, ਤਾਂ ਉਹ ਜਦੋਂ ਟੈਕਸ ਪੇ ਕਰੇਗੀ ਉਹਨੂੰ ਕੋਰਪੋਰੇਟ ਇਨਕਮ ਟੈਕਸ ਕਰਾਂਗੇ। ਠੀਕ ਹੈ, ਅਵਤਾਰ ਧਰਮਪੁਰੀਆ, ਅਵਤਾਰ ਤੁਹਾਡਾ ਜਿਹੜਾ ਸਰਨੇਮ ਹੈ, ਸਰਨੇਮ ਦਾ मतलब ਹੁੰਦਾ ਪਿੱਛੇ ਕਾਸਟ ਤੁਸੀਂ ਕੀ ਲਗਾਉਂਦੇ ਹੋ। ਤਾਂ ਜੇ ਤੁਸੀਂ ਕਾਸਟ ਨਹੀਂ ਲਗਵਾਈ ਤਾਂ ਉਹ ਰੈਂਡਮਲੀ ਲਿਖ ਦੇਣਗੇ। ਅਗਰ ਤੁਸੀਂ ਕਾਸਟ ਲਿਖਵਾਈ ਹੋਈ ਹੈ ਤਾਂ ਉਹਦਾ ਫਸਟ ਲੈਟਰ ਆਏਗਾ। ਜਿਵੇਂ ਤੁਸੀਂ ਕਹਿ ਰਹੇ ਹੋ ਨਾ ਮੇਰੇ ਨਾਮ 'ਚ ਏ ਹੈ, ਇਹ ਤੁਹਾਡੇ ਨਾਮ ਵਿੱਚ ਏ ਹੈ, ਤੁਹਾਡੇ ਸਰਨੇਮ ਪਿੱਛੇ ਕਾਸਟ ਵਿੱਚ ਪੁੱਛਿਆ ਜਾ ਰਿਹਾ ਹੈ। ਪੈਨ ਕਾਰਡ 'ਚ 5 ਨੰਬਰ ਤੇ ਐਸ ਹੈ ਨਾ, ਤੁਸੀਂ ਐਸ ਤੇ ਦੇਖੋ, ਤੁਸੀਂ ਕੁਝ ਲਗਾਉਂਦੇ ਹੋ, ਠੀਕ ਹੈ, ਤਾਂ ਉਹਨਾਂ ਨੇ ਸਿੱਧਾ ਲਗਾਤਾ ਹੋਣਾ। ओके, लास्ट स्लाइड रिपीट करदा, ठीक है जी। लास्ट स्लाइड ए सी। हुण इत्थे पहला अपना अपना पैन कार्ड जे किसी कोल हैगा खोल के देख लो। पैन कार्ड नंबर 10 डिजिट का हुंदा है, 10 डिजिट का हुंदा है। पहले 3 लैटर जेडे आएंगे अल्फाबेटिकल आएंगे, लाइक मैं कहदा NXC आ गए। ਜਿਹੜਾ ਚੌਥਾ ਆਏਗਾ, ਚੌਥਾ ਉਹ ਕਿਹੜਾ ਆਏਗਾ, ਚੌਥਾ ਪੰਜਵਾਂ, ਇਹ ਤਾਂ ਹੋਏਗਾ ਤੁਹਾਡੇ ਮੰਨ ਲਓ ਸਰਨਾਮ ਹੈ, ਤੁਹਾਡੀ ਜਿਹੜੀ ਕਾਸਟ ਹੈ ਉਹਦਾ। ਲਾਈਕ ਹੁਣ ਮੰਨ ਲਓ ਮੈਂ ਇੱਥੇ ਤੁਹਾਨੂੰ ਕਹਿ ਰਿਹਾ ਸੀ ਤੁਹਾਡਾ ਅਗਰ ਤੁਸੀਂ ਕੁਮਾਰ ਹੋ ਤਾਂ ਕੇ ਲੱਗ ਜਾਏਗਾ, ਅਗਰ ਤੁਸੀਂ ਧਰਮਪੁਰੀ ਆਓ ਤਾਂ ਡੀ ਲੱਗ ਜਾਏਗਾ। ਜਿਵੇਂ ਹੁਣ ਇੱਥੇ ਪਰਸਨ ਬੈਠੇ ਆ ਪਤਾ ਸਨੀ ਸਿੰਘ ਹੈ, ਸਿੰਘ ਹੋ ਤਾਂ ਐਸ ਲੱਗ ਜਾਏਗਾ। ਸੋ ਇਸ ਤਰੀਕੇ ਨਾਲ ਹੋ ਗਿਆ। ਅਵਤਾਰ ਸਿੰਘ ਹੈ ਨਾ ਜੀ, ਸੋ ਅਵਤਾਰ ਸਿੰਘ ਹੈ ਤਾਂ ਫਿਰ ਐਸ ਲੱਗ ਰਿਹਾ ਨਾ, ਫਿਰ ਤਾਂ ਸਹੀ ਹੈ, ਐਸ ਲੱਗੇ ਹੀ ਹੋਇਆ। ਸੋ ਇੱਥੇ ਸਿੰਘ ਦਾ ਐਸ ਆ ਗਿਆ, ਮੰਨ ਲਓ ਸਿੰਘ ਹੋ ਤਾਂ ਐਸ ਆ ਗਿਆ ਆਪਣੇ ਕੋਲ। ਹੁਣ ਉਹਦੇ ਤੋਂ ਬਾਅਦ ਜਿਹੜੇ 3 ਲੈਟਰ ਆਣਗੇ, ਆਹ ਵਾਲੇ 4 ਲੈਟਰ ਆਣਗੇ, ਇਹ ਆਣਗੇ ਰੈਂਡਮਲੀ, ਰੈਂਡਮ ਨੰਬਰ ਆਣਗੇ 5 7 2 3 ਨੰਬਰ ਆ ਗਿਆ। ਲਾਸਟ ਤੇ ਫਿਰ ਆਪਣੇ ਕੋਲ मतलब अल्फाबेट आएगा कोई ना कोई रैंडम। आ 2 फिक्स है ना, आप 2 आ वाले देखने हैं ਜਿਹੜੇ 2 ਫਿਕਸ ਨੇ। ਆ ਵਾਲਾ ਫਿਕਸ ਤਾਂ ਹੋ ਗਿਆ, ਇਹ ਸਰਨੇਮ ਦਾ ਫਸਟ ਡਿਜਿਟ ਹੋ ਗਿਆ। ਕੀ ਹੋ ਗਿਆ, ਤੁਹਾਡੇ ਸਰਨੇਮ ਦਾ, ਤੁਹਾਡੀ ਕਾਸਟ ਦਾ ਪਹਿਲਾ ਡਿਜਿਟ ਹੋ ਗਿਆ, ਸਰਨੇਮ ਦਾ ਫਸਟ ਡਿਜਿਟ ਹੋ ਗਿਆ, ਫਸਟ ਅਲਫਾਬੇਟ ਹੋ ਗਿਆ। ਤੇ ਜਿਹੜਾ ਆਪਣੇ ਕੋਲ ਇਹ ਹੋਇਆ, ਜਿਹੜਾ ਆ ਰਹਿ ਗਿਆ ਸੀ, ਮੰਨ ਲਓ ਹੁਣ ਤੁਸੀਂ ਇੱਕ ਨੋਰਮਲ ਪਰਸਨ, ਤੁਸੀਂ ਕੋਈ ਕੰਪਨੀ ਨਹੀਂ ਚਲਾ ਰਹੇ, ਕੋਈ ਕੁਝ ਨਹੀਂ ਚਲਾ ਰਹੇ, ਤੁਸੀਂ ਇੱਕ ਨੋਰਮਲ ਵਿਅਕਤੀ ਹੋ, ਤਾਂ ਤੁਹਾਨੂੰ ਤੁਸੀਂ ਕਹਾਂਗੇ ਤੁਸੀਂ ਇੱਕ ਇੰਡੀਵਿਜੂਅਲ ਹੋ। ਕੀ ਹੋ, ਇੱਕ ਇੰਡੀਵਿਜੂਅਲ ਹੋ। ਅਗਰ ਤੁਸੀਂ ਕੰਪਨੀ ਚਲਾ ਰਹੇ ਹੋ ਤਾਂ ਤੁਸੀਂ ਇੱਕ ਕੰਪਨੀ ਹੋ। ਅਗਰ ਤੁਸੀਂ ਫਰਮ ਚਲਾ ਰਹੇ ਹੋ, ਫਰਮ ਹੋ। ਤਾਂ ਜਦੋਂ ਫਰਮ ਦਾ ਪੈਨ ਕਾਰਡ ਬਣਵਾਓਗੇ ਉੱਥੇ ਐਫ ਲੱਗ ਜਾਏਗਾ,
कंपनी का बनाओगे सी लग जाएगा, इंडिविजुअल का बनाओगे तो आई की जगह ते पी आएगा, बस इत्थे ए है ना, बिकॉज इट इज अ पर्सन, एक पर्सन का बन रहा है। सो वो किदां दी कैटेगरी तो बिलोंग करते हो, इत्थे ओ आ जाएगा। लाइक हुण तुसी अगर इंडिविजुअल हो, सो इंडिविजुअल आ गया, इंडिविजुअल का की आएगा, पी आएगा। तुसी चेक कर लेना अपने अपने कार्ड ऊपर। ठीक है जी, डन है जी। हाँ जी, ऑनलाइन वालों कोई गल नहीं। राहुल शर्मा, बिल्कुल राहुल शर्मा, क्यों नहीं चल रही? कहते सर ऑफलाइन क्लासेस चलती ना 13 फरवरी दी। फर्म की होंगी है? हरप्रीत कौर, चलो हरप्रीत कौर, व्हाट इज द मीनिंग ऑफ फर्म? मान लो एक पर्सन है, कुछ पर्सनस मिलके एक छोटी कंपनी खोल लेंगे हैं तो उन्होंने फर्म कह देंगे। सिंपल भाषा है छोटी कंपनी। इन्हां इन्वेस्टमेंट्स ते होंदियां ने, मतलब जे एनी इन्वेस्टमेंट करोगे एनी टर्नओवर हैगी है तुहाडी, टर्नओवर ते होंदियां ने। जे मान लो 50 लाख की टर्नओवर है साल की या महीने की, तो तुहानू एक फर्म का दर्जा मिल जाएगा। जे तुसी एने बंदे रखे हुए है, अपने इंप्लॉयर एने रखे हुए है, कुछ कंडीशंस ने, टर्म एंड कंडीशन, तुसी इन्वेस्टमेंट कितनी कर रहे हो, किन्ने परसेंट तुहाडे कोल हैगे है, कितनी तुहाडी सेल परचेज हैगी है, उस हिसाब नाल एक दर्जा मिल जाता फर्म या कंपनी का। ओके रिपोर्ट है। चलो हुण निक्के निक्के इनकम टैक्स तो इलावा जो डायरैक्ट टैक्स होंगे पहले आपां वो देख लेंगे। जिवें अपने कोल इनकम टैक्स तो आप पढ़ लिया सारे ने, कॉरपोरेट टैक्स भी कर लिया। सिंपल, जे तुहाडे कल्ले बंदे का टैक्स है तो इनकम टैक्स, जे किसी कंपनी का है तो कॉरपोरेट हो गया। पैन कार्ड भी अपना हो गया। पैन कार्ड तो बाद आगे आ गया कैपिटल गेन टैक्स। तुहानू हुणे करवाया सी ना, जदों आपां ओ करिया सी इनकम टैक्स कर रहा सी, 5 हैड में तुहानू कहा सी तुसी शायद तुसी एक शायद बिल्डिंग खरीद ली, तुसी जमीन खरीद ली, तुसी मार्केट दे शेयर 5 साल लगातार पैसे लाते शेयर मार्केट दे विच, सो तुहाडी इन्वेस्टमेंट होगी। तो जदों उहदे उपर आपां नू इनकम हुंदी है, की हुंदा है शॉर्ट टर्म या लॉन्ग टर्म कैपिटल गेन, पूंजी दे विच वाधा हुंदा है ना। सो ही किया जा रहा है, कहंदे मान लो तुसी कोई बिल्डिंग खरीदी है, कोई खाली जमीन खरीदी है, शेयर मार्केट दे पैसे लाए, शेयर खरीदे है, तो उन्होंने उपर जिहड़ा भी प्रॉफिट होएगा, प्रॉफिट के उपर तुहानू टैक्स पे करना पेगा, कैपिटल गेन टैक्स। जो तुहाडी पूंजी दे विच वाधा होया है तो वो वाला टैक्स तुहानू पे करना पेगा इत्थे। ऑनलाइन वालों सुन लो, 13 फरवरी या 30 जनवरी बैच जी डेली क्लासेस ने, ये लिंक आंदा हुंदा तुहाडे कोल, वो लिंक रेगूलर सुबह तैयार हो जाता है, उस एक सिंगल लिंक ते सारी क्लास चलती रहती है। अगर तुहानू लिंक तो क्लास शो नहीं हो रही या लिंक शो नहीं हुंदा, तां तुसी ऐदा करो, हुण अपना कमेंट सैक्शन में तुसी कमेंट दे सकते हो, अपना रजिस्ट्रेशन नंबर ले दो भी हाँ सर सानू आ वाले नंबर ते शो नहीं हो रहा, सानू पहुंच नहीं पा रहा लिंक, तो तुहानू अगे तो पहुंच जाया करेगा। चलो देन अगे हो गया, कहंदा अच्छा आ बाकी तुसी छड्ड दो सारा कुछ, बस इन्ना याद रखो कैपिटल गेन टैक्स की हुंदा है, किसी कैपिटल दे ऊपर पूंजी दे ऊपर टैक्स लगदा, दैट इज अ कैपिटल गेन टैक्स। जदों तुसी उदों उहदे तो फायदा हुंदा है। अगे मिनिमम अल्टरनेट टैक्स, हुण इहनू भी समझ लेना, बड़ा इंपोर्टेंट टैक्स है। वैसे तुहानू इन्ना ज़्यादा डिटेल च आना नहीं, मैं फिर भी तुहानू दसदा चलो मिनिमम अल्टरनेट टैक्स की हुंदा है। मिनिमम अल्टरनेट, हुण मान लो की होया, तुसी कंपनी चला रहे हो, बड़े सियाने वाले बंदे हो, तुसी एक कंपनी चला रहे हो, बहुत ही सियाने वाले बंदे हो, तुहाडी कंपनी इस टाइम मार्केट में अच्छी खासी चल रही है, तुहानू पैसिਆਂ ਦੀ लोड़ पैगी, तुहानू पैसिਆਂ ਦੀ लोड़ पैगी, लोड़ पैगी कादी? पैसिਆਂ ਦੀ, मनी ਦੀ। तुसी की करोगे, मार्केट दे विच शेयर्स निकाल दोगे। तुसी सुनिया होना है शेयर मार्केट चलती है तो लोग शेयर खरीदते हैं। शेयर का मतलब पता की होंदा है? शेयर का मतलब होंदा तुसी किसी ना कहना आपां शेयरिंग बेसिस ते प्लाट ले लेने, शेयरिंग बेसिस आपां कर लेने, आपां 50 रुपए खर्च किते 25-25 रुपए शेयर कर लेने। उवें कंपनी कहंदी है, कहंदा मैं कंपनी हाँ तो तुसी मैनू पैसे दिओ, मैं तुहानू हिस्सा देवांगी, विच हिस्सेदार बना दांगी। दैट मीन तुसी शेयर मार्केट दे विच पैसे जो लगांदे ना, किसी कंपनी दे शेयर होल्डर बन जांदे हो, यू आर दी शेयर होल्डर, ते तुसी कंपनी दे मालिक बन गए एक तरह दे। लेकिन सही मालिक कौन हुंदा है? सही मालिक हुंदा है जे कंपनी दे किसी बंदे कोल 51% शेयर होण, मतलब 50% तो उत्ते शेयर होण, वो मालिक होएगा। जे 50% तो ऊपर शेयर होण, फिर वो मालिक होएगा, अदरवाइज दूजा बंदा मालिक नहीं होएगा। तो कंपनी जदों भी शेयर निकालती है, को 5% 10% शेयर निकालती है।
ठीक है, कोई कंपनी जो भी शेयर निकालती है तो 5% 10% शेयर निकालती है, बाकी वो आपदे को रखती है। तो जो तुसी शेयर होल्डर बन गए ना, मतलब तुसी कंपनी के शेयर ले ले। हुण ध्यान नाल सुनदे रहना, गल्लां मैं बाद दसूंगा। हुण तुसी कंपनी के शेयर लै रहे हो, तुसी एक कंपनी नूं वेख के शेयर लोगे भी आ कंपनी वधिया है। अज मैं 10,000 रुपए के शेयर लै रहा, ते जे कंपनी घाटे चलती है तो मैं क्यों शेयर लवांगा इहदे? जे कंपनी वाधे च चल रही है तो मैं शेयर लवां, अदरवाइज मैं क्यों लवां? हुण जिवें LIC सी, LIC दे IPOs आए, चलो IPO की गल बात करांगा। LIC ने मार्केट के शेयर निकाले आपदे, मैं लए शेयर, मैनू सी LIC अगे वधिया जाएगी, लेकिन घाटे में चल गई। मैं की देख के शेयर लए? मैं ये देख के शेयर लए शायद कंपनी वधिया है, तो कंपनी कल नूं मैनू फायदा देगी, मैनू फायदा देगी। सो तो मैं कंपनी शेयर ले ले। हुण ध्यान नाल सुनना, लेकिन कंपनी जिहड़ी सी वो कंपनी दे शेयर नाल एक वैल्यू डिसाइड कर ली कंपनी ने भी हाँ जी असीं इन्ने शेयर कढ ले, साल खत्म होया मैनू पैसे चंगे मिल गए, मैं 10,000 लगाए सी, मैनू 50,000 देता कंपनी ने। मैं अगली बारी मैं आदे यारा बेले नूं भी रैफर करता भी यार आ कंपनी च पैसे लाओ, कंपनी बड़ी वधिया चल रही है। हौली हौली कंपनी तो वधिया चल रही है तो कंपनी नूं भी प्रॉफिट हो रहा है। जे मैनू 10,000 का 50,000 दे रही है तो करोड़ों में प्रॉफिट कमा रही होगी, तो मैनू 40,000 फालतू देता कंपनी ने। सेम एज इट इज गल करते हैं, जदों कंपनी दे विच आपां पैसे लाने हुंदे ने, कंपनी ये शो करती है सानू प्रॉफिट बहुत होया है। की शो करती है? प्रॉफिट बहुत होया है। तो जदों ऑनलाइन तुसी चेक करोगे उत्थे कंपनी का प्रॉफिट दिता होएगा भी इस साल कंपनी की इन्नी टर्नओवर सी तो इन्ना प्रॉफिट होया है, तुसी अट्रैक्ट हो जाओगे नाल दी नाल भी आ कंपनी वधिया, मैं इहदे विच पैसे लावां, मैनू पैसे मिलणगे, फालतू मिलणगे। तो कंपनी की करेगी? कंपनी आपदे की कर देगी? कंपनी आपदी जिहड़ी वैल्यू होएगी ज्यादा शेयर कर देगी, कंपनी आदि वैल्यू ज्यादा शेयर कर देगी, प्रॉफिट्स ज्यादा शेयर कर देगी, प्रॉफिट्स शो ज्यादा करेगी टू शेयर होल्डर। शेयर होल्डर ਨੂੰ प्रॉफिट शेयर शो करेगी ताकि ਵੱਧ ਤੋਂ ਵੱਧ शेयर होल्डर ਸਾਡੀ कंपनी ਵਿੱਚ पैसे लगा पान। ਵੱਧ ਤੋਂ ਵੱਧ शेयर होल्डर हाँ इन्वेस्टमेंट होंदी है, कह सकते इन्वेस्टमेंट। मैं देसी भाषा समझा रहा अवतार, हजे तुसी चलो कमर्स के कैंडिडेट्स हो तो मैं एक बार देसी भाषा दस रहा। हुण मान लो तुसी पैसे लगाते, हुण आ शेयर होल्डर ने की कीता, आ शेयर होल्डर ने पैसे ला लए एक कंपनी विच, लेकिन जो साल का एंड होया ना, कंपनी ये कह रही है, जो कंपनी के टैक्स भरन की वारी आई, जो कंपनी की काहदी वारी आई, टैक्स की वारी आई, कंपनी पता कहंदी, कंपनी कहंदी मैं तो लॉस से चल रही हूं। की चल रही है? लॉस विच। दूजे पासे शेयर होल्डर नूं आदा मूंह दिखाण वास्ते प्रॉफिट शो कर रही सी, जदों उन्हें ITR भरनी सी उत्थे उन्हें लॉस शो करता ताकि उनका टैक्स बच जाए, टैक्स बच जाए। ਇਹ ਜਿਹੀਆਂ ਕੰਪਨੀਆਂ ਨੂੰ ਪਕੜਿਆ ਗਿਆ, ਇਹ ਜੀ ਕੰਪਨੀਆਂ ਨੂੰ ਠੋਕਿਆ ਗਿਆ ਟੈਕਸ, ਇਹ ਜੀ ਕੰਪਨੀ ਲਗਾਇਆ ਗਿਆ ਟੈਕਸ। ਕਹਿੰਦੇ ਕੋਈ ਗੱਲ ਨਹੀਂ, ਜਿਹੜੀਆਂ ਕੰਪਨੀਆਂ ਟੈਕਸ ਬਚਾਉਣ ਵਾਸਤੇ ਕੁਝ ਐਦਾਂ ਕਰਦੀਆਂ ਨੇ ਜਾਂ ਫਿਰ ਸ਼ੇਅਰ ਹੋਲਡਰਸ ਨੂੰ ਆਦੀ ਤਰਫ ਅਟਰੈਕਟ ਕਰਨ ਵਾਸਤੇ ਨਕਲੀ ਕੰਮ ਕਰਦੀਆਂ, ਜਿਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਬੰਦੇ ਇਹ ਜਿਹੇ ਹੋਣਗੇ, ਜਿੰਦੇ ਹਰ ਬੰਦੇ ਜ਼ਿੰਦਗੀ ਵਿੱਚ ਕੁਝ ਇਹ ਜਿਹੇ ਬੰਦੇ ਹੋਣਗੇ, ਉਹ ਕਿਸੇ ਦੇ ਮੂੰਹ ਤੇ ਅਲੱਗ ਹੋਣਗੇ, ਤੁਹਾਡੇ ਮੂੰਹ ਤੇ ਅਲੱਗ ਹੋਣਗੇ, ਹਨਾ। ਉਹ ਜੇ ਬੰਦੇ ਫੈਂਟੇ ਗਏ, ਉਹ ਜੇ ਬੰਦੇ ਨੂੰ ਇਹ ਕਿਹਾ ਗਿਆ ਤੁਹਾਡੇ ਉੱਪਰ ਮੈਟ ਲੱਗੇਗਾ, ਤੁਹਾਨੂੰ मैट कंबल कोट नहीं की जाएगी, मैट कोट की जाएगी। मैट लगेगा, मैट का मतलब मिनिमम अल्टरनेटिव टैक्स। तो इत्थे की कह रही ने, हुण आही सिंपल भाषा दे विच मैं समझाया तुहानूं, जिहड़ा कहंदा कुछ कंपनियां ਉਹ हायर बुक प्रॉफिट शो करदियां ने, प्रॉफिट बहुत ज़्यादा शो करदियां ने, ते शेयर होल्डरस नूं डिविडेंड देने असीं बहुत पैसे दिंदे आ शेयर होल्डरस नूं, बट जदों ਉਹ इनकम टैक्स दे अंडर दे अंदर आंदे, टैक्स पे करनिया हुंदा उन्हां ने, तां ਉਹ शो कर दिंदियां लॉस। की शो कर दिंदियां? लॉस। तो कादे वास्ते? टैक्स अवॉइड हो सके, टैक्स की हो सके? अवॉइड हो सके। तो इहदियां कंपनियां दे उपर मैट लगाया गया, जिहड़ा मैट सी वो इंट्रोड्यूस किया गया, किन्ने परसेंट? सीधा 18.5%। सो 18.5% मैट लगा दिता गया। दैट मीनस तुहानूं घट्टो घट्ट 18.5% का टैक्स भरना पैना है। तुसीं लॉस शो करो, तुसीं प्रॉफिट शो करो, जो मर्जी करो, तुसीं सानूं शेयर होल्डर नूं अट्रैक्ट करन वास्ते इधर प्रॉफिट शेयर शो किया ना, जे तुसीं प्रॉफिट शो कर रहे हो तो तुहानूं 18.5% का लाना पेगा। बलराज सग्गू, तुसी ना एक बार यूट्यूब ते जिहड़ी क्लास चल रही है ना, लगा के देखो। बलराज सग्गू रुक जाओ, कमेंट करते करते रुक जाओ एक बार। बलराज सग्गू रुक जाओ, मैं तुहाडे नाल गल करना चाहूँगा पूरी अच्छे तरीके नाल। सर माइक आ देना, माउस देना एक बारी।
ਬਲਰਾਜ ਸਗੂ ਤੁਸੀਂ ਇੱਥੇ ਸਿੱਧਾ ਡਾਇਰੈਕਟਲੀ ਵਾਇਆ ਕੋਲ ਗੱਲ ਕਰ ਸਕਦੇ, ਤੁਹਾਨੂੰ ਪਤਾ ਹੋਏਗਾ ਨੀਚੇ ਹੈਂਡ ਰੇਜ਼ ਰਿਕੁਐਸਟ ਹੋਏਗੀ। ਬਲਰਾਜ नीचे हैंड रेज रिक्वेस्ट होएगी, तुसी वाया फोन गल कर सकते हो बोल के। चलो अगर नहीं करना चाहते तो मेरी गल सुनो, तुसी कह रहे हो असीं बुक चकदे जी ऐ लगदा तुसी घट करवाया है, तुसी पेपर चक लो, तुसी जिन्ने मर्जी पेपर चक लो, जिहड़ी मर्जी किताब चक रहे हो ना, तुहानूं जिहड़े मैं वो करवाया कोई गल नहीं, मैं तुहानूं जिहड़ा करवाया पंजाब जीके दा विचों जिवें हफ्ता मैं छुट्टियां ते रहा, पहली गल तां ਆਪਾਂ ਜਦੋਂ ਸਟਾਰਟ ਕੀਤਾ ਸੀ ਗੁਰੂ ਨਾਨਕ ਦੇਵ ਜੀ ਤੋਂ, ਤਾਂ ਮੈਂ ਕੱਲੀ ਕੱਲੀ ਕਹਾਣੀ ਸੁਣਾ ਰਿਹਾ ਸੀ ਗੁਰੂ ਨਾਨਕ ਦੇਵ ਜੀ ਦੀ, ਜਸਟ ਬਿਕੋਜ਼ ਕਿ ਤੁਹਾਡਾ ਐਗਜ਼ਾਮ ਆ ਗਿਆ ਨੇੜੇ। ਮੈਂ ਕੀ ਕੀਤਾ, ਮੈਂ ਤੁਹਾਨੂੰ ਪ੍ਰੀਸਾਈਜ਼ ਕਰਕੇ ਸਾਰੇ ਗੁਰੂ ਦਾ ਡਾਟਾ 3 ਕੁ ਦਿਨ ਵਿੱਚ ਕਰਵਾਤਾ, ਸਾਰੇ ਗੁਰੂ ਦਾ ਡਾਟਾ ਮੈਂ ਮੈਕਸਿਮਮ 3 ਕੁ ਦਿਨ ਵਿੱਚ ਕਰਵਾਤਾ ਸੀ। की होया, तुहानूं जिहड़े गुरुज दी कहानियां सी वो कहानियां तुहानूं मैं नहीं सुनाइयां, लाइक बीबी भानी जी ने वरदान मंगया, ये किया वो किया, देन उहदे तो बाद अपने गुरु रामदास जी सी जिहड़े वो किवें किवें अपने फॉलोवर बने, गुरु अमरदास किवें फॉलोवर बने, गुरु अर्जन देव जी नूं किवें किवें होया। सो अपने कोल बुक दे नाल असीं भी मैच करिया, मनदीप कहंदे सब कुछ मैच हुंदा है जी साडा पंजाब नाल जी, हुंदा ना। ਤਾਂ ਉਹੀ ਕਹਿ ਰਹੇ ਜਬਲਰਾਜ, ਤੁਹਾਨੂੰ ਅਗਰ ਲੱਗਦਾ ਨਾ ਉਹ ਕਹਾਣੀਆਂ ਸੁਣਨੀਆਂ ਨੇ, ਮੈਂ ਕਹਾਣੀਆਂ ਨਹੀਂ ਸੁਣਾਈਆਂ, ਤੁਸੀਂ YouTube ਤੇ ਕਲਾਸ ਜਿਹੜੀ ਮੈਂ ਲਗਾਈ ਹੈ ਨਾ ਉਹ ਚੱਕ ਲਓ, ਉਹ ਕਰ ਲਓ, ਤੁਹਾਨੂੰ ਆਪਣੇ ਆਪ ਵਿਸ਼ਵਾਸ ਹੋ ਜਾਏਗਾ ਵੀ ਆਪਣਾ ਜਿਹੜਾ ਪੰਜਾਬ ਜੀ ਕਿਹਦਾ ਹੋਇਆ, ਤੁਹਾਡੀ ਤੁਸੀਂ ਇੱਕ ਬੁੱਕ ਫੋਲੋ ਕਰ ਰਹੇ ਹੋਗੇ, ਕਿਹੜੀ ਮਰਜ਼ੀ ਕਰ ਰਹੇ ਹੋਗੇ, ਸਾਡਾ ਪੰਜਾਬ ਪੀਡੀਆ ਇਹ ਉਹ ਜੋ ਮਰਜ਼ੀ ਕਰ ਰਹੇ ਹੋਗੇ, ਤੁਸੀਂ YouTube ਵਾਲੀ ਕਲਾਸ ਮੈਂ ਤੁਹਾਨੂੰ ਤਾਂ ਹੀ ਐਕਸਟਰਾ ਦੇਣੀ ਸਟਾਰਟ ਕੀਤੀ ਸੀ YouTube ਦੀ ਕਲਾਸ, क्योंकि उनका मेन रीजन की सी, मेन रीजन सी अपनी हफ्ते की, चलो मेरी प्रॉब्लम सी, पर्सनल दिक्कत करके मैं क्लास नहीं ले पाया, वो वाली दिक्कत करके टाइमिंग अपनी निकली ना, मैं उनके करके कहानियां नहीं सुनाइया गुरु दी, लेकिन मैं सारा कुछ याद करवाता, मैं खड़े खड़ोते तुहानूं याद करवाते जिहड़े गुरुज दे अपने कोल कंटैंपरेरी समकाली सीगे, मैं खड़े खड़े याद करवाते गुरुज दे शहर, खड़े खड़े उन्हां दे काम याद करवाते, मैं सारा कुछ उन्हां दा याद करवाता। हुण जदों तुसीं वो चीज़ां किताब दे विच पढ़ोगे, तुहानूं कहानी दे नाल लिखियां होणगीਆਂ। सो जो कहानी सुनना चाहते हो तो जी यूट्यूब वाली क्लासेस ने तुहानूं मैं एप्लीकेशन दे विच पवा दिना, तुसीं उत्थे बैठे कहानियां सुनते रहो, तुसीं उहनूं सुन लो किहड़े गुरु साहिबान ने क्यों कदों किवें की कीता, वो सारियां कहानियां सुन लो। फिर तुसीं जिहड़ी भी किताब चकोगे ना, तुसीं एक कमेंट उल्टा करके कहोगे सर जो तुसीं करवा रहे हो ना वो किताब दे विच घट दिता होया है, तुसीं एक किताब नूं फॉलो कर रहे होगे ना, जिहड़ी मर्जी कर रहे होगे, सो वो किताब तुहाडे लई बहुत ही छोटी रह जाएगी जो तुसीं यूट्यूब की कहानियां सुन लोगे। फिर तुहानूं होएगा भी सर आ चीज़ किताब दे विच तां दित्ती नहीं हुई, आ चीज़ किताब विच घट दित्ती हुई है। तुसीं किताबां चक लो, इकनॉमिक्स वाली किताब चक लो, पॉलिटी वाली किताब चक लो, हिस्टरी वाली किताब चक लो, जोग्राफी वाली किताब चक लो, तुहानूं कुछ समझ आ जाए उत्थों दी बिना पढ़े या बिना लैक्चर लगाए सॉरी, तो तुसीं मैनूं दस दिया जे मर्जी दस दिया। सुनीता कह रहे हैं हाँ जी सर मैंने बी बुक के साथ मैच किया था, सब कुछ सेम है, गल नहीं सुनते ਤਾਂ क्लास कोई गल नहीं सुनते ਤਾਂ हम संजू ऑफिशियल, जे तुसीं उधर गल कर रहे हो ऑफलाइन ਦੇ ਵਿੱਚ ਹੋ ਤਾਂ ਤੁਸੀਂ ਡਾਊਟ ਲੈ ਸਕਦੇ ਹੋ ਥੱਲੇ ਆ ਕੇ। ठीक है बलराज, फिर भी तुसीं जे कोई डाउट रह जांदा मन ਵਿੱਚ ਤਾਂ ਜਦੋਂ ਹੀ ਆਪਣਾ ਕਲਾਸ ਹੁਣੇ ਖਤਮ ਹੋਏਗੀ ਨਾ, ਜਿਵੇਂ ਆ ਕਲਾਸ ਖਤਮ ਹੁੰਦੀ ਹੈ ਤੁਸੀਂ ਨਾਲ ਦੀ ਨਾਲ ਅਕੈਡਮੀ ਵਾਲੇ ਨੰਬਰ ਤੇ ਫੋਨ ਕਰਨਾ, ਤੁਸੀਂ ਮੇਰੇ ਨਾਲ ਡਿਸਕਸ਼ਨ ਕਰ ਲੈਣਾ, मैं दस दिया जी किहड़ी चीज़ नहीं आई। सर पोलिटिकल तो सेम कराई आ रही है जी तुहाडी बलराज, बाकी टॉपिक भी आएंगे, जोग्राफी पेपरों के विच आंदी नहीं, फिर मैं किवें कहां हुण सेम करवाई आएगी, जो पेपर दे विच नहीं आएगी, जे एक क्वेश्चन आया तो आया, बाकी पेपरों के विच आंदी नहीं, जोग्राफी नहीं आंदी, किवें करिए आपां दसो। 30 जनवरी तुहाडा हजे इंडियन नेशनल मूवमेंट तुसीं करी नहीं, तुसीं इंडियन नेशनल मूवमेंट लैक्चर लगाओगे ना तो तुसीं मैं कहना गारंटी है तुसीं 10 किताबां चक लिया जे ते 10 किताबां दे विच मैनूं दस दिया जी वो डाटा तुहानूं सारा मिल गया कि नहीं मिलिया, मैं गारंटी नाल लिख के दूंगा, होर दसो भी वो 10 दी 10 किताबां तुहानूं डाटा मिलिया कि नहीं मिलिया।
हम संजू ऑफिशियल की कह रहे हो, इकोनॉमी बहुत वधिया करा रहे हो, साडे टीचर्स नालों वधिया। देखो मैनू कोई नहीं है, मैं तो इकोनॉमिक्स का 2-2 घंटे 6-6 7 लैक्चर खत्म कर देनी है, लेकिन जे अगर तुम ट्रस्ट करके पढ़ रहे हो तो ट्रस्ट करके पढ़ सकते हो। अगर तुहानू लगता है नहीं सानू सैटिंग आ रही तो तुहाडी इच्छा रहेगी उहदे। ठीक है सर, आगे चल रहे हैं। अच्छा वैल्थ टैक्स की होंदा है? वैल्थ टैक्स होंदा संपत्ति टैक्स। किहड़ा टैक्स होंदा है? संपत्ति टैक्स। संपत्ति टैक्स किहड़ा हैगा? संपत्ति टैक्स, संपत्ति टैक्स एक ऐसा टैक्स होंदा है जिथे मान लो तुसीं एक जमीन खरीद ली, वाधू सारी बिल्डिंग खरीद ली, तुहाडी जिवें हुण प्रकाश सिंह बादल जी दी डेथ हुई तो उन्हां कोल 5,500 किले जमीन सी, तो उन्हां दी की सी? संपत्ति सी। की सी? संपत्ति सी। कारां हैगियां ने, व्हीकल्स हैगियां, तुहाडे कोल ज्वेलरी हैगी है, कैश है, इन हैंड है, वो सारी संपत्ति है सारी दी सारी। उनके उपर वखरा टैक्स लगदा सी, लेकिन ये टैक्स लगाना जरूरी नहीं है यार। आपां नूं पता है ये चीज़ां सारियां अपने कोल कैपिटल गेन्स दे विच भी आ जाणगियां, ये चीज़ां अपने कोल होर किधर आ जाणगियां, अपनी सैलरी दे विच भी आ जाणगियां, उधर सारे इकट्ठे हो जाणगे ना। ऐसे करके 1 अप्रैल 2016 तो इहनूं बंद कर दिता गया। की बंद कर दिता गया? संपत्ति टैक्स बंद कर दिता गया। अगे प्रोफैशनल टैक्स आ गया। मान लो तुसीं एक सैलरी अर्न कर रहे हो, की है सैलरी अर्न कर रहे हो ते प्रोफैशन दे विच प्रोफैशनल बिजनेस विच काम कर रहे हो, तो उत्थों टैक्स तुहानूं पे करना पेगा। वो किहड़ा होएगा? प्रोफैशनल टैक्स होएगा। किहड़ा होएगा? प्रोफैशनल टैक्स होएगा। अगे आगे फ्रिंज बेनीफिट टैक्स। फ्रिंज बेनीफिट की होंदे ने? जदों अपने आपां मान लो किसी पासे काम कर रहे हैं, कोई किसी पासे एक एम्पलॉई हैगे आ, एम्पलॉई दे एक एम्पलॉयर हुंदा, एक एम्पलॉई हुंदा। पहला सुन लेना, एक हुंदा एम्पलॉयर जिहड़ा आपां नूं सैलरी दिंदा, जिंदे अंडर आपां काम कर रहे हैं। तुसीं कौन हुंदे हो? जे तुसीं काम कर रहे हो तो यू आर एम्पलॉई, तुसीं की हुंदे? एक एम्पलॉई हुंदे हो। हुण मान लो जे तुहानूं 10,000 रुपए पर मंथ कैश मिल रहा है, प्लस 2,000 रुपए एक्स्ट्रा बेनीफिट कोई मैं नाल दे रहे ने, उन्हां नूं आपां की बोल दांगे? उन्हां बोलांगे फ्रिंज बेनीफिट। की बोलांगे? आ 2,000 नूं की बोलांगे? फ्रिंज बेनीफिट। सो फ्रिंज बेनीफिट जे बहुत ज्यादा हो जाते, मान लो 50,000 पर महीना दे फ्रिंज बेनीफिट ही हो गए, तो तुहानूं इहदे उपर टैक्स देना पएगा। इहदे उपर टैक्स देना पएगा। दैट इज अ फ्रिंज बेनीफिट्स टैक्स। ओके, अगे बैंकिंग कैश ट्रांजैक्शन टैक्स। हुण पिछे चलिया सी ना, एटीएम दे विचों तुसीं इन्ना ही विड्रॉ करवा सकदे हो, ज्यादा करवाओगे तुहानूं पैसे दे उपर टैक्स देना पेगा, लेकिन इहनूं 2009 तो खत्म कर दिता गया है ना। सो तुसीं इन्ना विड्रॉ करवा लो जिन्ना मर्जी, भावें 5 करोड़ जाके आधा कढवा लो, क्योंकि पैसे आपदे ने, किसी होर दे थोड़ी है। अगे टीडीएस आपां कर ही लिया, करन दी लोड़ ही नहीं टीडीएस। ये हो गए सारे डायरैक्ट टैक्सेस। अगे आ गए अपने कोल इनडायरैक्ट टैक्सेस। बुक का तो नहीं पता, पर पेपर च सेम होंगे। मैं तो कह रहा पेपर च मिल जाएगा सारा सेम, टेंशन ना लो। बुक च जियो की समझ नहीं है आई, आनी नहीं। जियोग्राफी तुहानूं समझ नहीं आनी, मैं गारंटी नाल कहना। जियोग्राफी पंजाब विच कोई करा के राजी नहीं हैगा, तुहानूं सीधा दसना। अगे आगे इनडायरैक्ट, इहदे जीएसटी आपां पढ़ लिया। चलो अपना जीएसटी सारा होया होया है। जीएसटी तो इलावा जिहड़े हुंदे ने अपने इनडायरैक्ट टैक्सेस, वो किहड़े-किहड़े हुंदे आ? जिवें कि अपने कोल हुंदा सर्विस टैक्स। सर्विस टैक्स जिहड़ा हैगा अपने कोल एक आदे तो पर लगदा है, कोई भी सर्विस प्रोवाइड की जा रही है किसी भी कंपनी द्वारा, और टैक्स लगाएगी, सर्विस टैक्स लगाएगी। मान लो तुम एक होटल से बैठे हो, तुहानूं सर्विसेज दी जा रही हैं, तो आपदे बिल सर्विस टैक्स ऐड कर देगी। दैट इज सर्विस टैक्स। ये इनडायरैक्ट हो गया, तुसीं उत्थे बिल पे करके आ रहे हो। एक्साइज ड्यूटी, एक्साइज ड्यूटी की है? जो कंपनी में माल बन गया, मैन्युफैक्चरिंग हुई, जो कंपनी तो माल बाहर निकलेगा ना, जो कंपनी तो माल बाहर निकलेगा सेल होने वास्ते, तो उन्होंने आपां की कह दांगे? एक्साइज ड्यूटी कह दांगे। बस सिंपल जाएगा, मैन्युफैक्चरिंग के ऊपर टैक्स लगता है, दैट इज एक्साइज ड्यूटी। किहड़ा लगता है? एक्साइज ड्यूटी, नथिंग एल्स। वैट आपां पूरा डिटेल समझा ही है, वैट आप पूरा डिटेल समझा है। कस्टम ड्यूटी की होंदी है? कस्टम हुंदा अपने कोल चुंगी कर, एक तरह दा चुंगी कर कहते हैं शायद पंजाबी च, जदों आपां दूसरे देश तो एक्साइज कदों लगदा है? जदों आपां दूसरे देश तो की कर रहे हैं? इंपोर्ट कर रहे हैं। इंपोर्ट का मतलब होंदा आयात कर रहे हैं, बाहरों मंगवा रहे हैं। जिवें कहंदे ना, जदों अपने कोल बाहर देश दी चीज़ां मंगाते हैं, मान लो कार है, कार बाहर वाले देश की 10 लाख दी, अपने 50 लाख दी है, मान लो कोई गड्डी है, तुसीं बाहरों मंगाओगे ना, तो अपने देश वाले की करनगे? उहदा रेट बराबर करने वास्ते उहदे ते 40 लाख टैक्स ला देंगे। कल्ला 40 लाख टैक्स लग जाएगा, तो वो की हो जाएगा? रेट बराबर हो जाएगा, ताकि बाहर वाली जिहड़ी मार्केट है, फॉरन दी मार्केट आपां नूं खराब ना कर सके अपनी मार्केट नूं। दैट्स वाई कस्टम ड्यूटी लगाई जाती है। सो इंपोर्टेड बाहरों मंगवाइयां हुई चीज़ों के उपर जो टैक्स लगता है, उन्होंने बोलते हैं इंपोर्ट। ठीक है, इंपोर्ट, बिल्कुल इंपोर्ट टैक्स या कस्टम ड्यूटी। अच्छा, स्टैंप ड्यूटी की होंदी है? स्टैंप ड्यूटी जिवें तुसीं करदे हो ना, मोस्टली अपनी प्रॉपर्टी खरीदनी होंदी है, दूसरे दे नाम लवानी होंदी है, आपदे नाम लवानी होंदी है, तो उहदे उपर वो मोहरां लगदियां ना, स्टैंप लगदियां निक्कियां-निक्कियां, इदां सरकारी मोहरां लगदियां, उहनूं बोलदे स्टैंप ड्यूटी। एक कदों लगदी है? जदों तुसीं इमूवेबल प्रॉपर्टी, इमूवेबल जिन्हों मूव नहीं किया जा सकता, घर नूं चक के एक जगह तो दूजी जगह नहीं लैके जा सकते, दैट इज इमूवेबल प्रॉपर्टी। की है? इमूवेबल प्रॉपर्टी दे उपर जो तुसीं ट्रांसफर करदे हो, तुसीं दूजे दे नाम ते, मान लो किसी नूं वेच रहे हो,
ਸੋ ਉਹ ਉੱਪਰ ਸਟੈਂਪਸ ਲਗਾਏਗਾ 500 ਦੀ 200 ਦੀ 300 ਦੀ ਇਦਾਂ ਦੀ ਸਟੈਂਪ ਲੱਗਦੀਆਂ, ਉਹਨੂੰ ਕੀ ਬੋਲਦੇ ਆਪਾਂ ਸਟੈਂਪ ਡਿਊਟੀ ਬੋਲਦੇ ਆ। ਇਹ ਸਾਰੇ ਲੀਗਲ ਕਾਨੂੰਨੀ ਡਾਕੂਮੈਂਟਸ ਦੇ ਉੱਪਰ ਵੀ ਲੱਗਦੀ ਹੈ, ਕਾਨੂੰਨੀ ਡਾਕੂਮੈਂਟਸ ਉੱਪਰ ਵੀ ਲੱਗਦੀ ਹੈ, ਠੀਕ ਹੈ। ਸੋ ਲਾਸਟ ਆਪਣੇ ਕੋਲ ਰਹਿ ਗਿਆ ਐਂਟਰਟੇਨਮੈਂਟ ਟੈਕਸ। ਇਹ ਕੌਣ ਲੈ ਕੇ ਜਾਂਦਾ ਹੈ? ਇਹ ਲੈ ਕੇ ਜਾਂਦਾ ਸੀ ਆਪਣੇ ਕੋਲ ਸਟੇਟ ਗਵਰਨਮੈਂਟ। ਇਹ ਸਾਰੇ ਟੈਕਸਸ ਨਾ ਖਤਮ ਹੋ ਚੁੱਕੇ ਨੇ ਵੈਸੇ ਹੌਲੀ ਹੌਲੀ। ਹੁਣ ਆਪਣੇ ਕੋਲ ਮੰਨ ਲਓ ਤੁਸੀਂ ਮੂਵੀ ਦੇਖਣ ਚਲੇ ਗਏ ਜਾਂ ਕਿਸੇ ਪਾਸੇ ਮੈਚ ਹੋ ਰਿਹਾ, ਮੈਚ ਦੇਖਣ ਚਲੇ ਗਏ, ਦੈਟ ਇਜ਼ ਐਂਟਰਟੇਨਮੈਂਟ ਹੈ ਨਾ। ਸੋ ਆਪਣੇ ਕਿਸੇ ਪਾਰਕ ਦੇ ਵਿੱਚ ਚਲੇ ਗਏ, ਉਹ ਐਂਟਰਟੇਨਮੈਂਟ ਟੈਕਸ। ਅਗਰ ਕੋਈ ਕੰਪਨੀ ਚਲਾ ਰਹੀ ਹੈ, ਇੱਕ ਮੂਵੀ ਥੀਏਟਰ ਚਲਾ ਰਿਹਾ ਹੈ, ਥੀਏਟਰ ਦੇ ਉੱਪਰ ਟੈਕਸ ਲੱਗੇਗਾ, ਦੈਟ ਇਜ਼ ਅ ਐਂਟਰਟੇਨਮੈਂਟ ਟੈਕਸ। ਅੱਗੇ ਆ ਗਿਆ ਸਿਕਿਉਰਿਟੀ ਟ੍ਰਾਂਜੈਕਸ਼ਨ ਟੈਕਸ। ਸਿਕਿਉਰਿਟੀ ਟ੍ਰਾਂਜੈਕਸ਼ਨ ਕੀ ਹੁੰਦਾ ਹੈ? ਮੰਨ ਲਓ ਤੁਸੀਂ ਆਪਣੇ ਕਿਸੇ ਕੰਪਨੀ ਦੇ ਸਟਾਕ ਐਕਸਚੇਂਜ ਦੇ ਪੈਸੇ ਲਗਾਤੇ, ਕਿਸੇ ਕੰਪਨੀ ਦੇ ਸ਼ੇਅਰ ਖਰੀਦ ਲਏ, ਉੱਥੇ ਤੁਹਾਨੂੰ ਸਿਕਿਉਰਿਟੀ ਮਿਲ ਗਈ ਨਾ। ਤਾਂ ਸਿਕਿਉਰਿਟੀਜ਼ ਦੇ ਵਿੱਚ ਜਦੋਂ ਤੁਸੀਂ ਪੈਸੇ ਲਗਾਉਂਦੇ ਹੋ ਆਪਣੀ ਗਵਰਨਮੈਂਟ ਸਿਕਿਉਰਿਟੀਜ਼ ਦੇ ਵਿੱਚ, ਜਦੋਂ ਉਹਦੇ ਉੱਪਰ ਟੈਕਸ ਲੱਗਦਾ ਹੁੰਦਾ, ਉਹਨੂੰ ਆਪਾਂ ਕੀ ਬੋਲ ਦਿੰਦੇ ਆ? ਸਿਕਿਉਰਿਟੀ ਟ੍ਰਾਂਜੈਕਸ਼ਨ ਟੈਕਸ। ਸਿਕਿਉਰਿਟੀ ਟ੍ਰਾਂਜੈਕਸ਼ਨ ਟੈਕਸ। ਇੱਥੇ ਡਾਇਰੈਕਟ ਤੇ ਇਨਡਾਇਰੈਕਟ ਟੈਕਸਿਸ ਸਾਰੇ ਖਤਮ ਹੁੰਦੇ ਆ। ਸੋ ਆਪਣਾ ਟੌਪਿਕ ਜਿਹੜਾ ਮੇਨ ਸਭ ਤੋਂ ਵੱਡਾ ਟੌਪਿਕ ਸੀਗਾ, ਸਭ ਤੋਂ ਪਹਿਲਾ ਟੌਪਿਕ ਹਜੇ ਇਕਨੋਮਿਕਸ ਦਾ ਖਤਮ ਹੋਇਆ, ਦੈਟ ਇਜ਼ ਅ ਟੈਕਸੇਸ਼ਨ। ਸੋ ਟੈਕਸੇਸ਼ਨ ਆਪਣਾ ਖਤਮ ਹੋ ਗਿਆ, ਇਹ ਆਪਣੇ ਕੋਲ ਇੱਥੇ ਖਤਮ ਹੋ ਗਿਆ। ਅਗਲੇ ਲੈਕਚਰ ਦੇ ਵਿੱਚ ਮੈਂ ਟਰਾਈ ਕਰਾਂਗਾ ਆਪਾਂ 2 ਟੌਪਿਕ ਆਰਾਮ ਨਾਲ ਖਤਮ ਕਰੀਏ, ਇੱਕ ਜੀਡੀਪੀ ਖਤਮ ਕਰੀਏ, ਨੈਸ਼ਨਲ ਇਨਕਮ, ਇੱਕ ਮੋਨੇਟਰੀ ਪਾਲਿਸੀ, ਪੈਸਿਆਂ ਵਾਲਾ ਸਿਸਟਮ ਖਤਮ ਕਰੀਏ। ਦੋਨੋਂ ਚੀਜ਼ਾਂ ਇਕੱਠੀਆਂ ਖਤਮ ਕਰਨ ਦੀ ਟਰਾਈ ਕਰਾਂਗੇ ਆਪਣਾ ਨੈਕਸਟ ਲੈਕਚਰ ਦੇ ਵਿੱਚ, ਠੀਕ ਹੈ। ਐਂਡ ਬਲਰਾਜ ਸੱਗੂ ਤੁਸੀਂ YouTube ਵਾਲੇ 4-5 ਲੈਕਚਰ ਲਗਾ ਕੇ ਦੇਖੋ, ਪਹਿਲੇ 4-5 ਲਗਾ ਲਓ, ਜਿਹੜੇ ਮਰਜ਼ੀ ਲਗਾ ਲਓ, ਬੁੱਕਸ ਨਾਲ ਮੈਚ ਕਰਿਆ ਜੇ, ਫਿਰ ਮੈਨੂੰ ਜ਼ਰੂਰ ਮਿਲਿਆ ਜੇ, ਕਰੀ ਗੱਲ ਜ਼ਰੂਰ ਕਰਿਆ ਜੇ, ਠੀਕ ਹੈ। ਚਲੋ ਓਕੇ, ਸੋ ਅੱਜ ਦਾ ਸੈਸ਼ਨ ਇੱਥੇ ਫਤਿਹ ਕਰਦੇ ਆ। ਮੰਡੇ ਤੁਹਾਡੇ ਇਹੀ ਟੈਕਸੇਸ਼ਨ ਟੌਪਿਕ ਦਾ ਟੈਸਟ ਹੋ ਜਾਏਗਾ। ਇਹਨਾਂ ਦੀ ਪੀਡੀਐਫ ਤੁਹਾਨੂੰ ਮਿਲ ਜਾਏਗੀ ਐਜ਼ ਇਟ ਇਜ਼। ਸਰ ਇਹਨੂੰ ਸੇਵ ਕਰਨਾ ਆਪਾਂ ਐਜ਼ ਇਟ ਇਜ਼, ਆ ਮਾਰਕ ਕੀਤਾ ਹੋਇਆ ਸਾਰਾ ਲਿਖਿਆ ਹੋਇਆ ਸੇਵ ਕਰਨਾ ਹੈ, ਠੀਕ ਹੈ। ਸੋ ਮੰਡੇ ਤੁਹਾਨੂੰ ਜਿਹੜੀ ਹੈਗੀ ਹੈ ਇਹਦਾ ਟੈਕਸ ਦਾ ਜੀਐਸਟੀ ਡਾਇਰੈਕਟ ਤੇ ਇਨਡਾਇਰੈਕਟ ਟੈਕਸ ਦਾ ਟੈਸਟ ਮਿਲ ਜਾਏਗਾ ਇਕਨੋਮਿਕਸ ਦਾ। ਤੇ ਆਪਣਾ ਇੱਕ ਤੁਹਾਨੂੰ ਮੈਂ ਕਿੰਨੇ ਦਿਨ ਤੋਂ ਕਹਿ ਰਿਹਾ ਨਾ, ਪੋਲਿਟੀ ਦਾ ਟੈਸਟ, ਪੋਲਿਟੀ ਦਾ ਟੈਸਟ, ਪੋਲਿਟੀ ਦਾ ਟੈਸਟ। ਤਾਂ ਪੋਲਿਟੀ ਦਾ ਟੈਸਟ ਜਿਹੜਾ ਹੈਗਾ ਉਹ ਸਾਰੇ ਦਾ ਸਾਰਾ ਹੋਏਗਾ ਹੀ ਹੋਏਗਾ। ਓਕੇ ਜੀ, ਚਲੋ ਸੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਹਾਂ, ਪਟਵਾਰੀ ਵਿੱਚ ਇਕਨੋਮਿਕਸ ਲਿਖੀ ਹੋਈ ਹੈ, ਆ ਸਕਦੀ ਹੈ।